ਜਦੋਂ ਦਾ ਮੋਰਚਾ ਲੱਗਿਆ ਸੀ ਉਦੋਂ ਦਾ ਉਹ ਸਾਲ ਭਰ ਕੇ ਹੀ ਗਏ ਵੀ ਇੰਦਰਾ ਨੇ ਬਾਜ਼ ਨਹੀਂ ਉਹਨਾਂ ਨੇ ਦਰਬਾਰ ਸਾਹਿਬ ਤੇ ਟੈਂਕ ਤੋਪਾਂ ਚਾੜਨੀਆਂ 6,30,000 ਦੇ ਕਰੀਬ ਫੌਜ ਪੰਜਾਬ ਨੂੰ ਆ ਕੇ ਘੇਰਦੀ ਹੈ। ਬਾਰਡਰ ਸੀਲ ਹੁੰਦੇ ਨੇ, ਫਿਰ ਦਰਬਾਰ ਸਾਹਿਬ ਨੂੰ ਪੰਜਾਬ ਨਾਲੋਂ ਕੱਟ ਆਫ ਕੀਤਾ ਜਾਂਦਾ ਹੈ। ਟੈਲੀਫੋਨ, ਪਾਣੀ, ਬਿਜਲੀ ਤਿੰਨੇ ਕੱਟ ਦਿੱਤੇ ਜਾਂਦੇ ਨੇ। 2 ਤੇ 3 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀਗਾ। 2 ਤੇ 3 ਨੂੰ ਇਹਨਾਂ ਨੇ ਵੱਧ ਤੋਂ ਵੱਧ ਸੰਗਤ ਅੰਦਰ ਵਾੜੀ ਦਰਬਾਰ ਸਾਹਿਬ ਦੇ ਅੰਦਰ ਆਉਣ ਦਿੱਤੀ, ਕੋਈ ਨਹੀਂ ਰੋਕਿਆ। ਜਦ ਕਿ ਉਹਨਾਂ ਦੀ ਪਹਿਲੇ ਪਲੈਨਿੰਗ ਸੀਗੀ ਵੀ 4 ਤਰੀਕ ਨੂੰ ਅਟੈਕ ਕਰਨਾ ਅੰਮ੍ਰਿਤ ਵੇਲੇ। ਸਿੰਘ ਇੰਨਾ ਜਜ਼ਬਾ ਸਿੰਘਾਂ ਦੇ ਵਿੱਚ ਵੀ ਇੱਕ ਦੂਸਰੇ ਤੋਂ ਅੱਗੇ ਹੋਣ ਵਾਸਤੇ ਵੀ, ਮਰਨ ਵਾਸਤੇ ਵੀ ਮਤਲਬ ਉੱਥੇ ਲੜ ਰਹੇ ਸੀ। ਧੀਆਂ ਭੈਣਾਂ ਦੀ ਬੇਪੱਤੀ ਵੀ ਕੀਤੀ ਆ। ਉੱਪਰਲੀਆਂ ਛੱਤਾਂ ਤੋਂ ਵਗਾ ਕੇ ਥੱਲੇ ਮਾਰਿਆ, ਚੁੱਕ ਕੇ ਲੋਕਾਂ ਨੂੰ, ਛੋਟੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਦੁਫਾੜ ਕੀਤਾ, ਬ੍ਰੈਸਟ ਮਾਰ ਕੇ ਉਹਨਾਂ ਨੂੰ ਉਡਾਇਆ। ਮਾਵਾਂ ਨੂੰ, ਗਰਭਵਤੀ ਮਾਵਾਂ ਦੇ ਪੇਟਾਂ 'ਚ ਬ੍ਰੈਸਟ ਮਾਰੇ। ਗੋਲੀ ਆਂਦੀ ਆ ਜਿਵੇਂ ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ 'ਚ ਲੰਘ ਗਈ ਤੇ ਪਿੱਛੇ ਪਤਲੀ ਮਾਸ ਦੀ ਤਹਿ ਚੜ ਗਈ। ਪਿੱਛੇ ਪਿੱਠ ਦੇ ਵਿੱਚ ਪਤਲੀ ਮਾਸ ਦੀ ਤਹਿ ਦੇ ਵਿੱਚ ਰਹੀ। ਪੌਣੇ 2 ਮਹੀਨਿਆਂ ਬਾਅਦ ਗੋਲੀ ਨਿਕਲੀ ਮੇਰੀ, ਤੇ ਇਹਨਾਂ ਦੀ ਪੁੜਪੁੜੀ 'ਚੋਂ ਗੋਲੀ ਆਰ ਪਾਰ ਹੋਈ ਤੇ ਇਹਨਾਂ ਦਾ ਵੀ ਸਾਰਾ ਖੂਨ ਮੇਰੇ ਸਿਰ ਤੇ ਨੁਚੜਿਆ। ਸਰੋਵਰ ਦੇ ਕੰਢੇ ਜਾ ਕੇ ਬਹਿ ਗਈ, ਇੱਕ ਬੁੱਕ ਭਰ ਕੇ ਮੈਂ ਵੀ ਜਲ ਛਕ ਲਿਆ ਤੇ ਜਲ ਦਾ ਸਵਾਦ ਬਹੁਤ ਹਬਕ ਮਾਰ ਰਿਹਾ ਸੀ, ਖੂਨ ਨਾਲ, ਮਤਲਬ ਲਾਲ ਸੀ ਜਲ। ਲਾਸ਼ਾਂ ਤੈਰ ਰਹੀਆਂ ਸੀ ਸਰੋਵਰ ਦੇ ਵਿੱਚ। ਸੰਤ ਜਰਨੈਲ ਹੋਣਾ ਨੇ ਜਿਹੜਾ ਬਚਨ ਕੀਤਾ ਸੀ ਸੰਗਤ ਦੇ ਨਾਲ, ਕੌਮ ਦੇ ਨਾਲ, ਜੋ ਵਾਅਦਾ ਕੀਤਾ ਸੀ ਉਹਨਾਂ ਨੇ ਸਿਰੇ ਲਾਇਆ, ਉਹਨਾਂ ਨੇ ਨਿਭਾਇਆ। ਸੰਤਾਂ ਨੇ ਇੱਕ ਵਾਰੀ ਮੈਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਵੀ ਬੀਬੀ ਮੇਰੇ ਤੇ ਭਾਣਾ, ਜੇ ਕੋਈ ਮੇਰੇ ਤੇ ਭਾਣਾ ਵਰਤ ਗਿਆ ਤੇ ਤੂੰ ਸੁਣ ਕੇ 5 ਜਕਾਰੇ ਛੱਡੀ, ਅਸੀਂ ਹੁਣ ਤੁਹਾਨੂੰ ਫਤਿਹ ਬੁਲਾ ਦੇਣੀ। ਜੇ ਤੂੰ ਰੋਈ ਤੇ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡ ਹੈ। ਇੰਨਾ ਮਾਣ ਕਰਦੇ ਸੀ ਮੇਰੇ ਤੇ ਸੰਤ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਜੂਨ 1984 ਦੇ ਜੋ ਆਈ ਵਿਟਨੈਸ ਨੇ ਮਾਤਾ ਪ੍ਰੀਤਮ ਕੌਰ ਜੀ, ਭਾਈ ਰਛਪਾਲ ਸਿੰਘ ਜੀ ਦੇ ਸੁਪਤਨੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਸ਼ਵਾਸ ਪਾਤਰਾਂ ਦੇ ਵਿੱਚੋਂ ਇੱਕ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਜੂਨ 1984 ਜੋ ਨਾ ਕਦੇ ਭੁੱਲਣਯੋਗ, ਨਾ ਕਦੇ ਬਖਸ਼ਣਯੋਗ ਹੈ, ਤੇ ਉਸ ਦੇ ਤੁਸੀਂ ਆਈ ਵਿਟਨੈਸ ਰਹੇ ਹੋ। ਤੇ ਜੂਨ 1984 ਦਾ ਜੇ ਆਪਾਂ ਗੱਲ ਕਰੀਏ ਤਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਹਮਲੇ ਦੀ, ਜਾਂ ਸਰਕਾਰ ਨੇ ਜੋ ਚਾਲਾਂ ਚੱਲੀਆਂ? ਜੂਨ 1984 ਤੀਸਰੇ ਘੱਲੂਘਾਰੇ ਦੇ ਰੂਪ ਦੇ ਵਿੱਚ ਅਸੀਂ ਹਰ ਸਾਲ ਮਨਾਉਂਦੇ ਹਾਂ ਜੀ। ਅੱਜ 2 ਜੂਨ ਦਾ ਦਿਨ ਆ। ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਵੀ ਹੈ ਜੀ। ਮੈਂ 79 ਦੇ ਵਿੱਚ ਅੰਮ੍ਰਿਤਪਾਨ ਕੀਤਾ ਤੇ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕੀਤਾ ਜੀ। ਬਹੁਤ ਜ਼ਿਆਦਾ ਜਦੋਂ ਇਤਿਹਾਸ ਪੜ੍ਹਿਆ, ਘੋਖਿਆ, ਤੇ ਮਤਲਬ ਐਂ ਲੱਗਿਆ ਜਿਵੇਂ ਅਸੀਂ ਆਪਣੀ ਪਹਿਲੇ ਵਾਲੀ ਜ਼ਿੰਦਗੀ ਸਾਰੀ ਵਿਅਰਥ ਗਵਾਈ ਹੈ ਜੀ, ਤੇ ਕਿਸੇ ਖਾਤੇ 'ਚ ਨਹੀਂ ਆਉ ਜੀ। ਉਦੋਂ ਹੀ 19 ਜੁਲਾਈ 1982 ਨੂੰ ਸਾਨੂੰ ਪਤਾ ਲੱਗਿਆ ਅਖਬਾਰਾਂ ਦੇ ਰਾਹੀਂ ਵੀ ਕਿਸੇ ਕੌਮੀ ਜਰਨੈਲ ਨੇ ਕੋਈ ਧਰਮਯੋਧ ਮੋਰਚਾ ਸ਼ੁਰੂ ਕੀਤਾ ਜੀ। ਤੇ 25 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਬਹੁਤ ਵੱਡਾ ਇਕੱਠ ਸੱਦਿਆ ਸੀ, ਪੰਥਕ ਇਕੱਠ ਜੀ, ਵਿਚਾਰ ਕਰਨ ਲਈ ਜੀ। ਅਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਸੀਗੇ ਵੀ ਸਾਡੇ ਨੌਜਵਾਨ ਬੱਚੇ, ਅੰਮ੍ਰਿਤਧਾਰੀ ਗੁਰਸਿੱਖ ਜਿਹੜੇ ਨੇ, ਉਹਨਾਂ ਨੂੰ ਫੜ ਕੇ ਪੁਲਿਸ ਅਣਮਨੁੱਖੀ ਤਸੀਹੇ ਦੇ ਕੇ, ਤਸ਼ੱਦਦ ਕਰਕੇ ਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਰਹੀ ਹੈ ਜੀ। ਪਰ ਸਾਨੂੰ ਵਿਚਲੇ ਰੀਜ਼ਨ ਦਾ ਨਹੀਂ ਸੀ ਪਤਾ ਜੀ। ਅਖਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਸੀ ਜੀ। ਜਦੋਂ 25 ਜੁਲਾਈ ਨੂੰ ਸੰਤ ਜਰਨੈਲ ਹੋਣਾ ਨੇ ਇੱਥੇ ਇਕੱਠ ਸੱਦਿਆ, ਉਸ ਤੋਂ ਪਹਿਲਾਂ ਮੈਨੂੰ ਕਦੀ ਨਹੀਂ ਸੀ ਪਤਾ ਵੀ ਸੰਤ ਜਰਨੈਲ ਹੋਣੀ ਕੌਣ ਨੇ ਜੀ, ਜਾਂ ਕੋਈ ਦਮਦਮੀ ਟਕਸਾਲ ਹੈਗੀ ਆ, ਜਾਂ ਅਕਾਲੀ ਦਲ ਆ, ਜਾਂ ਸ਼੍ਰੋਮਣੀ ਕਮੇਟੀ ਆ ਜੀ, ਜਾਂ ਕੋਈ ਅਖੰਡ ਕੀਰਤਨੀ ਜੱਥਾ ਹੈ। ਮਤਲਬ ਇੰਨਾ ਕੁਛ ਪਤਾ ਨਹੀਂ ਸੀ, ਗਿਆਨ ਨਹੀਂ ਸੀ, ਕਦੀ ਘਰੋਂ ਬਾਹਰ ਨਹੀਂ ਸੀ ਨਿਕਲੇ ਜੀ।
25 ਜੁਲਾਈ ਨੂੰ ਅਸੀਂ ਵੀ ਜਜ਼ਬਾਤੀ ਹੋਏ, ਮੈਂ, ਮੇਰੀ ਭੈਣ, ਮੇਰੇ ਇੱਕ ਮਾਮਾ ਜੀ ਲੱਗਦੇ ਸੀ ਰਿਸ਼ਤੇ ਵਜੋਂ ਤੇ 2 ਸਾਡੇ ਭਰਾ, ਜੀ ਅਸੀਂ 5 ਜਣੇ ਅਸੀਂ 25 ਜੁਲਾਈ ਨੂੰ ਦਰਬਾਰ ਸਾਹਿਬ ਆਏ। ਜੀ ਜਦੋਂ ਅਸੀਂ ਪਤਾ ਕੀਤਾ ਆ ਕੇ ਵੀ ਜਿਹਨਾਂ ਨੇ ਮੋਰਚਾ ਸ਼ੁਰੂ ਕੀਤਾ ਹੈ ਉਹਨਾਂ ਮਹਾਂਪੁਰਸ਼ਾਂ ਦੇ ਅਸੀਂ ਦਰਸ਼ਨ ਕਰਨੇ ਤੇ ਉਹ ਕਿੱਥੇ ਨੇ। ਜੀ ਤੇ ਸੰਤ ਜਰਨੈਲ ਸੋਹਣੀ ਉਦੋਂ ਨਾਨਕ ਨਿਵਾਸ ਦੇ ਵਿੱਚ ਅਸੀਂ ਪਹਿਲੀ ਛੱਤ ਤੇ ਖੜੇ ਸੀ। ਜੀ ਅਸੀਂ ਜਾ ਕੇ ਸਾਰਿਆਂ ਨੇ ਸੰਤ ਜਰਨੈਲ ਸੋਹਣਾ ਨੂੰ ਜਦੋਂ ਫਤਿਹ ਬੁਲਾਈ, ਕੋਲ ਉਹਨਾਂ ਦੇ 7-8 ਸਿੰਘ ਖੜੇ ਸੀ, ਜੀ ਫਤਿਹ ਬੁਲਾਈ ਤੇ ਸੰਤ ਜਰਨੈਲ ਸੋਹਣਾ ਨੇ ਸਾਨੂੰ ਪੁੱਛਿਆ ਵੀ ਤੁਹਾਨੂੰ ਬੀਬੀ ਉਹ ਰਸਤੇ ਦੇ ਵਿੱਚ ਕਿਸੇ ਨੇ ਰੋਕਿਆ ਨਹੀਂ? ਅਸੀਂ ਕਿਹਾ ਜੀ ਰੋਕਿਆ ਸੀਗਾ ਪੁਲਿਸ ਨੇ ਕੁਤਵਾਲੀ ਦੇ ਲਾਗੇ। ਤੇ ਕਹਿੰਦੇ ਫਿਰ ਤੁਸੀਂ ਪਿੱਟੀਆਂ ਨਹੀਂ? ਮੈਂ ਕਿਹਾ ਜੀ ਅਸੀਂ ਪਿੱਟ ਕੇ ਹੀ ਆਏ ਹਾਂ। ਜੀ ਤੇ ਸੰਤ ਬੜੇ ਖੁਸ਼ ਹੋਏ ਤੇ ਸੰਤ ਕਹਿੰਦੇ ਬੀਬੀ ਬੜੀ ਚੜ੍ਹਦੀ ਕਲਾ ਦੀ, ਇਹਨੂੰ ਅਸੀਂ ਜੱਥੇ 'ਚ ਲੈ ਕੇ ਆਉਣਾ। ਜੀ ਮੈਨੂੰ ਨਹੀਂ ਸੀ ਪਤਾ ਵੀ ਮਤਲਬ ਉਹ ਕੌਣ ਨੇ। ਜੀ ਤੇ ਅਗਲੀ ਗੱਲ ਹੀ ਸੰਤ ਕਹਿੰਦੇ ਭਾਈ ਰਿਸ਼ਪਾਲ ਸਿੰਘ ਜੀ ਤੁਸੀਂ ਕਿਤੇ ਨਾ ਕਰ ਦਿਓ, ਅਸੀਂ ਇਸ ਬੀਬੀ ਨੂੰ ਜੱਥੇ 'ਚ ਲਿਆਉਣਾ। ਜੀ ਮਤਲਬ ਜਿਵੇਂ ਸਾਰਾ ਕੁਝ ਕੁਦਰਤੀ ਇਹ ਵਾਪਰਦਾ ਆ, ਕੋਈ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ, ਇਹ ਕੁਦਰਤੀ ਵਾਪਰਦਾ ਸਾਰਾ ਕੁਝ। ਜੀ ਤੇ ਪਹਿਲੇ ਦਿਨ ਹੀ ਤੁਹਾਨੂੰ ਸੰਤਾਂ ਨੇ ਹਾਂ, ਤੇ ਮੈਂ ਸਿਰ ਝੁਕਾ ਕੇ ਖੜੀ ਸੀਗੀ, ਮੈਨੂੰ ਨਹੀਂ ਪਤਾ 7-8 ਸਿੰਘਾਂ ਦੇ ਵਿੱਚੋਂ ਵੀ ਭਾਈ ਰਿਸ਼ਪਾਲ ਸੋਹਣੀ ਕੌਣ ਨੇ। ਜੀ ਤੇ ਮੁੜ ਕੇ ਅਸੀਂ ਲਾਗੇ ਇੱਕ ਕਮਰੇ ਦੇ ਵਿੱਚ ਫਤਿਹ ਬੁਲਾ ਕੇ ਤੇ ਅਸੀਂ ਉੱਥੇ ਚਲੇ ਗਏ। ਉੱਥੇ ਸਿੰਘਾਂ ਨੇ ਸਾਨੂੰ ਜਲ ਪਾਣੀ ਛਕਾਇਆ। ਜੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਇੱਕ ਭਾਈ ਗੁਰਬਚਨ ਸਿੰਘ ਮਾਨੋਚਾਲ ਤੇ ਇੱਕ ਮੇਜਰ ਸਿੰਘ ਤੇ ਭਾਈ ਰਾਮ ਸਿੰਘ, ਗੁਰਮੁਖ ਸਿੰਘ, ਇਹ 4 ਬੰਦੇ ਸੀਗੇ। ਜੀ ਤੇ ਇਹਨਾਂ ਨੇ ਆ ਕੇ ਮੈਨੂੰ ਮਤਲਬ ਪੁੱਛਿਆ ਵੀ ਭੈਣ ਜੀ ਜੇ ਮਹਾਂਪੁਰਸ਼ਾਂ ਨੇ ਜਿਹੜੇ ਸਿੰਘ ਬਾਰੇ ਤੁਹਾਡੇ ਲਈ ਗੱਲ ਕੀਤੀ ਹੈ ਉਹ ਤੁਹਾਨੂੰ ਫਤਿਹ ਬੁਲਾਉਣਾ ਚਾਹੁੰਦੇ। ਜੀ ਤੇ ਮੈਂ ਕਿਹਾ ਵੀ ਸੰਗਤ ਦੀ ਤਰ੍ਹਾਂ ਮੈਨੂੰ ਜਿਹੜਾ ਮਰਜ਼ੀ ਫਤਿਹ ਬੁਲਾਵੇ, ਮੈਨੂੰ ਕੀ ਫਰਕ ਪੈਂਦਾ ਇਸ ਗੱਲ ਦੇ ਨਾਲ, ਤੇ ਕੋਈ ਗੱਲ ਨਹੀਂ। ਜੀ ਅੰਦਰ ਆਏ ਰਿਸ਼ਪਾਲ ਸੋਹਣੀ, ਪੈਰਾਂ 'ਚ ਚੱਪਲ ਪਾਈ ਹੋਈ ਸੀ, ਕੱਪੜੇ ਮੈਲੇ ਸੀ, ਐਨਕ ਲੱਗੀ ਹੋਈ ਸੀਗੀ ਤੇ ਬੜੇ ਗੰਭੀਰ ਚਿਹਰਾ ਸੀ ਇਹਨਾਂ ਦਾ। ਜੀ ਤੇ ਸਿੰਪਲ ਸਾਦਾ ਜੀਵਨ ਉਹਨਾਂ ਦਾ। ਤੇ ਆ ਕੇ ਜਦੋਂ ਉਹਨਾਂ ਨੇ ਮੈਨੂੰ ਸਾਹਮਣੇ ਇੱਕ ਮੰਜੀ ਡੱਠੀ ਸੀ ਉੱਤੇ ਬੈਠ ਗਏ, ਫਤਿਹ ਬੁਲਾ ਕੇ ਬੈਠੇ ਤੇ ਉੱਠ ਕੇ ਬਾਹਰ ਚਲੇ ਗਏ। ਕੋਈ ਗੱਲ ਨਹੀਂ, ਨਾ ਪੁੱਛੀ ਨਾ ਦੱਸੀ ਨਾ ਕੋਈ ਕੀਤੀ, ਮਤਲਬ ਹੀ ਨਹੀਂ ਸੀ ਬਣਦਾ ਜੀ ਵੀ ਉਹ ਕੋਈ ਫੈਸਲੇ ਸਾਰੇ ਪਰਿਵਾਰਾਂ ਦੇ ਸੀਗੇ, ਸਾਡੇ ਤੋਂ ਕੋਈ ਹੈ ਨਹੀਂ ਸੀ। ਜਾਂ ਮਹਾਂਪੁਰਸ਼ਾਂ ਨੇ ਜਿਹੜੀ ਐਡੀ ਵੱਡੀ ਗੱਲ ਕਹੀ ਸੀ ਉਹਨੂੰ ਹਟਾਲਣਾ ਕਿਨੇ ਸੀ। ਜੀ ਇਹਨਾਂ ਨੂੰ ਵੀ ਸੀਗਾ ਭਰੋਸਾ ਤੇ ਮੈਨੂੰ ਵੀ। ਮੈਂ ਦਰਸ਼ਨ ਕਰਕੇ ਮਹਾਂਪੁਰਸ਼ਾਂ ਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਵੀ ਇੰਨੀ ਬੰਦਗੀ ਵਾਲੀ ਰੂਹ ਮੈਨੂੰ ਪਹਿਲੇ ਹੀ ਦੇਣੀ ਐਂ ਲੱਗਿਆ ਵੀ ਜਿਵੇਂ ਮੈਨੂੰ ਕਿਵੇਂ ਨਾ ਕੋਈ ਚੱਲਦਾ ਫਿਰਦਾ ਰੱਬ ਮਿਲ ਗਿਆ ਹੁੰਦਾ ਦੁਨੀਆ ਦੇ ਉੱਤੇ, ਧਰਤੀ ਦੇ ਉੱਤੇ। ਜੀ ਤੇ ਅਸੀਂ ਘਰ ਚਲੇ ਗਏ। ਜੀ ਘਰ ਚਲੇ ਗਏ, ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ। ਹੋਰ ਜ਼ਿਆਦਾ ਸਾਡੀ ਅਟੈਚਮੈਂਟ ਹੋ ਗਈ ਸੰਘਰਸ਼ ਦੇ ਨਾਲ ਜੀ ਵੀ ਸੰਘਰਸ਼ ਕਿਉਂ ਚੱਲ ਰਿਹਾ। ਸੰਤਾਂ ਨੇ ਸੰਘਰਸ਼ ਤਾਂ ਸ਼ੁਰੂ ਕੀਤਾ ਸੀਗਾ ਵੀ ਆਪਣੇ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਤੇ ਰਿਸ਼ਪਾਲ ਸੋਹਣੀ ਤਿੰਨੇ ਉੱਥੋਂ ਮਹਿਤਿਓਂ ਗੱਡੀ ਦੇ ਜੀਪ ਦੇ ਉੱਤੇ ਪੈਰਵਾਈ ਕਰਨ ਆਏ। ਸਿੰਘਾਂ ਦੀ ਕੁਛ ਫੜੇ ਹੋਏ ਸੀ ਜੀ ਤੇ ਇਹਨਾਂ ਨੂੰ ਰਸਤੇ ਦੇ ਵਿੱਚ ਫੜ ਕੇ ਥਾਣੇ ਲੈ ਗਏ ਤੇ ਰਿਸ਼ਪਾਲ ਸਿੰਘ ਉਹਨਾਂ ਦੀ ਜ਼ਮਾਨਤ ਕਰਾ ਕੇ ਉਸ ਵੇਲੇ ਵਾਪਸ ਚੁੱਕ ਕੇ ਲੈ ਆਏ। ਇਹਨਾਂ ਨੂੰ ਟਰੱਕ 'ਚ ਸੁੱਟ ਕੇ ਦਰਬਾਰ ਸਾਹਿਬ ਲੈ ਆਏ ਤੇ ਇਹ ਦੋਵੇਂ ਰਹਿ ਗਏ, ਬਾਬਾ ਥਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਹੁਣ। ਜੀ ਇਹਨਾਂ ਨੂੰ ਫਿਰ ਜੇਲ੍ਹ 'ਚ ਭੇਜ ਦਿੱਤਾ ਤੇ ਇਹ ਅੰਦਰ ਆ ਗਏ। ਇਹ ਮੈਨੂੰ ਫਿਰ ਬਾਅਦ 'ਚ ਪਤਾ ਲੱਗਿਆ ਵੀ ਇਹ ਸੰਤਾਂ ਦੇ ਪੀਏ ਨੇ। ਜੀ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਪਤਾ। ਚਲੋ ਖੈਰ ਘਰੇ ਸਾਡੇ ਗੱਲ ਚੱਲੀ। ਜਦੋਂ ਮੈਂ 78 ਬਾਰੇ ਪੜ੍ਹਿਆ ਤੇ ਹੁਣ ਅੱਜ ਮਹਿਸੂਸ ਕਰਦੀ ਹਾਂ ਵੀ ਜੋ ਕੁਝ 84 'ਚ ਵਾਪਰਿਆ ਉਹਦੀ ਸ਼ੁਰੂਆਤ, ਉਹਦਾ ਆਗਾਜ਼ ਜਿਹੜਾ ਹੈ, ਜਿਹੜੀ ਮਤਲਬ ਸਰਕਾਰ ਦੀ ਪਲੈਨਿੰਗ ਸੀਗੀ ਉਹ 78 ਤੋਂ ਹੀ ਸ਼ੁਰੂ ਹੋ ਗਈ। 78 ਦੇ ਕਾਂਡ ਤੋਂ ਹੀ, ਜਦੋਂ ਭਾਈ ਫੌਜਾ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ 13 ਸਿੰਘ ਨਿਰੰਕਾਰੀਆਂ ਦੇ ਕੋਲੋਂ ਮਾਰੇ ਗਏ ਤੇ ਸ਼ਹੀਦ ਹੋਏ। ਤੇ ਮਤਲਬ ਐਡੀ ਕੋਈ ਗੱਲ ਹੈ ਨਹੀਂ ਸੀ ਜਿਸ ਵੀ ਉਹ ਇੰਨੇ ਬੰਦੇ ਮਾਰ ਦਿੰਦੇ, ਅਕਾਰਨ ਮਾਰ ਦਿੰਦੇ। ਪੀਸਫੁਲੀ ਉਹ ਉਹਨਾਂ ਨੂੰ ਰੋਕਣ ਗਏ ਨੇ ਵੀ ਤੁਸੀਂ ਇਹ ਪ੍ਰੋਗਰਾਮ ਇੱਦਾਂ ਨਾ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕਰੋ। ਇਹ ਸਾਨੂੰ ਬਾਅਦ 'ਚ ਮਤਲਬ ਸਾਰਾ ਮੈਂ ਗਿਆਨ ਹਾਸਲ ਕੀਤਾ। ਤੇ ਘਰ ਜਾ ਕੇ ਜਦੋਂ ਗੱਲ ਸ਼ੁਰੂ ਹੋਈ ਤੇ ਘਰਦਿਆਂ ਨੇ ਫਿਰ ਪਿਤਾ ਜੀ ਨੇ ਮੈਨੂੰ ਪੁੱਛਿਆ, ਮੈਂ ਕਹਿੰਦੇ ਤੈਨੂੰ ਪਤਾ ਉਹਦੀ ਕੋਈ ਮਰਲਾ ਜ਼ਮੀਨ ਵੀ ਹੈਗੀ ਕਿ ਨਹੀਂ ਸਾਗ ਸੂਗ ਬੀਜਣ ਨੂੰ? ਮੈਂ ਕਿਹਾ ਮੈਨੂੰ ਚਾਹੀਦੀ ਨਹੀਂ ਜੀ। ਤੇ ਕਹਿੰਦੇ ਵੀ ਉਹ ਪਤਾ ਨਹੀਂ ਪੜ੍ਹਿਆ ਵੀ ਹੈਗਾ ਕਿ ਨਹੀਂ। ਤੇ ਮੈਂ ਕਿਹਾ ਵੀ ਤੁਸੀਂ ਠੀਕ ਕਹਿ ਰਹੇ ਹੋ ਜੀ, ਵੀ ਮੈਂ ਤਾਂ ਪੁੱਛਿਆ ਨਹੀਂ ਨਾ, ਮੈਨੂੰ ਲੋੜ ਹੀ ਹੈ ਪੁੱਛਣ ਦੀ। ਬਾਕੀ ਜੀ ਤੁਸੀਂ ਆਪਣੀ ਥਾਂ ਠੀਕ ਹੋ। ਤੇ ਉਹਦਾ ਰੰਗ ਸਾਂਵਲਾ, ਉਹਦਾ ਕੱਦ ਛੋਟਾ ਹੈਗਾ ਜੀ। ਤੇ ਮੈਂ ਕਿਹਾ ਵੀ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਜਿਸ ਕੌਮੀ ਜਰਨੈਲ ਨੇ ਮੈਨੂੰ ਇਹ ਗੱਲ ਕਹੀ ਆ ਵੀ ਬੀਬੀ ਬੜੀ ਚੜ੍ਹਦੀ ਕਲਾ ਦੀ, ਇਹਨੂੰ ਅਸੀਂ ਜੱਥੇ 'ਚ ਲਿਆਉਣਾ ਤੇ ਜ਼ਰੂਰ ਇਹਦੇ ਪਿੱਛੇ ਕੋਈ ਰਾਜ ਹੈ ਜੀ, ਐਵੇਂ ਤਾਂ ਨਹੀਂ ਜੀ। ਉਸ ਤੋਂ ਪਹਿਲਾਂ ਮਹਾਰਾਜ ਦੀ ਇੰਨੀ ਬਖਸ਼ਿਸ਼ ਸੀਗੀ ਵੀ ਮੈਂ 6 ਘੰਟੇ 8 ਘੰਟੇ ਚੌਂਕੜੇ ਤੇ ਮਤਲਬ ਨਿਰੰਤਰ ਬੈਠੀ ਰਹਿੰਦੀ ਸੀਗੀ ਜੀ। ਬਹੁਤ ਆਨੰਦ ਦੇ ਵਿੱਚ ਬਾਣੀ ਬਹੁਤ ਪੜ੍ਹੀ ਮੈਂ। 13-14 ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਹਿਜ ਪਾਠ ਕੀਤੇ ਜੀ।
ਮਤਲਬ ਇੰਨਾ ਆਨੰਦ 'ਚ ਰਹਿੰਦੀ ਰਹੀ ਹਾਂ ਮੈਂ, ਮਤਲਬ ਜਿਵੇਂ ਸੰਸਾਰ ਦੇ ਨਾਲੋਂ ਜਿਵੇਂ ਤੁਸੀਂ ਨਿਰੰਕਾਰ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੀ ਸੰਸਾਰ ਦੇ ਨਾਲੋਂ ਟੁੱਟਦੀ ਜਾਂਦੀ ਹੈ ਜੀ, ਦੂਰੀ ਬਣਦੀ ਜਾਂਦੀ ਜੀ, ਇੱਧਰੋਂ ਦੂਰੀ ਬਣੇਗੀ ਤਾਂ ਉਧਰ ਨੇੜਤਾ ਵਧੇਗੀ ਜੀ, ਅਦਰਵਾਈਜ਼ ਨਹੀਂ ਹੁੰਦਾ। ਜੀ, ਇਹ ਧਰਮ ਦਾ ਮਾਰਗ ਹੀ ਇੱਦਾਂ ਦਾ। ਜੀ, ਫਿਰ ਬਾਅਦ ਦੇ ਵਿੱਚ ਸਾਡਾ ਚਲੋ ਸਾਲ ਭਰ ਚੱਲਦਾ ਰਿਹਾ, ਉਹ ਵਰਬਲੀ ਮਤਲਬ ਮਹਾਂਪੁਰਸ਼ਾਂ ਦੀ ਜ਼ੁਬਾਨ 'ਤੇ ਹੀ, ਮਹਾਂਪੁਰਸ਼ਾਂ ਦੇ ਬਚਨਾਂ 'ਤੇ ਹੀ ਇਹ ਫਾਈਨਲ ਹੋ ਗਿਆ। ਜੀ, ਤੇ ਫਿਰ 1 ਤਰੀਕ ਨੂੰ ਸਾਡੇ ਘਰੇ ਜਥੇ ਵੱਲੋਂ ਸਗਨ ਗਿਆ, ਜੀ, ਤੇ ਜਿਹਦੇ ਵਿੱਚ ਵੀ ਇੱਕ ਜਪਜੀ ਸਾਹਿਬ ਦਾ ਟੀਕਾ ਸੀ, ਇੱਕ ਭਾਈ ਰਛਪਾਲ ਸਿੰਘ ਹੋਣਾ ਨੇ ਖਾਲਸਾ ਜੀਵਨ ਕਿਤਾਬ ਕਲਮਬੰਦ ਕੀਤੀ ਸੀ, ਸੰਤ ਕਰਤਾਰ ਸਿੰਘ ਹੋਣਾ ਨੇ ਲਿਖਾਈ ਸੀ, ਜੀ, ਤੇ ਇੱਕ ਸੂਟ 100 ਰੁਪਈਆ ਡਰਾਈ ਫਰੂਟ ਮੇਰਾ ਸਗਨ ਗਿਆ ਜਿਹੜਾ। ਜੀ, ਵੀਰਾ ਵੀ ਤੇ ਛੋਟੀ ਭੈਣ ਦਾ ਵੀ, ਉਹ ਜਥੇ ਦਾ ਸਿੰਘ ਸੀਗਾ। ਜੀ, ਤੇ ਇਦਾਂ ਕਰਕੇ 20 ਫਰਵਰੀ 1983 ਨੂੰ ਮੇਰਾ ਆਨੰਦ ਕਾਰਜ ਹੋ ਗਿਆ, ਤੇ ਅਸੀਂ ਸੰਤ ਜਰਨੈਲ ਸੋਹਣਾ ਦੇ ਕੋਲ ਇਹਨਾਂ ਨੇ ਆਪਣੇ ਹੱਥੀਂ ਸਾਡਾ ਆਨੰਦ ਕਾਰਜ ਕੀਤਾ, ਤੇ ਅਸੀਂ ਉੱਥੇ ਮੈਂ ਇੱਥੇ ਆ ਗਈ ਤੇ ਛੋਟੀ ਭੈਣ ਮੈਂ ਇੱਥੇ। ਜੀ, ਤੇ ਫਿਰ ਇਹ ਜਿਹੜੇ ਹੁਣ ਮਹਾਂਪੁਰਸ਼ਾਂ ਦੇ ਪੀਏ ਸੀਗੇ, ਮਤਲਬ ਇੰਨਾ ਪੜ੍ਹੇ ਲਿਖੇ ਸਿਆਣੇ ਸਮਝਦਾਰ, ਇੱਥੋਂ ਤੱਕ ਵੀ ਬੇਟੇ ਅਸੀਂ 1 ਸਾਲ 3 ਮਹੀਨੇ ਅਸੀਂ ਇਕੱਠੇ ਵੀ ਰਹੇ, ਬੱਚਾ ਵੀ ਹੋ ਗਿਆ। ਤੇ ਪਰ ਇੱਕ ਗੱਲ ਵਿਚਾਰਨ ਵਾਲੀ ਹੈ ਵੀ ਮੈਂ ਉਹਨਾਂ ਨੂੰ ਸਾਰਾ ਸਾਲ ਇਹ ਨਹੀਂ ਪੁੱਛਿਆ ਤੁਹਾਡੀ ਐਜੂਕੇਸ਼ਨ ਕੀ ਹੈ, ਜੀ, ਪੁੱਛੇ ਤੁਹਾਡੀ ਪ੍ਰਾਪਰਟੀ ਕੀ ਆ, ਜਾਂ ਸਾਡਾ ਕੋਈ ਘਰ ਘਟ ਹੈਗਾ ਕਿ ਨਹੀਂ ਹੈਗਾ। ਜੀ, ਬਿਲਕੁਲ ਕੁਛ ਨਹੀਂ ਪੁੱਛਿਆ। ਜੀ, ਮੇਰਾ ਘਰ ਗੁਰੂ ਰਾਮਦਾਸ ਦਾ ਘਰ ਹੀ ਸੀਗਾ, ਤੇ ਸੰਤ ਜਰਨੈਲ ਸੋਹਣੀ ਮੇਰਾ ਪੇਕੇ ਸਹੁਰੇ ਮੇਰੇ ਸੰਤ ਜਰਨੈਲ ਸੋਹਣਾ ਨੂੰ ਮੈਂ ਆਪਣਾ ਮਤਲਬ ਦਿਲੋਂ ਮੰਨ ਲਿਆ ਸੀਗਾ, ਤੇ ਉਹਨਾਂ ਦੇ ਅੱਗੇ ਸਰੈਂਡਰ ਕਰਤਾ ਸੀਗਾ ਵੀ ਇਹ ਸਾਡਾ ਕੌਮੀ ਜਰਨੈਲ ਜੋ ਕਹੇਗਾ, ਜੋ ਇਸ਼ਾਰਾ ਕਰੇਗਾ, ਅਸੀਂ ਕਾਟਕੀ ਪੁੱਤਰੀ ਵਾਂਗ ਅਸੀਂ ਜੀ ਹਜ਼ੂਰੀ ਕਰਨੀ ਆ ਇਹਨਾਂ ਦੀ ਬਸ। ਜਨਰਲ ਸੁਬੇਗ ਸਿੰਘ ਵੀ ਤੁਹਾਨੂੰ ਧੀ ਮੰਨਦੇ ਸੀ? ਹਾਂਜੀ, ਉਹ ਵੀ ਬੇਟੀ ਮੰਨਦੇ ਸੀ। ਮੈਨੂੰ ਉੱਥੇ ਆ ਕੇ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਮੈਨੂੰ ਜੱਥੇ ਦੇ ਵਿੱਚ, ਕਿਉਂਕਿ ਸੰਤ ਜਰਨੈਲ ਸੋਹਣਾ ਦੇ ਬੜਾ ਕਰੀਬ ਸੀਗੇ। ਸੰਤ ਜਰਨੈਲ ਸੋਹਣੇ ਬੜਾ ਸਤਿਕਾਰ ਕਰਦੇ ਸੀ। ਉਹਨਾਂ ਨੇ ਤੇ ਇੱਕ ਦਿਨ ਇੱਥੋਂ ਤੱਕ ਵੀ ਕਹਿਤਾ ਸੀਗਾ ਵੀ ਹੋਰ ਕਿਸੇ ਵੀ ਬੀਬੀ ਦੇ ਖਿਲਾਫ ਕੋਈ ਸ਼ਬਦ ਸੁਣ ਸਕਦਾ, ਪਰ ਇਸ ਬੀਬੀ ਦੇ ਖਿਲਾਫ ਇੱਕ ਸ਼ਬਦ ਨਹੀਂ ਸੁਣ ਸਕਦਾ ਮੈਂ, ਮਤਲਬ ਜੱਥੇ ਦੇ ਸਿੰਘਾਂ ਨੂੰ। ਤੇ ਮੈਨੂੰ ਕਹਿੰਦੇ ਸੀ ਵੀ ਇਹ ਤੁਹਾਡੇ ਵਰਗੀਆਂ ਬੀਬੀ ਜੀ, ਇਹ ਤੁਹਾਡੇ ਵਰਗੀਆਂ ਸਾਰੀਆਂ ਆਪਣੇ ਵਰਗੀਆਂ ਇਹਨਾਂ ਨੂੰ ਬੀਬੀਆਂ ਸਮਝਣਾ, ਜੱਥੇ ਦੇ ਸਿੰਘਾਂ ਨੂੰ ਮਰਦ ਇੱਕ ਆਪਣਾ ਪਤੀ ਆ। ਮਤਲਬ ਇਹੋ ਜਿਹੀ ਸਿੱਖਿਆ ਸਾਨੂੰ ਉੱਥੇ ਮਿਲੀ ਸੀਗੀ। ਤੇ ਅਸੀਂ ਦਿਨ ਰਾਤ ਫਿਰ ਉੱਥੇ ਰਹਿੰਦੇ ਸੀ, ਮਹਾਂਪੁਰਸ਼ਾਂ ਦਾ ਪ੍ਰਸ਼ਾਦਾ ਪਕਾਉਂਦੇ ਸੀਗੇ, ਜੋ ਸਾਨੂੰ ਹੁਕਮ ਹੁੰਦਾ ਸੀ ਅਸੀਂ ਕਰਦੇ ਸੀ। ਤੇ ਉਹਨਾਂ ਦੀ ਡਾਕ ਵੀ ਚੈੱਕ ਕਰਦੇ ਸੀਗੇ ਮਹਾਂਪੁਰਸ਼ਾਂ ਦੀ, ਤੇ ਕਮਰਿਆਂ ਦਾ ਵੀ ਨਵੇਂ ਜਿਹੜੇ ਰੋਜ਼ ਸੰਤ ਨਾਲੇ ਸੰਘਰਸ਼ ਲੜ ਰਹੇ ਸੀ, ਨਾਲੇ ਕੌਮ ਦੀ ਲੜਾਈ ਲੜ ਰਹੇ ਸੀਗੇ, ਤੇ ਨਾਲੇ ਰੋਜ਼ ਸਿੰਘਾਂ ਦੇ ਵਿਆਹ ਵੀ ਰੱਖ ਲੈਂਦੇ ਸੀ। ਸ਼ਾਮੀ 5-5 ਰੁਪਈਏ ਦੇ ਦੇਣੇ ਕੁੜੀ ਮੁੰਡੇ ਨੂੰ, ਤੇ ਕਹਿਣਾ ਸਵੇਰੇ ਆਨੰਦ ਕਾਰਜ ਕਰ ਲਓ। ਉਹਨਾਂ ਨੇ ਕਹਿਣਾ ਕੱਪੜੇ ਬਣਾਉਣ ਦਾ ਟਾਈਮ ਦੇ ਦਿਓ, ਕਹਿਣਾ ਬੀਬੀ ਨੂੰ ਲੈ ਜਾਓ, ਉਹ ਕਰ ਲੂਗੀ ਸਾਰਾ ਪ੍ਰਬੰਧ। ਕਈ ਵਾਰੀ ਅਸੀਂ ਰਾਤ ਕੱਪੜੇ ਸੁਆ ਕੇ ਲਿਆ ਕੇ ਤੇ ਅਸੀਂ ਸਵੇਰੇ ਜੋੜੇ ਨੂੰ ਅਸੀਂ ਫੇਰਿਆਂ 'ਤੇ ਬਿਠਾਉਂਦੇ ਰਹੇ ਹਾਂ। ਮਤਲਬ ਇੱਦਾਂ ਦਾ ਉੱਥੇ ਮਾਹੌਲ ਸੀਗਾ। ਮਤਲਬ ਇਹੋ ਜਿਹੀ ਉਹ ਕੌਮੀ ਜਰਨੈਲ ਦੀ ਸ਼ਖਸੀਅਤ ਸੀਗੀ ਬਈ ਉਹਦੇ ਸਾਹਮਣੇ ਨਾ ਤਾਂ ਕੋਈ ਝੂਠ ਬੋਲ ਸਕਦਾ ਸੀ, ਤੇ ਨਾ ਹੀ ਉਹਦੇ ਸਾਹਮਣੇ ਕਿਸੇ ਦੀ ਜੁਰਤ ਪੈਂਦੀ ਸੀਗੀ ਵੀ ਮੈਂ ਕਿਸੇ ਦੀ ਸ਼ਿਕਾਇਤ ਲਾਵਾਂ। ਉਹ ਜਾਣੀ ਜਾਣ ਬਾਪੂ ਸੀਗਾ, ਉਹਨੂੰ ਦੱਸਣ ਦੀ ਲੋੜ ਨਹੀਂ ਸੀ, ਉਹ ਕਿਸੇ ਦੀ ਜਾਣਕਾਰੀ ਦਾ ਮੁਹਤਾਜ ਨਹੀਂ ਸੀ। ਮਤਲਬ ਇੰਨੀ ਬੰਦਗੀ ਵਾਲਾ ਉਹ ਜਰਨੈਲ, ਤੇ ਇੰਨਾ ਮਤਲਬ ਸੱਚ ਦਾ ਲੰਬਰਦਾਰ, ਮਤਲਬ ਕਥਨੀ ਤੇ ਕਰਨੀ ਦਾ ਪੂਰਾ ਜਿਹੜਾ ਬਚਨ ਕਰ ਦਿੰਦੇ ਸੀ ਉਹ ਸਿਰੇ ਲਾਉਂਦੇ ਸੀਗੇ ਜੋ ਵੀ। ਫਿਰ ਉਹ ਇੱਕ ਇਹੋ ਜਿਹੀ ਸਰਕੂਲਰ ਸ਼ਖਸੀਅਤ ਸੀਗੀ ਵੀ ਉਹਨਾਂ ਨੇ ਕਹਿਣਾ ਵੀ ਕਈ ਵਾਰੀ ਅਸੀਂ ਸੁਣਨਾ ਸੰਤਾਂ ਨੇ ਕਹਿਣਾ ਵੀ ਈਸਾਈ ਜਿਹੜਾ ਆਪਣੇ ਧਰਮ 'ਚ ਪੱਕਾ ਰਹੇ ਉਹ ਮੇਰਾ ਭਰਾ, ਜਿਹੜਾ ਮੁਸਲਮਾਨ ਆਪਣੇ ਧਰਮ 'ਚ ਪੱਕਾ ਰਹੇ ਉਹ ਮੇਰਾ ਭਰਾ, ਜਿਹੜਾ ਹਿੰਦੂ ਆਪਣੇ ਧਰਮ 'ਚ ਪੱਕਾ ਰਹੇ ਉਹ ਮੇਰਾ ਭਰਾ। ਇਸ ਤੋਂ ਵੱਧ ਕੋਈ ਕੀ ਕਰ ਸਕਦਾ ਹੈ? ਉਹ ਬਾਜਾਂ ਵਾਲੇ ਪਿਤਾ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਮਿਸ਼ਨ ਦੇ ਉੱਤੇ ਉਹ ਆਪਣੇ ਰੋਮ ਕਰਕੇ ਮਤਲਬ ਪ੍ਰਵਾਨ ਚੜ੍ਹੇ, ਤੇ ਉਹਨਾਂ ਨੇ ਨਿਭਾਇਆ, ਹਰ ਵਚਨ ਨਿਭਾਇਆ, ਤੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਪਹਿਰਾ ਦਿੱਤਾ। ਤੇ ਪੰਥ ਪ੍ਰਸਤੀ ਉਹਨਾਂ ਦੇ ਅੰਦਰ ਖੂਨ ਦੇ ਵਿੱਚ ਇੰਨਾ ਜ਼ਿਆਦਾ ਦ੍ਰਿੜ ਇਰਾਦਾ। ਫਿਰ ਉਹਨਾਂ ਦੇ ਸੰਗੀ ਸਾਥੀ ਵੀ ਜਿਹੜੇ ਸੀ ਬਹੁਤ ਚੜ੍ਹਦੀ ਕਲਾ ਦੇ ਸਿੰਘ ਸੀਗੇ, ਬਹੁਤ ਬਾਣੀ ਪੜ੍ਹਨ ਵਾਲੇ, ਬੜੇ ਬੰਦਗੀ ਵਾਲੇ, ਤੇ ਬੜੇ ਸੱਚੇ ਸੁੱਚੇ ਸੀਗੇ। ਬਹੁਤ ਜ਼ਿਆਦਾ ਦ੍ਰਿੜ ਵਿਸ਼ਵਾਸ ਸੀ ਉਹਨਾਂ ਨੂੰ ਆਪਣੇ ਜਰਨੈਲ ਦੇ ਉੱਤੇ, ਔਰ ਮਰ ਮਿਟਣ ਵਾਲੇ। ਉਹ 4 ਜੂਨ ਨੂੰ ਹੀ ਫਿਰ ਤੇ ਪਤਾ ਲੱਗਿਆ ਸੀਗਾ ਵੀ ਕਿੰਨੇ ਕਿਵੇਂ ਨਿਭੇ ਤੇ ਨਿਭਾਏ ਉਹਨਾਂ ਨੇ। ਤੇ ਮਾਤਾ ਜੀ, ਜੂਨ 1984 ਦਾ 1 ਜੂਨ ਤੋਂ ਲੈ ਕੇ ਜੋ 6 ਜੂਨ ਤੱਕ ਸਰਕਾਰ ਦਾ ਤਸ਼ੱਦਦ ਚੱਲਿਆ ਉੱਥੇ,
ਤਾਂ ਉਸ ਦੇ ਤੁਸੀਂ ਆਈ ਵਿਟਨੈਸ ਹੋ। 1 ਜੂਨ ਤੋਂ ਲੈ ਕੇ 6 ਜੂਨ ਤੱਕ ਕੀ ਹੋਇਆ ਉੱਥੇ? ਜਦੋਂ ਅਸੀਂ ਅਜੇ ਨਾਨਕ ਨਿਵਾਸ ਦੇ ਵਿੱਚ ਹੀ ਸੀਗੇ ਉਦੋਂ ਤੱਕ ਬਹੁਤ ਜ਼ਿਆਦਾ ਘਿਨਾਉਣੀਆਂ ਚਾਲਾਂ ਚੱਲ ਚੁੱਕੇ ਸੀਗੇ ਜੀ। ਬਹੁਤ ਜ਼ਿਆਦਾ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਅੰਦਰ ਜੀ। ਵੀ ਕਿਸੇ ਤਰ੍ਹਾਂ ਇਹ ਆਪਸ ਵਿੱਚ ਹੀ ਅੰਦਰ ਉਲਝ ਕੇ ਮਰ ਜਾਣ ਜੀ। ਤੇ ਸਰਕਾਰ ਦੇ ਮੱਥੇ ਕਲੰਕ ਨਾ ਲੱਗੇ। ਸਰਕਾਰ ਨੇ ਬਹੁਤ ਚਾਲਾਂ ਚੱਲੀਆਂ ਜੀ। ਤੇ ਸੰਤ ਜਰਨੈਲ ਸਿੰਘ ਮਤਲਬ ਕਹਿੰਦੇ ਰਹੇ ਆ, ਐਲਾਨੀਆਂ ਕਹਿ ਦਿੰਦੇ ਰਹੇ ਵੀ ਸਾਡੀ ਲੜਾਈ ਜਿਹੜੀ ਉਹ ਸੈਂਟਰ ਗਵਰਨਮੈਂਟ ਦੇ ਨੇ ਸਾਡੇ ਹੱਕ ਮਾਰੇ ਤੇ ਸਾਡੀ ਲੜਾਈ ਦਿੱਲੀ ਨਾਲ ਆ ਜੀ। ਅਸੀਂ ਘਰ 'ਚ ਨਹੀਂ ਉਲਝਣਾ। ਜੀ। ਜੇ ਕਿਸੇ ਨੇ ਕਹਿ ਦੇਣਾ ਵੀ ਆ ਬੰਦਾ ਸਾਨੂੰ ਪਤਾ ਇਹ ਬੰਦਾ ਗਦਾਰ ਹੈ, ਇਸ ਪੁਲਿਸ ਨਾਲ ਰਲਿਆ ਜੀ, ਤੇ ਕਹਿਣਾ ਵੀ ਇਹਨੂੰ ਇਹਦੇ ਨਾਲ ਉਨੀ ਕੀ ਭੇਦ ਦੀ ਗੱਲ ਕਰੋ ਵੀ ਇਹਨੂੰ ਗਦਾਰ ਕਹਿ ਕੇ ਮਾਰਨਾ ਨਾ ਪਵੇ ਜੀ। ਇਸ ਤੋਂ ਵੱਧ ਕੀ ਹੋ ਸਕਦਾ ਜੀ। ਤੇ ਇਹੋ ਜਿਹੇ ਹਾਲਾਤ ਬਣਾਏ ਉੱਥੇ। ਕਈ ਵਾਰੀ ਟਕਰਾਅ ਹੁੰਦਾ ਬਚਿਆ। ਬਾਦਲ ਪਲੈਨਿੰਗ ਕਰ ਰਹੇ ਸੀਗੇ, ਬਾਕੀ ਇੰਪਲੀਮੈਂਟ ਕਰ ਰਹੇ ਸੀ। ਜੀ। ਸੰਤ ਜਰਨੈਲ ਸਿੰਘ ਦੀ ਤਾਕਤ ਘਟਾਉਣ ਵਾਸਤੇ ਉਹਨਾਂ ਨੇ ਬਹੁਤ ਚਾਲਾਂ ਚੱਲੀਆਂ। ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਧਰੋਂ ਸੁਰਿੰਦਰ ਸੋਢੀ ਦਾ ਕਤਲ ਕਰਵਾ ਦਿੱਤਾ। ਇੱਕ DIG ਦਾ ਕਤਲ ਹੁੰਦਾ ਆ ਦਰਬਾਰ ਸਾਹਿਬ ਦੇ ਸਾਹਮਣੇ ਘੰਟਾ ਘਰ ਵਾਲੇ ਪਾਸੇ, ਜਦ ਕਿ ਉਹ ਜਥੇ ਦੇ ਸਿੰਘਾਂ ਦਾ ਕੋਈ ਕੰਮ ਨਹੀਂ ਸੀਗਾ। ਮਤਲਬ ਹਰ ਕਿਤੇ ਕਿਸੇ ਦਾ ਕੋਈ ਕੁੱਕੜ ਵੀ ਕੋਈ ਕੱਢ ਕੇ ਲੈ ਜਾਂਦਾ ਸੀ ਤੇ ਕਹਿੰਦੇ ਸੀ ਭਿੰਡਰਾਂ ਵਾਲੇ ਨੇ ਕੀਤਾ ਸਾਰਾ ਕੁਝ। ਬੱਸਾਂ ਦੇ ਵਿੱਚੋਂ ਕੱਢ ਕੇ ਹਿੰਦੂਆਂ ਦੇ ਕਤਲ ਕਰਵਾ ਕੇ ਵੀ ਸਰਕਾਰ ਨੇ ਸੰਤ ਜਰਨੈਲ ਸਿੰਘ ਦੇ ਖਾਤੇ 'ਚ ਪਾਏ, ਜਦ ਕਿ ਉਹ ਸਾਰੇ ਧਰਮਾਂ ਦੇ ਹਿਤੈਸ਼ੀ ਸੀਗੇ, ਸਭ ਧਰਮਾਂ ਦਾ ਸਤਿਕਾਰ ਕਰਦੇ ਸੀਗੇ, ਪਰ ਆਪਣੇ ਧਰਮ ਦੇ ਅਨੁਯਾਈ ਸੀ। ਜੀ। ਜਦੋਂ ਇਹ ਨਾਨਕ ਨਿਵਾਸ ਖਾਲੀ ਹੁੰਦਾ ਉਦੋਂ ਵੀ ਇੱਕ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਸੰਤ ਜਰਨੈਲ ਸਿੰਘ ਨੇ ਕਿਹਾ ਵੀ ਨਹੀਂ, ਅਸੀਂ ਆਪਸ ਵਿੱਚ ਨਹੀਂ ਉਲਝਣਾ, ਤੁਸੀਂ ਨਾਨਕ ਨਿਵਾਸ ਖਾਲੀ ਕਰ ਦਿਓ। ਉਹ ਇਹੀ ਚਾਲ ਸੀਗੀ ਵੀ ਆਪਸ ਵਿੱਚ ਲੜ ਕੇ ਮਰ ਜਾਣਗੇ। ਤੇ ਹੁਣ ਟਾਈਮ ਥੋੜਾ ਇਸ ਕਰਕੇ ਸਾਰੀ ਗੱਲ ਡਿਟੇਲ ਵਿੱਚ ਨਹੀਂ ਹੋ ਸਕਣੀ। ਤੇ ਸੰਤ ਜਰਨੈਲ ਸਿੰਘ ਆਪਣੇ ਜਥੇ ਦੇ ਸਿੰਘਾਂ ਨੂੰ ਲੈ ਕੇ ਪਰਿਕਰਮਾ 'ਚ ਚਲੇ ਗਏ। ਆਪ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਇੱਕ ਕਮਰਾ ਸੀਗਾ ਜਿਹਦੇ ਵਿੱਚ ਸੰਤਾਂ ਨੇ ਆਪਣਾ ਕਸ਼ਹਿਰਾ ਤੋਲੀਆ ਰੱਖ ਲਿਆ। ਨਾਨਕ ਨਿਵਾਸ ਤੋਂ ਉੱਧਰ ਚਲੇ ਗਏ ਸੀ ਅਕਾਲ ਤਖਤ ਸਾਹਿਬ? ਹਾਂਜੀ, ਖਾਲੀ ਕਰਤਾ ਸੀਗਾ। ਤੇ ਖਾਲੀ ਕਰਵਾਉਣ ਵਾਲੇ ਕੌਣ ਸੀ? ਅਕਾਲੀ ਸੀ। ਅਕਾਲੀ ਚਾਲਾਂ ਚੱਲ ਰਹੇ ਸੀ। ਇਹ ਉਹਨਾਂ ਦੇ ਹੱਥ ਟੁੱਕੇ ਬਣ ਗਏ ਸੀ ਬੀਬੀ ਇੰਦਰਾ ਦੇ। ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਜੇ ਸੰਤ ਜਰਨੈਲ ਸਿੰਘ ਆਪਣਾ ਸੰਘਰਸ਼ ਜਿਹੜਾ ਹੈ ਉਹ ਜਿੱਤ ਜਾਂਦੇ ਨੇ ਤੇ ਕਾਮਯਾਬ ਹੋ ਜਾਂਦੇ ਨੇ, ਸਫਲ ਹੋ ਜਾਂਦੇ ਨੇ, ਤੇ ਸਾਡਾ ਕੋਈ ਥਾਂ ਨਹੀਂ ਬਚਦਾ। ਤੇ ਸਰਕਾਰ ਨੇ ਉਹਨਾਂ ਨੂੰ ਪਹਿਲੇ ਹੀ ਲਾਲਚ ਦਿੱਤੇ ਹੋਏ ਸੀ ਕਿ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ, ਕਿਸੇ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਾ ਤੇ ਕਿਸੇ ਨੂੰ ਚੀਫ ਮਿਨਿਸਟਰੀ ਦਾ। ਤੇ ਇਹ ਲਾਲਚੀ ਮਨੁੱਖ ਸੀਗੇ, ਸਾਰੇ ਡਰਪੋਕ ਸੀਗੇ ਲੋਕ, ਇਹ ਖੁਦ ਗਰਜ ਸੀਗੇ, ਸਵਾਰਥੀ ਸੀਗੇ। ਤੇ ਸਰਕਾਰ ਦੇ ਹੱਥ ਟੁੱਕੇ ਬਣ ਗਏ ਤੇ ਇਹਨਾਂ ਤੋਂ ਬਚਣਾ ਸਭ ਤੋਂ ਵੱਧ ਔਖਾ ਹੋ ਗਿਆ ਸੀ। ਉਹਦੀ ਉਸੇ ਵਜ੍ਹਾ ਕਰਕੇ ਫਿਰ ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋਇਆ ਵੀ ਆਪਸ ਵਿੱਚ ਉਲਝਣਗੇ। ਫਿਰ ਵੀ ਸੰਤ ਜਰਨੈਲ ਸਿੰਘ ਮਤਲਬ ਉਹਨੂੰ ਮਤਲਬ ਲੈ ਗਏ, ਸ਼ਾਂਤ ਰੱਖਿਆ ਮਾਹੌਲ ਵੀ ਦਿੱਲੀ ਵਾਲਿਆਂ ਨੂੰ ਮੌਕਾ ਨਹੀਂ ਦੇਣਾ। ਭਾਵੇਂ ਉਹ ਦੁਸ਼ਟ ਸਾਰੇ ਮਾਰ ਦਿੱਤੇ, ਕੋਈ ਨਹੀਂ ਛੱਡਿਆ ਜਿਨ੍ਹਾਂ ਨੇ ਸੋਢੀ ਦਾ ਕਤਲ ਕੀਤਾ, ਭਾਵੇਂ ਕੋਈ ਨਹੀਂ ਰਿਹਾ, ਪਰ ਇਹ ਹੈ ਵੀ ਹਾਲਾਤ ਮਾਹੌਲ ਨਹੀਂ ਅੰਦਰ ਦਾ ਵਿਗੜਨ ਦਿੱਤਾ। ਸੰਤਾਂ ਨੇ ਇੱਕ ਵਾਰੀ ਮੈਨੂੰ ਇਹ ਗੱਲ ਕਹਿ ਦਿੱਤੀ ਸੀਗੀ ਵੀ ਬੀਬੀ ਮੇਰੇ ਤੇ ਭਾਣਾ, ਜੇ ਕੋਈ ਮੇਰੇ ਤੇ ਭਾਣਾ ਵਰਤ ਗਿਆ ਤੇ ਤੂੰ ਸੁਣ ਕੇ 5 ਜਕਾਰੇ ਛੱਡੀ, ਅਸੀਂ ਹੁਣ ਤੁਹਾਨੂੰ ਫਤਿਹ ਬੁਲਾ ਜਾਣੀ। ਤੇ ਜੇ ਤੂੰ ਰੋਈ ਤੇ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡ ਹੈ। ਇੰਨਾ ਮਾਣ ਕਰਦੇ ਸੀ ਮੇਰੇ ਤੇ ਸੰਤਾਂ ਨੇ ਘੱਲੂਘਾਰੇ ਤੋਂ ਪਹਿਲਾਂ ਕਿਹਾ? ਹਾਂਜੀ, ਉਦੋਂ ਅਸੀਂ ਨਾਨਕ ਨਿਵਾਸ 'ਚ ਸੀਗੇ। ਜਦੋਂ ਅਜੇ ਮਤਲਬ 2-4 ਦਿਨਾਂ ਬਾਅਦ ਹੀ ਉੱਥੋਂ ਆਪਾਂ ਚਲੇ ਗਏ ਆ ਨਾਨਕ ਨਿਵਾਸ 'ਚੋਂ। ਤੇ ਮੈਨੂੰ ਕਹਿੰਦੇ ਵੀ ਤੁਸੀਂ ਸੁਣ ਕੇ 5 ਜਕਾਰੇ ਛੱਡਣੇ ਆ, ਜੇ ਰੋਈ ਤੇ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡ ਆ। ਤੇ ਮੈਂ ਕਿਹਾ ਜੀ ਇਹ ਮੇਰੀ ਕੀ ਔਕਾਤ ਹੈ ਵੀ ਤੁਸੀਂ ਭਾਣੇ ਵਰਤਾਓ ਤੇ ਮੈਂ ਜਕਾਰੇ ਛੱਡਾਂ, ਮੇਰੇ ਸਿਰ ਤੇ ਹੱਥ ਰੱਖੋ, ਬਾਕੀ ਅਸੀਂ ਤੁਹਾਡੇ ਨਾਲ ਰਹਿਣਾ, ਅਸੀਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ, ਅਸੀਂ ਨਾਲ ਹੀ ਮਰਨਾ। ਜਦੋਂ ਮੈਂ ਇਹ ਗੱਲ ਕਹੀ ਵੀ ਅਸੀਂ ਨਾਲ ਹੀ ਮਰਨਾ, ਅਸੀਂ ਕਿਤੇ ਨਹੀਂ ਜਾਣਾ, ਤੇ ਸੰਤ ਕਹਿੰਦੇ ਅਜੇ ਤੁਸੀਂ ਬਹੁਤ ਕੁਝ ਕਰਨਾ। ਇਹ ਬਚਨ ਉਹਨਾਂ ਨੇ ਮੈਨੂੰ ਕਹੇ। ਚਲੋ ਖੈਰ, ਅੱਜ ਵੀ ਉਹ ਮੇਰੇ ਕੰਨਾਂ ਦੇ ਵਿੱਚ ਉਵੇਂ ਉਹਨਾਂ ਦੇ ਬਚਨ ਜਿਹੜੇ ਆ ਉਹ ਗੂੰਜਦੇ ਆ। ਤੇ ਫਿਰ ਜਦੋਂ ਅੰਦਰ ਚਲੇ ਗਏ ਫਿਰ ਸੰਘਰਸ਼ ਚੱਲਦਾ ਰਿਹਾ, ਹਾਲਾਤ ਦਿਨ ਬ ਦਿਨ ਵਿਗੜਦੇ ਰਹੇ। ਇਹ ਅਕਾਲੀ ਚਾਲਾਂ ਚੱਲਦੇ ਰਹੇ ਆਪਣੀਆਂ। ਤੇ ਅਖੀਰ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਕਿਸੇ ਤਰ੍ਹਾਂ ਵੀ ਨਹੀਂ, ਮਤਲਬ ਸਾਡੀ ਕੋਈ ਸੁਣਦਾ ਨਹੀਂ ਤੇ ਕਿਸੇ ਤਰ੍ਹਾਂ ਵੀ ਢਾਲਾ ਨਹੀਂ ਹੁੰਦਾ ਤੇ ਕਿਸੇ ਤਰ੍ਹਾਂ ਵੀ ਇਹ ਗੁੰਮਰਾਹ ਨਹੀਂ ਹੁੰਦਾ, ਤੇ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਚਿੱਠੀਆਂ ਲਿਖ ਪਾਈਆਂ। ਅੱਜ ਤਾਂ ਸਾਰੀਆਂ ਜਨਤਕ ਹੋ ਗਈਆਂ ਨੇ।
ਚਿੱਠੀਆਂ ਲਿਖ ਕੇ ਪਾ ਕੇ ਦਿੱਲੀ ਵਾਲਿਆਂ ਨੂੰ ਕਿਹਾ ਵੀ ਤੁਸੀਂ ਹੁਣ ਆਪ ਦੀ ਕਾਰਵਾਈ ਕਰ ਲਓ, ਸਾਡੇ ਹੱਥ ਖੜੇ ਨੇ ਜੀ। ਵੀ ਸਾਡੀ ਕੋਈ ਪੇਸ਼ ਨਹੀਂ ਜਾਂਦੀ ਉਹਦੇ ਅੱਗੇ। ਇਸ ਦੇ ਵਿੱਚ ਬਘਿਆੜ ਤੱਕ ਸੰਜਨ ਐਲਸ ਹੋਣਾ ਨੂੰ ਕਿਹਾ ਉਹਨਾਂ ਨੇ। ਇਸ ਦੇ ਵਿੱਚ ਚਿੱਠੀਆਂ ਪਾਈਆਂ ਕਿਹੜੇ ਲੀਡਰ ਨੇ ਜੀ? ਇਹਨਾਂ ਨੇ ਲੌਂਗੋਵਾਲ ਹੋਣਾ ਨੇ, ਰਾਮੂਵਾਲੀ ਹੋਣਾ ਨੇ, ਹੋਰ ਕਿਹਨਾਂ ਨੇ ਪਾਣੀਆਂ ਸੀ? ਟੋੜੇ ਹੋਣਾ ਨੇ ਜੀ। ਇਹ ਸਾਰੇ ਲੀਡਰ ਟੋੜਾ, ਬਰਨਾਲਾ, ਲੌਂਗੋਵਾਲ, ਰਾਮੂਵਾਲੀਆ, ਇਹ ਸਾਰੇ। ਫਿਰ ਇਹਨਾਂ ਦੇ ਨਾਲ ਇੱਕ ਹੋਰ ਖਜ਼ਾਨਾ ਮੰਤਰੀ ਬਲਵੰਤ ਸਿੰਘ ਸੀਗਾ, ਕੋਈ ਇੱਕ ਤਰਨਤਾਰਨੀ ਸੀਗਾ, ਇਹ ਸਾਰੇ ਰਲੇ ਹੋਏ ਸੀਗੇ। ਬਾਦਲ ਨੇ ਪਲੈਨਿੰਗ ਕੀਤੀ ਸਾਰੀ ਜੀ, ਤੇ ਇਹ ਅੰਦਰ ਰਹੇ ਜੀ। ਸੰਤਾਂ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਚੱਲਿਆ ਵੀ ਸੰਤਾਂ ਨੂੰ ਕਿਹਾ ਗਿਆ ਵੀ ਇਹ ਕਾਂਗਰਸ ਦੇ ਏਜੰਟ ਨੇ, ਪਰ ਇਹ ਦੇਖੋ ਕਿਸੇ ਨੂੰ ਜੇ ਕਿਸੇ ਔਰਤ ਨੂੰ ਮਤਲਬ ਜਲੀਲ ਕਰਨਾ ਹੋਵੇ ਤੇ ਔਰਤ ਦੀ ਕੀਤੀ ਕਰਾਈ ਖੂਹ 'ਚ ਪਾਣੀ ਹੋਵੇ ਤੇ ਉਹਨੂੰ ਕਹਿ ਦਿਓ ਵੀ ਇਹਦਾ ਕਰੈਕਟਰ ਲੂਜ਼ ਹੈ ਜੀ। ਤੇ ਜੇ ਕਿਸੇ ਕੌਮੀ ਯੋਧੇ ਦਾ ਜੀ ਮਤਲਬ ਉਹਨੂੰ ਡਾਊਨ ਕਰਨਾ ਹੋਵੇ ਤੇ ਉਹਨੂੰ ਕਹਿ ਦਿਓ ਵੀ ਉਹ ਕਾਂਗਰਸ ਦਾ ਏਜੰਟ ਹੈ ਜਾਂ ਕਿਸੇ ਹੋਰ ਦਾ ਏਜੰਟ ਹੈ ਜੀ। ਜੇ ਕਾਂਗਰਸ ਦਾ ਏਜੰਟ ਹੀ ਤੇ ਕਾਂਗਰਸ ਨੇ ਮਾਰਿਆ ਕਿਉਂ ਜੀ? ਕਾਂਗਰਸ ਮਾਰਨ ਕਿਉਂ ਗਈ ਜੀ? 6.5 ਲੱਖ ਫੌਜ ਲੈ ਕੇ ਗਈ ਜੀ। ਜੋ ਕਾਂਗਰਸ ਦਾ ਏਜੰਟ ਹੁੰਦਾ ਤੇ ਸਰਕਾਰ ਨੂੰ ਇੰਨਾ ਪਿਆ ਹੁੰਦਾ ਜੀ। ਫਿਰ 37 ਗੁਰਦੁਆਰੇ ਸਾਹਮਣੇ ਨਾਲ ਜੀ, 37 ਗੁਰਦੁਆਰਿਆਂ ਦੇ ਉੱਤੇ ਅਟੈਕ ਹੋਇਆ, ਕੋਈ ਇਕੱਲੇ ਸੰਜਨ ਐਲ ਸਿੰਘ ਤੇ ਨਹੀਂ ਹੋਇਆ। ਸੰਤ ਸਿੰਘ ਜੀ। ਸੋ ਹੁਣ ਤੱਕ ਜੋ ਕੌਮ ਨੂੰ ਹੁਣ ਪਤਾ ਲੱਗਣ ਲੱਗਿਆ, ਜੋ ਪਹਿਲਾਂ ਗੁੰਮਰਾਹ ਕੀਤਾ ਗਿਆ, ਜੋ ਪ੍ਰੋਪੇਗੈਂਡਾ ਚਲਾਇਆ ਗਿਆ ਸੰਤਾਂ ਦੇ ਖਿਲਾਫ, ਤਾਂ ਹੁਣ ਲੋਕਾਂ ਦੇ ਵਿੱਚ ਅਜੇ ਬਹੁਤ ਕੁਝ ਪਰਦੇ ਪਿੱਛੇ ਆ ਜੀ, ਬਹੁਤ ਕੁਝ ਪਰਦੇ ਪਿੱਛੇ ਆ ਜੀ। ਅਜੇ ਤਾਂ ਟਾਈਮ ਲੱਗੇਗਾ, ਅਜੇ ਸਮੇਂ ਇਹ ਸਾਰਾ ਕੁਝ ਨੰਗਾ ਹੋ ਜਾਣਾ ਜੀ। ਸੱਚ ਕਦੀ ਲੁਕਦਾ ਨਹੀਂ ਹੁੰਦਾ ਜੀ, ਸੱਚ ਮਰਦਾ ਵੀ ਨਹੀਂ ਤੇ ਸੱਚ ਲੁਕਦਾ ਵੀ ਨਹੀਂ ਜੀ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਸੱਚ ਹੀ ਰਹਿੰਦਾ। ਜਿੰਨਾ ਮਰਜ਼ੀ ਉਹਦੇ ਉੱਤੇ ਤੁਸੀਂ ਚਿੱਕੜ ਪਾ ਲਓ ਜੀ, ਸੱਚ ਮੈਲਾ ਨਹੀਂ ਹੁੰਦਾ ਜੀ। ਸੋ ਮਾਤਾ ਜੀ 1 ਜੂਨ ਤੋਂ ਲੈ ਕੇ ਜੋ 6 ਜੂਨ ਤੱਕ ਅੰਤਰ ਜੀ, 1 ਜੂਨ ਨੂੰ ਜਦੋਂ ਮੇਰੇ ਬੇਟੇ ਦਾ ਜਨਮ ਹੋ ਗਿਆ ਹੈ 19 ਮਈ ਨੂੰ ਜੀ, ਅੰਮ੍ਰਿਤ ਵੇਲੇ 2:30 ਵਜੇ ਉਹਦਾ ਬਰਥ ਹੋਇਆ ਜੀ, ਤੇ ਮੈਂ ਉੱਥੇ ਹੀ ਸੀਗੀ ਜੀ। ਮੈਂ ਆਪਣੇ ਜਿਸ ਦਿਨ ਮੇਰਾ ਆਨੰਦ ਕਾਰਜ ਹੋਇਆ, ਮੈਂ ਉਸ ਦਿਨ ਕਮਿਟਮੈਂਟ ਕਰ ਲਈ ਸੀ ਅਸੀਂ ਦੋਵਾਂ ਜੀਆਂ ਨੇ ਕਿ ਅਸੀਂ ਸੰਜਨ ਐਲਸੋਨਾ ਦਾ ਸਾਥ ਨਹੀਂ ਛੱਡਣਾ ਜੀ। ਸਾਡਾ ਮੋਰਚਾ ਸਫਲ ਹੋ ਜਾਵੇ ਜੀ, ਰਾਜ ਭਾਗ ਮਿਲ ਜਾਵੇ ਜੀ, ਜਾਂ ਸਾਨੂੰ ਜੇਲ੍ਹਾਂ 'ਚ ਜਾਣਾ ਪਵੇ ਜਾਂ ਸਾਨੂੰ ਸ਼ਹਾਦਤਾਂ ਦੇਣੀਆਂ ਪੈਣ ਜੀ, ਅਸੀਂ ਸੰਜਨ ਐਲਸੋਨਾ ਦਾ ਸਾਥ ਨਹੀਂ ਛੱਡਣਾ ਜੀ। ਸਾਡੀ ਕਮਿਟਮੈਂਟ ਸੀਗੀ ਜੀ। ਮੈਂ ਇੱਥੇ ਹੀ ਮੇਰਾ ਬੇਟਾ ਹੋਇਆ ਜੀ, ਅੰਮ੍ਰਿਤਸਰ ਬਾਬਾ ਅਟਲ ਰਾਏ ਸਾਹਿਬ ਵਾਲੀ ਗਲੀ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੀ ਬਰਥ ਹੋਇਆ ਸੀ ਜੀ। ਤੇ ਦਰਬਾਰ ਸਾਹਿਬ ਉਹ ਪ੍ਰਸ਼ਾਦ ਵਾਲੀ ਬਿਲਡਿੰਗ ਦੇ ਉੱਪਰ ਸਾਡੇ ਕੋਲ ਕੁਆਟਰ ਸੀਗਾ ਜਿੱਥੇ ਅਸੀਂ ਰਹਿੰਦੇ ਸੀ ਜੀ। ਇੱਥੇ ਹੀ ਰਹੀ ਮੈਂ। ਪਰ ਸੱਚ ਤਾਂ ਇਹ ਹੈ ਨਾ ਬੇਟੇ ਵੀ ਇੰਨਾ ਜ਼ਿਆਦਾ ਕਿਸੇ ਨੂੰ ਖਦਸ਼ਾ ਹੋਣ ਦੇ ਬਾਵਜੂਦ ਵੀ ਕੋਈ ਇੱਥੋਂ ਤੱਕ ਨਹੀਂ ਸੀ ਸੋਚ ਰਿਹਾ ਵੀ ਸਰਕਾਰ ਇੰਨੀ ਗਿਰ ਜੂਗੀ ਜੀ। ਜਿਸ ਦੇਸ਼ ਨੂੰ ਅਸੀਂ 93% ਕੁਰਬਾਨੀਆਂ ਕਰਕੇ ਆਜ਼ਾਦ ਕਰਵਾਇਆ, ਉਸੇ ਕੌਮ ਨੂੰ ਉਸੇ ਦੇਸ਼ ਦੀ ਫੌਜ ਮਾਰਨ ਆ ਜੂਗੀ ਜੀ, ਤੇ ਅਕਾਲ ਤੱਕ ਘਟਾ ਦੂਗੀ, ਸਾਡੀ ਆਸਥਾ ਹੀ ਸਾਡੀ ਮਿਟਾ ਦੂਗੀ ਮਤਲਬ। ਤੇ ਉਹ ਇੰਨਾ ਨਹੀਂ ਸੀ ਕਦੀ ਵੀ ਕਿਸੇ ਨੇ ਸੋਚਿਆ। ਤੇ ਇਸ ਕਰਕੇ ਹਰ ਬੰਦੇ ਨੂੰ ਇਹ ਸੀਗਾ ਵੀ ਜੋ ਵੀ ਹੋਏਗਾ ਭਾਣੇ 'ਚ ਹੀ ਹੋਣਾ ਜੀ। ਤੇ ਬਾਕੀ ਸੰਤਾਂ ਨਾਲ ਤੇ ਜੇ ਅਸੀਂ ਉੱਥੋਂ ਚਲੇ ਜਾਂਦੇ ਤਾਂ ਫਿਰ ਰਹਿਣਾ ਕਿੰਨੇ ਅਸੀਂ ਜੀ। ਜ਼ਿੰਮੇਵਾਰ ਬੰਦੇ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਵੇ ਉਹ ਤਾਂ ਨਹੀਂ ਜਾ ਸਕਦੇ ਨਾ ਜੀ। ਅੰਦਰ ਸਿੰਘਾਂ ਦੀ ਗਿਣਤੀ ਜੋ ਆਪਾਂ ਬਹੁਤ ਥੋੜੀ ਸੀਗੀ, ਮਤਲਬ ਹੋਏਗੀ ਕੋਈ 125-150 ਸਿੰਘਾਂ ਦੀ ਗਿਣਤੀ। ਕੁਝ ਹਜੂਰ ਸਾਹਿਬ ਤੋਂ ਥੋੜੇ ਪਹਿਲੀ ਜਨਵਰੀ ਮਹੀਨੇ ਆਏ ਸੀਗੇ 29 ਸਿੰਘ ਜੀ, ਤੇ ਬਾਅਦ ਦੇ ਵਿੱਚ ਥੋੜੇ 4-5 ਹੋਰ ਆਏ ਸੀਗੇ। ਉਹ ਸਿੰਘ ਮਤਲਬ ਗੁਰਦੁਆਰਿਆਂ ਦੀ ਸੇਵਾ ਛੱਡ ਕੇ ਆ ਗਏ ਸੀ ਜੀ। ਅਸੀਂ ਗੱਲ ਕਰ ਰਹੇ ਸੀ 1 ਜੂਨ ਨੂੰ ਜਦੋਂ ਦੁਪਹਿਰੇ ਗੋਲੀ ਸ਼ੁਰੂ ਹੋਈ ਹੈ ਤੇ ਰਾਤ ਦੇ 9 ਵਜੇ ਤੱਕ ਚੱਲਦੀ ਰਹੀ। ਕੁਛ ਸਿੰਘ ਸ਼ਹੀਦ ਹੋ ਗਏ 5-7 ਉਦਣ। ਤੇ ਗੱਲ ਵੀ ਕੁਛ ਨਹੀਂ ਸੀ, ਸਿਰਫ ਫੌਜ ਨੇ 4 ਸਵੇਰੇ ਫੌਜ ਤਾਇਨਾਤ ਕਰ ਦਿੱਤੀ ਸੀ, ਪੰਜਾਬ ਨੂੰ ਦੇਸ਼ ਨਾਲੋਂ ਕੱਟ ਦਿੱਤਾ ਸੀ ਜੀ, ਔਰ ਦਰਬਾਰ ਸਾਹਿਬ ਨੂੰ ਪੰਜਾਬ ਨਾਲੋਂ ਅਲੱਗ ਕਰ ਦਿੱਤਾ ਸੀ। ਐਵੇਂ ਉਹਨਾਂ ਨੇ ਵੰਡਿਆ ਸੀ ਜੀ। ਫੌਜ ਨੂੰ ਪੂਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਚੱਕਰਾਤਾ ਵਰਗੀਆਂ ਪਹਾੜੀਆਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਸੀ। ਸਾਰਾ ਉਹਨਾਂ ਨੂੰ ਮਤਲਬ ਟ੍ਰੇਨਡ ਕਰਕੇ ਲਿਆਂਦਾ ਸੀਗਾ। ਔਰ ਉਹ ਲੋਕ ਲੱਭ ਕੇ ਲਿਆਂਦੇ ਜਿਹੜੇ ਸਿੱਖ ਵਿਰੋਧੀ ਸੀ, ਜਿਹੜੇ ਸਿੱਖ ਧਰਮ ਦੇ ਖਿਲਾਫ ਸੀ, ਲੋਕ ਜਿਹੜੇ ਇਸ ਸੰਘਰਸ਼ ਦੇ ਖਿਲਾਫ ਸੀ, ਉਹ ਲੋਕ ਚੁਣ ਕੇ ਇੰਦਰਾ ਗਾਂਧੀ ਨੇ ਉਹ ਸਾਰੇ ਇੱਥੇ ਮਤਲਬ ਤਾਇਨਾਤ ਕੀਤੇ। ਫੌਜ ਦੇ ਅਫਸਰ ਵੀ ਤੇ ਥੱਲੇ ਤੱਕ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਵਿੱਚ, ਸਾਰੇ ਦੇ ਵਿੱਚ ਉਹ ਅਫਸਰ ਸਾਰੇ ਉਹਨਾਂ ਨੇ ਨੇੜੇ ਤੇੜੇ ਤਬਦੀਲ ਕੀਤੇ, ਜਿਨ੍ਹਾਂ ਦੀ ਉਹਨਾਂ ਨੂੰ ਲੋੜ ਸੀ ਤੇ ਜਿਹੜੇ ਉਹਦੇ ਜੀ ਹਜ਼ੂਰੀਏ ਸੀਗੇ ਜੀ।
ਤੇ ਜਿੱਦਾਂ ਜਿੱਦਾਂ ਇਹਨਾਂ ਨੇ ਮਤਲਬ ਸਾਥ ਦਿੱਤਾ ਅਕਾਲੀ ਗਦਾਰ ਜੁੰਡਲੀ ਨੇ ਜੀ ਤੇ ਉਵੇਂ ਉਵੇਂ ਉਹ ਕਰਦਾ ਭੇਤੀ ਲੰਕਾ ਢਾਏ ਵਾਲੀ ਗੱਲ ਹੋਈ ਜੀ ਤੇ ਉਵੇਂ ਉਵੇਂ ਉਹਨਾਂ ਨੇ ਸਾਰਾ ਅੰਜਾਮ ਦਿੱਤਾ ਉਸ ਘਟਨਾ ਨੂੰ। ਜੀ 6,30,000 ਦੇ ਕਰੀਬ ਫੌਜ ਪੰਜਾਬ ਨੂੰ ਆ ਕੇ ਘੇਰਦੀ ਹੈ, ਬਾਰਡਰ ਸੀਲ ਹੁੰਦੇ ਨੇ, ਫਿਰ ਜੀ ਦਰਬਾਰ ਸਾਹਿਬ ਨੂੰ ਪੰਜਾਬ ਨਾਲੋਂ ਕੱਟ ਆਫ ਕੀਤਾ ਜਾਂਦਾ ਹੈ, ਟੈਲੀਫੋਨ, ਪਾਣੀ, ਬਿਜਲੀ ਜੀ ਤਿੰਨੇ ਕੱਟ ਦਿੱਤੇ ਜਾਂਦੇ ਨੇ। ਜੀ ਤੇ ਫਿਰ 1 ਤਰੀਕ ਨੂੰ ਜਦੋਂ ਗੋਲੀ ਚੱਲਦੀ ਹੈ 5-7 ਸਿੰਘ ਸ਼ਹੀਦ ਹੋ ਜਾਂਦੇ ਨੇ, ਉਦੋਂ ਉਹਨਾਂ ਦਾ ਅੰਦਰ ਹੀ ਸੰਸਕਾਰ ਹੋ ਜਾਂਦਾ ਹੈ। ਜੀ ਬਾਅਦ ਦੇ ਵਿੱਚ ਫਿਰ 2 ਤਰੀਕ ਨੂੰ 2 ਤੇ 3 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀਗਾ। ਜੀ 2 ਤੇ 3 ਨੂੰ ਇਹਨਾਂ ਨੇ ਵੱਧ ਤੋਂ ਵੱਧ ਸੰਗਤ ਅੰਦਰ ਵਾੜੀ ਦਰਬਾਰ ਸਾਹਿਬ ਦੇ ਅੰਦਰ ਆਉਣ ਦਿੱਤੀ, ਕੋਈ ਨਹੀਂ ਰੋਕਿਆ, ਜਦ ਕਿ ਉਹਨਾਂ ਦੀ ਪਹਿਲੇ ਪਲੈਨਿੰਗ ਸੀਗੀ ਵੀ 4 ਤਰੀਕ ਨੂੰ ਅਟੈਕ ਕਰਨਾ ਅੰਮ੍ਰਿਤ ਵੇਲੇ। ਜੀ ਤੇ 2 ਤਰੀਕ ਨੂੰ ਤੇ 3 ਨੂੰ ਵੱਧ ਤੋਂ ਵੱਧ ਫੌਜ ਨੇ ਮਤਲਬ ਸੰਗਤ ਨੂੰ ਅੰਦਰ ਆਣ ਦਿੱਤਾ, ਪਲੈਨਿੰਗ ਤਹਿਤ ਕੀਤਾ। ਤੇ ਇੱਕ ਜਥਾ ਜਿਹੜਾ ਗ੍ਰਿਫਤਾਰੀ ਦੇਣ ਜਾਂਦਾ ਸੀ, ਇੱਕ ਉਹ ਆਇਆ ਹੋਇਆ ਸੀ, ਤੇ ਇੱਕ ਜਿਹੜਾ ਜੇਲ੍ਹ ਚੋਂ ਰਿਹਾ ਹੋ ਕੇ ਆਇਆ ਸੀ। 2 ਜਥੇ ਉਹ ਇਕੱਠੇ ਹੋ ਗਏ ਜੀ, ਉਹ ਵੀ ਕਾਫੀ ਸੰਗਤ ਸੀ। ਉੱਦਾਂ ਹੁਣ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਕਰਕੇ ਸੰਗਤ 3 ਜੂਨ ਨੂੰ ਬਹੁਤ ਜ਼ਿਆਦਾ ਆ ਗਈ। ਜੀ ਫਿਰ ਉਹ 2 ਜਥੇ ਆ ਗਏ। ਉੱਦਾਂ ਸਰਾਵਾਂ ਭਰੀਆਂ ਹੀ ਰਹਿੰਦੀਆਂ ਸੀ, ਮਿਲਣ ਗਿਲਣ ਵਾਲੇ ਮਹਾਂਪੁਰਸ਼ਾਂ ਨੂੰ ਸਾਰੇ, ਮਤਲਬ ਮੀਡੀਆ, ਤੇ ਇਦਾਂ ਕਰਕੇ ਉਹ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ। 3 ਜੂਨ ਦੀ ਰਾਤ ਨੂੰ ਜਦੋਂ ਲੇਟ ਰਿਸ਼ਪਾਲ ਸਿੰਘ ਤੇ ਭਾਈ ਜਥੇਦਾਰ ਸੁਜਾਨ ਸਿੰਘ ਜਿਹੜੇ ਸੀਗੇ, ਇਹਨਾਂ ਦਾ ਸਾਡੇ ਨਾਲ ਦਾ ਕਮਰਾ ਸੀ, ਜਥੇਦਾਰ ਸੁਜਾਨ ਸਿੰਘ ਉਹਨਾਂ ਦਾ, ਅਸੀਂ ਇਕੱਠੇ ਹੀ ਰਹਿੰਦੇ ਸੀ, ਤੇ ਬਾਪ ਬੇਟੇ ਦਾ ਰਿਸ਼ਤਾ ਆਪਸ ਵਿੱਚ ਇਹਨਾਂ ਦਾ ਇਦਾਂ ਦਾ ਸੀਗਾ ਸਬੰਧ। ਭਾਈ ਸੁਜਾਨ ਸਿੰਘ, ਜਥੇਦਾਰ ਸੁਜਾਨ ਸਿੰਘ ਤੇ ਰਿਸ਼ਪਾਲ ਸਿੰਘ ਉਹਨਾਂ ਦਾ ਇੰਨਾ ਪਿਆਰ ਸੀ, ਮਤਲਬ ਆਪਣੇ ਸਕੇ ਬਾਪ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਦੇ ਸੀ ਜੀ, ਤੇ ਬੜਾ ਪਿਆਰ ਸੀ। ਤੇ ਇਹ ਦੋਵੇਂ ਆਏ, ਮੈਂ ਬੇਟੇ ਨੂੰ ਲੈ ਕੇ ਬਾਹਰ ਹੀ ਬੈਠੀ ਸੀਗੀ ਬਰਾਂਡੇ 'ਚ, ਤੇ ਇਹਨਾਂ ਨੇ ਫੋਨ ਫੜ ਕੇ ਰਿਸੀਵਰ ਕੰਨ ਨੂੰ ਲਾਇਆ ਤੇ ਕਹਿੰਦੇ ਵੀ ਜਥੇਦਾਰ ਜੀ ਲਓ, ਲੱਗਦਾ ਹੈ ਟੈਲੀਫੋਨ ਵੀ ਕੱਟ ਗਿਆ। ਜੀ ਮੈਂ ਕਿਹਾ ਜੀ ਹੁਣੇ ਤਾਂ ਫੋਨ ਚੱਲ ਰਹੇ ਸੀਗੇ ਦੁਪਹਿਰੇ, ਜੀ ਕੀ ਹੋ ਗਿਆ, ਫੋਨ ਕਿਹਨੇ ਕੱਟਤਾ? ਤੇ ਇਹ ਅੰਦਰ ਜਥੇਦਾਰ ਜੀ ਦੇ ਕਮਰੇ ਦੇ ਵਿੱਚ ਵੜ ਕੇ ਤੇ ਹੌਲੀ ਹੌਲੀ ਗੱਲਾਂ ਕਰਨ ਲੱਗੇ, ਤੇ ਮੈਨੂੰ ਡਾਊਟ ਹੋਇਆ ਵੀ ਕੋਈ ਜ਼ਰੂਰ ਕੋਈ ਗੱਲ ਹੈਗੀ ਆ। ਜੀ ਤੇ ਕਹਿੰਦੇ ਕੋਈ ਨਹੀਂ, ਤੂੰ ਆਰਾਮ ਕਰ, ਜੀ ਤੇ ਕੋਈ ਗੱਲ ਨਹੀਂ ਗੀ। ਜੀ ਸਵੇਰੇ ਇਹ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਰਹੇ ਸੀਗੇ ਤੇ ਅਜੇ ਕੱਪੜੇ ਪਾ ਰਹੇ ਸੀਗੇ ਜਦੋਂ ਦਰਬਾਰ ਸਾਹਿਬ ਤੇ 4:40 ਦੇ ਉੱਤੇ ਅਟੈਕ ਹੋ ਗਿਆ। ਜੀ ਤੇ ਮੈਂ ਬਾਹਰ ਹੀ ਬਰਾਂਡੇ 'ਚ ਹੀ ਪਈ ਸੀਗੀ ਰਾਤ ਦੀ, ਤੇ ਬੇਟੇ ਨੂੰ ਚੁੱਕ ਕੇ ਮੈਂ ਅੰਦਰ ਆ ਗਈ। ਜੀ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਨਹੀਂ। ਕਹਿੰਦੇ ਚੱਲ ਹੁਣ ਤੈਨੂੰ ਪਤਾ ਲੱਗ ਗਿਆ ਨਾ। ਜੀ ਤੇ ਕੋਈ ਨਹੀਂ, ਆਪਾਂ ਕਹਿੰਦੇ ਜਦੋਂ ਅਸੀਂ ਬੈਠੇ ਮਹਾਂਪੁਰਸ਼ਾਂ ਦੇ ਨਾਲ ਅਸੀਂ ਸ਼ਹੀਦ ਹੋਣ ਨੂੰ ਹੈ ਤੇ ਫਿਰ ਵੀ ਇੱਦਾਂ ਨਹੀਂ ਸੋਚਣਾ ਹੁਣ, ਚਲੋ ਤੁਸੀਂ ਕੋਈ ਗੱਲ ਨਹੀਂ। ਕਹਿੰਦੇ ਤੂੰ ਬੇਟੇ ਨੂੰ ਲੈ ਕੇ ਥੱਲੇ ਚੱਲ ਪਰਿਕਰਮਾ ਦੇ ਵਿੱਚ। ਜੀ ਤੇ ਮੈਂ ਆਉਣਾ। ਜੀ ਇਹਨਾਂ ਦੇ 4-5 ਮੋਰਚਿਆਂ ਦੇ ਵਿੱਚ ਸਿੰਘਾਂ ਨੂੰ ਮਤਲਬ ਇਨਫੋਰਮੇਸ਼ਨ ਜਿਹੜੀ ਜੋ ਕੁਝ ਉੱਧਰੋਂ ਮਹਾਂਪੁਰਸ਼ਾਂ ਦਾ ਮੈਸੇਜ ਹੁੰਦਾ ਸੀਗਾ ਉਹ ਕਨਵੇ ਵੀ ਕਰਦੇ ਸੀਗੇ, ਕੁਛ ਅਸਲਾ ਉਸਲਾ ਵੀ ਇੱਧਰ ਉੱਧਰ ਜੀ ਸਾਰਿਆਂ ਦਾ ਪੁੱਛਦੇ ਸੀ, ਦਿੰਦੇ ਸੀ, ਬੰਦਿਆਂ ਦਾ ਖਬਰ ਸੁਰਤ ਲੈਂਦੇ ਸੀ। ਥੱਲੇ ਡਾਕਟਰਾਂ ਦੀ ਟੀਮ ਇੱਕ ਨਾਲ ਇੱਕ ਕਮਰੇ 'ਚ ਇੱਕ ਨੁਕਰੇ ਬਿਠਾਈ ਹੋਈ ਸੀ। ਜੀ ਤੇ ਜਿਹੜੇ ਫੁੱਟੜ ਆਉਂਦੇ ਸੀ ਉਹਨਾਂ ਨੂੰ ਪੱਟੀਆਂ ਵੀ ਜੀ ਕਰਵਾਉਣੀਆਂ। ਫਿਰ ਇਹ ਥੱਲੇ ਆ ਗਏ, ਫਿਰ ਉਸ ਕਮਰੇ 'ਚ ਵੀ ਮੋਰਚਾ ਸੀਗਾ, ਉਸ ਕਮਰੇ ਦੇ ਵਿੱਚ ਵੀ ਅਸਲਾ ਉਸਲਾ ਵਾਧੂ ਪਿਆ ਸੀਗਾ। ਰਾਤ ਨੂੰ ਦਿਨੇ ਤੇ ਅਸੀਂ 3-4 ਜਣੇ ਸੀਗੇ ਤੇ ਸਾਰਾ ਦਿਨ ਚੱਲ ਰਿਹਾ। ਫਿਰ ਜੀ ਬੰਬਾਰਡਮੈਂਟ ਇੰਨੀ ਜ਼ਿਆਦਾ। ਜੀ ਸੰਤਾਂ ਦਾ ਪਤਾ ਲੱਗਿਆ ਵੀ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਤੇ ਪਹਿਲਾ ਗੋਲਾ ਡਿੱਗਿਆ ਹੈ ਤੇ ਫਟਿਆ ਨਹੀਂ। ਜੀ ਤੇ ਮਹਾਂਪੁਰਸ਼ ਉਸ ਵੇਲੇ ਆਪਣੇ ਕਮਰੇ ਵਿੱਚ ਵੀ ਨਹੀਂ ਸੀਗੇ। ਜੀ ਤੇ ਉਹਨਾਂ ਦਾ ਬਚਾਅ ਹੋ ਗਿਆ 4 ਜੂਨ ਨੂੰ ਜਦੋਂ ਅਟੈਕ ਸ਼ੁਰੂ ਹੋਇਆ। ਤੇ ਸਾਰਾ ਦਿਨ ਬੰਬਾਰਡਮੈਂਟ ਚੱਲਦੀ ਰਹੀ, ਰਾਤ ਵੀ ਲੰਘ ਗਈ, ਬਹੁਤ ਜ਼ਿਆਦਾ ਬਿਲਡਿੰਗਾਂ ਦਾ ਨੁਕਸਾਨ ਹੋ ਗਿਆ ਸੀ। ਜੀ ਫਿਰ ਉਹਨਾਂ ਨੇ ਪਰਿਕਰਮਾ ਦੇ ਵਿੱਚੋਂ ਲੰਘਦੇ ਆਉਂਦੇ ਜਾਂਦੇ ਯਾਤਰੀ ਜਿਹੜੇ ਦੌੜੇ ਫਿਰਦੇ ਸੀ ਇੱਧਰ ਉੱਧਰ ਨਿਕਲਣ ਵਾਸਤੇ, ਜੀ ਉਹਨਾਂ ਨੂੰ ਉੱਪਰੋਂ ਉੱਚੇ ਚੁਬਾਰੇ ਹਿੰਦੂਆਂ ਨੇ ਆਪਣੇ ਖਾਲੀ ਕਰਕੇ ਦੇ ਦਿੱਤੇ ਸੀਗੇ। ਦਰਬਾਰ ਸਾਹਿਬ ਦੇ ਦੀਆਂ ਪਰਿਕਰਮਾ ਕਵਰ ਕਰਨ ਲਈ ਫੌਜ ਨੂੰ ਹੈਲਪ ਕੀਤੀ ਵੀ ਮਾਰੋ ਛੇਤੀ ਨਿਬੇੜੋ ਇਹਨਾਂ ਨੂੰ। ਜੀ ਤੇ ਉਹ ਚੁਬਾਰਿਆਂ ਦੀ ਮਤਲਬ ਮਾਰ ਥੱਲੇ ਸੀ ਪਰਿਕਰਮਾ ਸਾਰੀ। ਜੀ ਚੁਬਾਰਿਆਂ ਵਾਲੇ ਮੋਰਚੇ ਜਿਹੜੇ ਫੌਜ ਕੋਲ ਸੀਗੇ। ਜੀ ਤੇ ਪਰਿਕਰਮਾ ਦੇ ਵਿੱਚ ਲੰਘਦੇ ਹਰ ਬੰਦੇ ਨੂੰ ਮਤਲਬ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ। ਫਿਰ ਉਹਨਾਂ ਨੇ 4 ਜੂਨ ਦੀ ਰਾਤ ਨੂੰ ਜੀ ਸਵੇਰੇ ਬਚਦੇ ਬਚਾਉਂਦੇ 9 ਵਜੇ ਰਿਸ਼ਪਾਲ ਸਿੰਘ ਹੁਣੀ ਪ੍ਰਸ਼ਾਦ ਵਾਲੀ ਬਿਲਡਿੰਗ ਦੇ ਲਾਗੋਂ ਦੀ ਡਿਓੜੀ ਪਿੱਛੋਂ ਦੀ ਜਾ ਕੇ ਅਕਾਲ ਤਖਤ ਸਾਹਿਬ ਤੇ ਸੰਤਾਂ ਨੂੰ ਜਾ ਕੇ ਮਿਲਦੇ ਨੇ। ਜੀ ਸੰਤ ਭਾਈ ਅਮਰੀਤ ਸਿੰਘ ਤੇ ਰਿਸ਼ਪਾਲ ਸਿੰਘ ਹੁਣੀ ਤਿੰਨੇ ਪਿੱਛੇ ਬਾਥਰੂਮ ਗਏ ਸੰਤ, ਤੇ ਉੱਥੇ ਜਾ ਕੇ
ਬੜੇ ਪਿਆਰ ਨਾਲ ਜੱਫੀ ਪਾ ਕੇ ਮਿਲੇ। ਸੰਤਾਂ ਨੇ ਕੇਸਰੀ ਦਸਤਾਰ ਸਜਾਈ ਸੀ, ਬੜੇ ਚੜ੍ਹਦੀ ਕਲਾ ਦੇ ਵਿੱਚ ਸੀਗੇ ਸੰਤ ਜੀ। ਤੇ ਇਹਨਾਂ ਨੇ ਪੁੱਛਿਆ ਵੀ ਅਗਲਾ ਪ੍ਰੋਗਰਾਮ ਕੀ ਆ, ਅਗਲਾ ਕੀ ਮੈਸੇਜ ਹੈ ਜੀ। ਤੇ ਸੰਤ ਕਹਿੰਦੇ ਵੀ ਰਿਸ਼ਪਾਲ ਸਿੰਘ ਜੀ ਆਖਰੀ ਦਮ ਤੱਕ ਅਸੀਂ ਪਹਿਰਾ ਦੇਣਾ ਹੈ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸਾਰਿਆਂ ਨੂੰ ਮੇਰਾ ਸੁਨੇਹਾ ਦੇ ਦਿਓ, ਜੀ। ਆਖਰੀ ਦਮ ਤੱਕ ਲੜਨਾ ਹੈ। ਤੇ ਇਹ ਉੱਥੋਂ ਮਹਾਂਪੁਰਸ਼ਾਂ ਨੇ ਪੁੱਛਿਆ ਵੀ ਪਰਿਵਾਰ ਕਿੱਥੇ ਆ? ਸੰਤ ਕਹਿੰਦੇ ਵੀ ਇਹ ਕਹਿੰਦੇ ਜੀ ਉਹ ਡਟੀ ਹੋਈ ਆ ਜੀ। ਤੇ ਕਹਿੰਦੇ ਸਾਨੂੰ ਪਤਾ ਸੀ ਇਹਨੇ ਨਹੀਂ ਜਾਣਾ ਸਾਨੂੰ ਛੱਡ ਕੇ। ਜੀ। ਤੁਹਾਨੂੰ ਜਾਣ ਨੂੰ ਕਿਹਾ ਸੀ? ਹਾਂ ਨਹੀਂ ਨਾ, ਮੈਨੂੰ ਨਹੀਂ ਕਿਹਾ। ਸੰਤਾਂ ਨੂੰ ਪਤਾ ਸੀ ਸਾਡੀ ਪਹਿਲੀ ਕਮਿਟਮੈਂਟ ਸੀਗੀ ਜੀ। ਉਹਨਾਂ ਉਸ ਵੇਲੇ ਵੀ ਉਹਨਾਂ ਨੇ ਪੁੱਛਿਆ ਵੀ ਉਹ ਕਿੱਥੇ ਆ ਤੇ ਇਹਨਾਂ ਨੇ ਕਿਹਾ ਵੀ ਉਹ ਪ੍ਰਕਰਮਾ 'ਚ ਹੀ ਆ। ਜੀ। ਕਹਿੰਦੇ ਸਾਨੂੰ ਪਤਾ ਸੀ ਇਹਨੇ ਸਾਨੂੰ ਛੱਡ ਕੇ ਨਹੀਂ ਜਾਣਾ। ਜੀ। ਪਤਾ ਸੀ ਉਹਨਾਂ ਨੂੰ, ਸਾਰਾ ਹੀ ਪਤਾ ਸੀ ਬੇਟੇ। ਜੀ। ਬੇਟਾ ਵੀ ਜਦੋਂ ਹੋਇਆ ਤੇ ਉਹ ਬੇਟਾ ਵੀ ਉਹ ਜਿਹੜਾ ਨਾ ਮਤਲਬ ਆਮ ਸਧਾਰਨ ਬੱਚਾ ਨਹੀਂ ਸੀ। ਜੀ। ਬਹੁਤ ਲੋਕ ਉਹਨੂੰ ਦੇਖਣ ਹੁੰਦੇ ਸੀਗੇ। ਉਹ ਬੱਚਾ 18 ਦਿਨ ਰੋਇਆ ਨਹੀਂ। 18 ਦਿਨਾਂ ਦਾ ਉਹ 6 ਜੂਨ ਨੂੰ 5 ਜੂਨ ਦੀ ਰਾਤ ਨੂੰ ਜਦੋਂ ਉਹ ਸ਼ਹੀਦ ਹੋਇਆ ਜੀ, ਉਦੋਂ ਤੱਕ ਉਹ ਰੋਇਆ ਨਹੀਂ। ਮਤਲਬ ਉਹਦੀ ਤੁਹਾਨੂੰ ਮੈਂ ਬਾਅਦ 'ਚ ਗੱਲ ਸੁਣਾਉਣੀ ਆ। ਜੀ। ਤੇ ਇਹ ਫਿਰ 5 ਜੂਨ ਨੂੰ ਜਦੋਂ ਆ ਕੇ ਇਹਨਾਂ ਨੇ ਸਾਰਾ ਮੈਸੇਜ ਦਿੱਤਾ ਤੇ ਸਾਰਾ ਦਿਨ ਮਤਲਬ ਗੋਲਾਬਾਰੀ ਚੱਲਦੀ ਰਹੀ। ਜੀ। ਤੇ ਅੱਗਾਂ ਲੱਗੀਆਂ, 4 ਚੁਫੇਰੇ, ਬੰਬਾਰਡਮੈਂਟ। ਸਿੰਘਾਂ ਨੇ ਵੀ ਮਤਲਬ ਚਾਹੇ ਉਹਨਾਂ ਕੋਲ ਮਾੜੇ ਮੋਟੇ ਹੀ ਹਥਿਆਰ ਸੀਗੇ ਪਰ ਉਹਨਾਂ ਨੇ ਮਤਲਬ ਚੰਗਾ ਠੁਕਮਾ ਮੁਕਾਬਲਾ ਕੀਤਾ। ਜੀ। ਸਾਵੀਂ ਲੜਾਈ ਤਾਂ ਨਹੀਂ ਸੀ, ਜੀ। ਆਸਾਮੀ ਸੀ। ਜੀ। ਆਪਣੇ ਦੇਸ਼ ਦਾ ਹੁਕਮਰਾਨ ਚੜ੍ਹ ਕੇ ਆਇਆ ਸੀ, ਉਹਨਾਂ ਕੋਲ 6.5 ਲੱਖ ਫੌਜ ਸੀ, ਉਹਨਾਂ ਕੋਲ ਦੇਸ਼ ਦਾ ਉਹ ਅਸਲਾ ਸੀ ਜਿਹੜਾ ਦੂਜੀਆਂ ਕੰਟਰੀਆਂ ਦੇ ਨਾਲ ਲੜਨ ਵਾਸਤੇ ਵਰਤਿਆ ਜਾਂਦਾ ਤੇ ਇੱਥੇ ਇੱਕ ਮਾੜੇ ਮੋਟੇ ਹਥਿਆਰ ਸੀਗੇ। ਜੀ। ਤੇ ਪਰ ਫਿਰ ਵੀ ਹੌਸਲੇ ਬੁਲੰਦ ਸੀਗੇ ਤੇ ਬੰਦਗੀ ਇੰਨੀ ਜ਼ਿਆਦਾ ਸੀਗੀ ਵੀ ਸਾਰੇ ਮਰਜੀ ਬੜੇ ਸੀਗੇ ਸਾਰੇ। ਜੀ। ਤੇ ਫਿਰ 5 ਜੂਨ ਦੀ ਸ਼ਾਮ ਨੂੰ ਜਦੋਂ ਪਾਣੀ ਦੀ ਟੰਕੀ ਟੁੱਟੀ, ਜੀ। ਪਾਣੀ ਦੀ ਟੰਕੀ ਦੇ ਉੱਤੇ ਉਹਨਾਂ ਦਾ ਜ਼ੋਰ ਸੀਗਾ ਵੀ ਸਭ ਤੋਂ ਉੱਚਾ ਮੋਰਚਾ ਪਾਣੀ ਦੀ ਟੰਕੀ ਵਾਲਾ ਰਹਿ ਗਿਆ ਸੀਗਾ ਤੇ ਉਹਨਾਂ ਨੇ ਟਾਰਗੇਟ ਕੀਤਾ। ਜੀ। ਤੇ ਤੋਪ ਦੇ ਗੋਲੇ ਮੈਂ ਆਪਣੀ ਅੱਖਾਂ ਨਾਲ ਹੀ ਸਾਹਮਣੇ ਟੰਕੀ ਟੁੱਟਦੀ ਦੇਖੀ। ਜਦੋਂ ਸ਼ਾਮ ਨੂੰ ਟੰਕੀ ਟੁੱਟੀ ਆ ਤੇ ਉਹਦਾ ਪਾਣੀ ਪਹਿਲੀ ਛੱਤ ਨਾਲ ਲੱਗ ਗਿਆ। ਜੀ। ਅਕਾਲ ਰੈਸਟ ਹਾਊਸ ਦਾ ਮੋਰਚਾ ਪਹਿਲੇ ਕਮਜ਼ੋਰ ਸੀ। ਜੀ। ਤੇਜਾ ਸਿੰਘ ਸਮੁੰਦਰੀ ਹਾਲ ਸਰਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਕਬਜ਼ਾ ਸੀ। ਜੀ। ਅਕਾਲੀ ਨਾਨਕ ਨਿਵਾਸ ਦੇ ਵਿੱਚ ਬੱਬਰ ਸੀ। ਜੀ। ਉਹਨਾਂ ਨੇ ਇਸੇ ਕਰਕੇ ਬੜੀ ਪਲੈਨਿੰਗ ਦੇ ਨਾਲ ਸੰਜਨ ਐਟਸ ਉਹਨਾਂ ਨੂੰ ਨਾਨਕ ਨਿਵਾਸ ਚੋਂ ਕੱਢਿਆ ਸੀ। ਜੀ। ਵੀ ਨਾਨਕ ਨਿਵਾਸ ਵਾਲੇ ਪਾਸਿਓਂ ਉਸ ਪਾਸਿਓਂ ਹੀ ਟੈਂਕ ਐਂਟਰ ਕੀਤੇ। ਜੀ। ਪ੍ਰਕਰਮਾਂ ਦੇ ਵਿੱਚ। ਜੀ। ਉਹ ਉਹਨਾਂ ਦੀ ਪਹਿਲੇ ਤੋਂ ਹੀ ਪਲੈਨਿੰਗ ਸੀਗੀ। ਜਿਵੇਂ ਪਲੈਨਿੰਗ ਸੀਗੀ ਉਵੇਂ ਹੀ ਚਾਲਾਂ ਚੱਲਦੇ ਰਹੇ ਤੇ ਉਵੇਂ ਹੀ ਹਾਲਾਤ ਬਣਾਉਂਦੇ ਰਹੇ, ਪੈਦਾ ਕਰਦੇ ਰਹੇ ਸਰਕਾਰ ਦੀ ਮਦਦ ਕਰਨ ਵਾਸਤੇ। ਫਿਰ ਰਾਤ ਦਾ ਟਾਈਮ ਹੋਇਆ 7:30 ਪੌਣੇ 8 ਵਜੇ ਦਾ ਟਾਈਮ ਜਦੋਂ ਟੈਂਕ ਉੱਧਰ ਆਏ। ਜੀ। ਸਰਾਵਾਂ ਵਾਲੇ ਪਾਸਿਓਂ ਅਕਾਲ ਰੈਸਟ ਹਾਊਸ ਵਾਲੇ ਜਿਹੜੇ ਸੀਗੇ ਉਹ ਸਾਰੇ ਉੱਥੋਂ ਨਿਕਲ ਗਏ। ਫੈਡਰੇਸ਼ਨ ਵਾਲੇ ਮੁੰਡੇ ਸੀਗੇ ਉਹ ਉੱਥੋਂ ਚਲੇ ਗਏ। ਇਹਨਾਂ ਦੇ ਜਿੱਥੇ ਟੋੜੇ ਹੋਣੀ ਬੈਠੇ ਸੀ ਇਹਨਾਂ ਦੀ ਉੱਪਰਲੀ ਛੱਤ ਦੇ ਉੱਤੇ ਜਾ ਕੇ ਅਕਾਲੀ ਲੀਡਰਸ਼ਿਪ ਬੈਠੀ ਸੀ, ਉਹ ਅਕਾਲੀ ਲੀਡਰਸ਼ਿਪ ਦੇ ਕੋਲ ਚਲੇ ਗਏ। ਜੀ। ਉੱਪਰ ਕਿਤੇ ਕਹਿੰਦੇ ਨੇ ਕਮਰੇ 'ਚ ਬੈਠੇ ਹੋਏ ਸੀ ਜਿੱਦਾਂ ਹੁਣ ਆਪਾਂ ਸੁਣ ਰਹੇ ਹਾਂ, ਲਿਖਿਆ ਪੜ੍ਹ ਰਹੇ। ਜੀ। ਕੁਛ ਮੁੰਡਿਆਂ ਨੇ ਦੱਸਿਆ। ਜੀ। ਤੇ ਫਿਰ ਇਹਨਾਂ ਨੇ ਫੌਜ ਨੇ ਟੈਂਕ ਉਸ ਪਾਸਿਓਂ ਦੀ ਅੰਦਰ ਵਾੜੇ। ਜੀ। ਔਰ ਪਾਣੀ ਦੀ ਟੰਕੀ ਟੁੱਟ ਕੇ ਪਹਿਲੀ ਛੱਤ ਦੇ ਨਾਲ ਪਾਣੀ ਲੱਗ ਗਿਆ। ਟੱਟੀਆਂ, ਫਲੱਸ਼ਾਂ, ਪਿਸ਼ਾਬ ਸਾਰਾ ਵਿੱਚ ਘੁਲ ਗਿਆ। ਪਹਿਲੀ ਛੱਤ ਥੱਲੇ ਜਿੰਨੇ ਲੋਕ ਸੀ ਸਾਰੇ ਡੁੱਬ ਗਏ। ਜੀ। ਫੌਜ ਨੇ ਅੰਦਰ ਜਦੋਂ ਐਂਟਰ ਕੀਤਾ ਤੇ ਫਿਰ ਉਹਨਾਂ ਨੇ ਮਤਲਬ ਸਰਾਂ ਦੇ ਵਿੱਚ ਵੜ ਕੇ ਬਹੁਤ ਤਬਾਹੀ ਮਚਾਈ। ਇਹ 5 ਜੂਨ ਦੀ 5 ਜੂਨ ਦੀ ਰਾਤ ਨੂੰ। 5 ਜੂਨ ਦੀ ਰਾਤ ਹੀ ਬਹੁਤ ਜ਼ਿਆਦਾ ਭਿਆਨਕ ਰਾਤ ਸੀ। ਜੀ। ਉਹੀ ਸਭ ਤੋਂ ਵੱਧ ਔਖੀ ਰਾਤ ਸੀ। ਜੀ। ਤੇ ਇਹਨਾਂ ਨੇ ਉੱਧਰੋਂ ਜਦੋਂ ਅੰਦਰ ਐਂਟਰ ਕੀਤਾ ਤੇ ਫਿਰ ਪ੍ਰਕਰਮਾ ਆਪਣਾ ਸਰਾਂ ਦੇ ਵਿੱਚ ਵੜ ਕੇ ਇਹਨਾਂ ਨੇ ਧੀਆਂ ਭੈਣਾਂ ਦੀ ਬੇਪੱਤੀ ਵੀ ਕੀਤੀ। ਉੱਪਰਲੀਆਂ ਛੱਤਾਂ ਤੋਂ ਵਗਾ ਕੇ ਥੱਲੇ ਮਾਰਿਆ, ਚੁੱਕ ਕੇ ਲੋਕਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਦੁਫਾੜ ਕੀਤਾ। ਬ੍ਰੈਸਟ ਮਾਰ ਕੇ ਉਹਨਾਂ ਨੂੰ ਉਡਾਇਆ। ਜੀ। ਮਾਵਾਂ ਨੂੰ, ਗਰਭਵਤੀ ਮਾਵਾਂ ਦੇ ਪੇਟਾਂ 'ਚ ਬ੍ਰੈਸਟ ਮਾਰੇ, ਉਹਨਾਂ ਦੇ ਪੇਟ ਹੀ ਉਡਾਏ। ਜੀ। ਤੇ ਫਿਰ ਮਤਲਬ ਜਿਹੜੇ ਕੁਛ ਮਾਰ ਦਿੱਤੇ ਤੇ ਕੁਝ ਇਹਨਾਂ ਨੇ ਜਿਹੜੇ ਬਚੇ ਉਹ ਅਰੈਸਟ ਕਰ ਲਏ। ਜੀ। ਕਿਸੇ ਦੀ ਮਾਂ ਹੈ ਨਹੀਂ, ਕਿਸੇ ਦਾ ਬੱਚਾ ਹੈ ਨਹੀਂ, ਕਿਸੇ ਦਾ ਪਤੀ ਹੈ ਨਹੀਂ, ਕਿਸੇ ਦਾ ਪੁੱਤਰ ਹੈ ਨਹੀਂ, ਕਿਸੇ ਦਾ ਕੋਈ ਹੋਰ ਹੈ। ਮਤਲਬ ਇੱਦਾਂ ਕਰਕੇ ਉਹ ਸਾਰੇ ਇਹਨਾਂ ਨੇ ਕੱਢ ਕੇ ਬਾਹਰ ਬਿਠਾ ਲਏ। ਜਿਹੜਾ ਪਾਣੀ ਮੰਗਦਾ ਸੀ ਉਹਨੂੰ ਮਾਰ ਦਿੰਦੇ ਸੀ ਗੋਲੀ ਤੇ ਬਹੁਤ ਜ਼ਿਆਦਾ ਜੀ ਬੇਇੱਜ਼ਤ ਵੀ ਕੀਤਾ। ਜੀ। ਫਿਰ ਉਹ ਇੱਧਰ ਆ ਗਏ
ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿੱਥੇ ਚੰਡਾਲ ਚੌਕੜੀ ਬੈਠੀ ਸੀ ਸਾਰੀ, ਜੀ ਇਹਨਾਂ ਨੂੰ ਹੁਕਮ ਸੀਗਾ ਇੰਦਰਾ ਗਾਂਧੀ ਦਾ ਵੀ ਇਹਨਾਂ ਨੂੰ ਸੇਫ ਅੰਦਰੋਂ ਕੱਢ ਲਓ 8 ਜਣਿਆਂ ਨੂੰ। ਜੀ ਇੱਕ ਕਰਨਲ ਜੀ ਨੇ ਇਹਨਾਂ ਨੂੰ ਆ ਕੇ ਤੇ ਇੱਕ ਬੁਲਟ ਪ੍ਰੂਫ ਗੱਡੀ ਦੇ ਵਿੱਚ ਜੀ ਇਹਨਾਂ ਨੂੰ, ਇੱਕ ਬੀਬੀ ਅਮਰਜੀਤ ਕੌਰ ਸੀਗੀ, ਭਾਈ ਫੌਜਾ ਸਿੰਘ ਹੁਣਾਂ ਦੀ ਸਿੰਘਣੀ, ਜੀ ਤੇ ਉਹ ਵੀ ਇਹਨਾਂ ਦੇ ਕੋਲ ਹੀ ਸੀਗੀ। ਉੱਥੇ ਹੀ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਉਹਦੇ ਵਿੱਚ ਸੇਫ ਕੱਢ ਲਿਆ ਬੁਲਟ ਪ੍ਰੂਫ ਗੱਡੀ ਦੇ ਵਿੱਚ। ਜੀ ਉਧਰੋਂ ਕੱਢ ਕੇ ਤੇ ਫਿਰ ਇਧਰੋਂ ਨਾਨਕ ਨਿਵਾਸ ਵਾਲਾ ਪਾਸਾ ਵੀ ਖਾਲੀ ਹੋ ਗਿਆ, ਉਧਰੋਂ ਬੱਬਰ ਕੰਧ ਪਾੜ ਕੇ ਤੇ ਸਾਰੇ ਨਿਕਲ ਗਏ। ਜੀ ਇਹ ਸਾਰਾ ਸਰ ਹੋ ਗਿਆ। ਜੀ ਫਿਰ ਮੰਜੀ ਸਾਹਿਬ ਵਾਲੇ ਪਾਸੋਂ ਦੀ ਤੇ ਲੰਗਰ ਵਾਲੇ ਪਾਸੋਂ ਦੀ ਜਿਹੜੀਆਂ ਚੌੜੀਆਂ ਪੌੜੀਆਂ ਨੇ, ਉੱਥੋਂ ਦੇ ਟੈਂਕ ਜਿਹੜੇ ਪ੍ਰਕਰਮਾਂ ਦੇ ਵਿੱਚ ਲੰਗਰ ਹਾਲ ਵੱਲੋਂ ਟੈਂਕ ਆਏ ਜੋ। ਹਾਂ 9:30 ਵਜੇ ਮੇਰਾ ਖਿਆਲ ਹੈ ਵੀ ਇੱਧਰੋਂ ਸਾਰਾ ਹੀ ਕਰਕੇ ਉਹ ਤਬਾਹੀ ਮਚਾ ਕੇ ਤੇ ਉਹ 9:30 ਵਜੇ ਪ੍ਰਕਰਮਾਂ ਦੇ ਵਿੱਚ ਆ ਗਏ ਸੀ ਟੈਂਕ। ਜੀ ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਵਿੱਚ ਹਰਮੰਦਰ ਸਾਹਿਬ ਆ ਰਿਹਾ ਸੀ, ਦਰਬਾਰ ਸਾਹਿਬ ਆ ਰਿਹਾ ਸੀ, ਅਕਾਲ ਤਖਤ ਸਾਹਿਬ ਉਹਦੇ ਓਲੇ ਸੀ। ਉਹਨਾਂ ਨੇ ਟੈਂਕ ਅੱਗੇ ਕਰਕੇ ਥੋੜਾ ਤੇ ਜਿੱਥੇ ਪਾਉਣੇ ਆ ਕਾਰਨਰ ਦੇ ਉੱਤੇ ਖੱਬੇ ਹੱਥ ਜੀ, ਤੇ ਉੱਥੇ ਫਿਰ ਇੱਕ ਟੈਂਕ ਸਿੱਧਾ ਕਰਕੇ ਤੇ ਦੂਸਰਾ ਉਹਦੇ ਨਾਲ ਅੱਗੇ ਕਰਕੇ ਤੇ ਉਹ ਟੈਂਕਾਂ ਦੀ ਮਤਲਬ ਸੇਧ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕਰਕੇ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਬੰਬਾਰਡਮੈਂਟ ਕੀਤੀ। ਐਂ ਲੱਗ ਰਿਹਾ ਸੀਗਾ ਜਿਵੇਂ ਆਸਮਾਨ ਟੁੱਟ ਕੇ ਥੱਲੇ ਡਿੱਗ ਗਿਆ ਹੁੰਦਾ ਜੀ। ਤੇ ਪਹਿਲੀ ਵਾਰੀ ਆਪਾਂ ਜ਼ਿੰਦਗੀ ਦੇ ਵਿੱਚ ਉਹ ਸਾਰਾ ਕੁਝ ਦੇਖਿਆ ਸੀ। ਮਾਂ ਨੇ ਤਾਂ 47 ਹੰਢਾਈ ਸੀ ਜੀ, ਤੇ ਮਾਂ 47 ਦੀਆਂ ਗੱਲਾਂ ਕਰਦੀ ਹੁੰਦੀ ਸੀ, ਤੇ ਪਰ ਜੋ 84 ਮੈਂ ਦੇਖੀ ਤੇ ਹੰਢਾਈ ਉਹ 47 ਤੋਂ ਵੀ ਕਿਤੇ ਮਤਲਬ 1000 ਗੁਣਾ ਬਿਹਤਰ। ਫਿਰ ਬਹੁਤ ਚਿਰ ਮਤਲਬ ਲਗਾਤਾਰ ਬੰਬਾਰਡਮੈਂਟ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ, 4 ਚੁਫੇਰਿਓਂ ਸਿੰਘਾਂ ਨੇ ਅੰਦਰ ਰੌਲਾ ਪ੍ਰਕਰਮਾਂ 'ਚ, ਓਏ ਦੁਸ਼ਮਣ ਅੰਦਰ ਆ ਗਿਆ, ਓਏ ਪ੍ਰਕਰਮਾਂ 'ਚ, ਓਏ ਅੱਗੇ ਹੋਵੋ, ਓਏ ਮਾਰੋ, ਓਏ ਲੜੋ, ਮੈਨੂੰ ਪਹਿਲੇ ਸ਼ਹੀਦ ਹੋਣ ਦਿਓ, ਓਏ ਮੈਂ ਸੰਤਾਂ ਕੋਲੋਂ ਮਾਫੀ ਮੰਗ ਲੂੰ, ਓਏ ਮੈਨੂੰ ਪਹਿਲੇ ਜਾਲਣ ਦਿਓ। ਸਿੰਘ ਇੰਨਾ ਜਜ਼ਬਾ ਸਿੰਘਾਂ ਦੇ ਵਿੱਚ ਵੀ ਇੱਕ ਦੂਸਰੇ ਤੋਂ ਅੱਗੇ ਹੋਣ ਵਾਸਤੇ ਵੀ, ਮਰਨ ਵਾਸਤੇ ਵੀ ਮਤਲਬ ਉੱਥੇ ਲੜ ਰਹੇ ਸੀ ਜੀ, ਵੀ ਮੈਂ ਪਹਿਲੇ ਸ਼ਹੀਦ ਹੋਣਾ, ਮੈਂ ਪਹਿਲੇ ਮੈਂ ਸੰਤਾਂ ਤੋਂ ਮਾਫੀ ਮੰਗ ਲੂੰਗਾ ਜੀ, ਤੇ ਇੱਕ ਦੂਸਰੇ ਨੂੰ ਧੱਕ ਰਹੇ ਸੀ ਜੀ। ਇੰਨਾ ਜਜ਼ਬਾ ਸੀਗਾ। ਤੇ ਇੱਥੋਂ ਤੱਕ ਵੀ ਉਹਨਾਂ ਨੇ ਜਿਹੜੇ ਗੈਸ ਸਿਲੰਡਰ ਰੱਖੇ ਹੋਏ ਸੀ ਅੰਦਰ, ਉਹਨਾਂ ਨੂੰ ਵੀ ਉਹਨਾਂ ਨੇ ਕਲਾਵਿਆਂ 'ਚ ਲੈ ਕੇ ਟੈਂਕਾਂ ਦੇ ਥੱਲੇ ਛਾਲਾਂ ਮਾਰੀਆਂ, ਜੋ ਕੁਝ ਵੀ ਕਰ ਸਕਦੇ। ਬੁਲਟ ਪ੍ਰੂਫ ਟੈਂਕ ਸੀ, ਫੌਜ ਅੰਦਰ ਸੀ ਜੀ, ਤੇ ਉਹਨਾਂ ਦਾ ਕੁਝ ਨਹੀਂ ਵਿਗੜਿਆ ਜੀ। ਤੇ ਫਿਰ ਜਦੋਂ ਉਹਨਾਂ ਨੇ ਦੇਖ ਲਿਆ ਬਈ ਸਾਡਾ ਕਿਸੇ ਨੇ ਕੀ ਵਿਗਾੜ ਲੈਣਾ ਹੈ, ਤੇ ਹੌਲੀ ਹੌਲੀ ਟੈਂਕ ਜਿਹੜੇ ਆ ਨਾ ਉਹ ਮਤਲਬ 11 ਵਜੇ 11:30 ਵਜੇ ਟੈਂਕ ਸਾਡੇ ਦਰਵਾਜ਼ੇ ਦੇ ਅੱਗੋਂ ਦੀ ਇੱਕ ਟੈਂਕ ਸੱਚ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਜਿੱਥੇ ਉੱਥੇ ਸੀਸ, ਹਾਂ ਉੱਥੇ ਇੱਕ ਟੈਂਕ ਧਸ ਗਿਆ ਸੀ, ਜਿਸ ਕਰਕੇ ਟੈਂਕ ਲੇਟ ਹੋਏ ਅਕਾਲ ਤਖਤ ਸਾਹਿਬ ਤੇ ਜਾਣ ਲਈ। ਜੀ, ਰਸਤਾ ਹੀ ਇੱਕ ਟੈਂਕ ਦੇ ਲੰਘਣ ਦਾ ਸੀ। ਉਹ ਟੈਂਕ ਉੱਥੇ ਅੜਿਆ ਰਿਹਾ ਤੇ ਫਿਰ ਇਹਨਾਂ ਨੇ ਮਤਲਬ ਉਹਨੂੰ ਪਾਸੇ ਕਰਕੇ ਤੇ ਫਿਰ ਜਦੋਂ 11:30 ਵਜੇ 11:15 11:30 ਸਾਡੇ ਦਰਵਾਜ਼ੇ ਦੇ ਅੱਗੋਂ ਟੈਂਕ ਲੰਘ ਗਏ ਸੀ। ਮਤਲਬ ਲੱਗਦੀ ਆਵਾਜ਼ ਸਭ ਨੇ ਬਹੁਤ ਵਾਹ ਲਾਈ। ਤੇ ਜਦੋਂ ਟੈਂਕ ਅੱਗੇ ਲੰਘ ਗਏ ਤੇ ਫਿਰ ਸਾਰਿਆਂ ਨੇ ਦੇਖਿਆ ਵੀ ਹੁਣ ਬੁਲਟ ਪ੍ਰੂਫ ਟੈਂਕਾਂ ਦਾ ਅਸੀਂ ਕੀ ਵਿਗਾੜ ਸਕਦੇ ਹਾਂ, ਸਾਡੇ ਛੋਟੇ ਮੋਟੇ ਹਥਿਆਰ। ਤੇ ਜਨਰਲ ਸ਼ਵੇਕ ਸੋਹਣੀ 5 ਜੂਨ ਸ਼ਾਮ ਨੂੰ ਸ਼ਹੀਦ ਹੋ ਗਏ ਸੀਗੇ ਹਨੇਰਾ ਹੋਣ ਤੋਂ ਪਹਿਲਾਂ ਹੀ। ਤੇ ਫਿਰ ਜਿਹੜਾ ਜਦੋਂ ਟੈਂਕ ਲੰਘ ਗਏ ਤੇ ਮੈਂ ਬੇਟੇ ਨੂੰ, ਹਨੇਰਾ ਹੀ ਸੀ ਪ੍ਰਕਰਮਾਂ ਦੇ ਵਿੱਚ, ਉਹ ਟੈਂਕ ਦੀਆਂ ਲਾਈਟਾਂ ਕਰਕੇ ਸਾਰਾ ਇੱਕ ਵਾਰੀ ਜਗਮਗਾ ਉੱਠਿਆ ਸੀ। ਅਕਾਲ ਤਖਤ ਸਾਹਿਬ ਵਾਲੇ ਪਾਸੇ ਅੱਗ ਲੱਗੀ ਹੋਈ ਸੀਗੀ ਤੇ ਤਾਂ ਸਾਰਾ ਦਿਸ ਰਿਹਾ ਸੀ ਸਾਨੂੰ। ਤੇ ਜਦੋਂ ਟੈਂਕ ਅੰਦਰ ਲੰਘ ਗਏ ਤੇ ਅੱਗੇ ਤੇ ਮੈਨੂੰ ਸਿੰਘ ਸਾਹਿਬ ਕਹਿੰਦੇ ਵੀ ਤਾਂ ਹੁਣ ਤਾਂ ਦਰਵਾਜ਼ੇ ਤੇ ਮੌਤ ਖੜੀ ਹੈ। ਤੇ ਮਨਪ੍ਰੀਤ ਸਿੰਘ ਨੂੰ ਚੁੱਕ ਲਿਆ, ਉਹਨੇ ਇੱਕ ਥੰਮ ਦੇ ਪਿੱਛੇ ਲਟਾਇਆ ਹੋਇਆ ਸੀ। ਗਿੱਲੇ ਸਟੋਰ ਵਾਲੇ ਦੇ ਨਾਲ ਦਾ ਕਮਰਾ ਜਿਹੜਾ ਪੌੜੀਆਂ ਦੇ ਨਾਲ ਉੱਪਰ ਚੜ੍ਹਦਾ ਸੀ, ਜਿਹੜੀਆਂ ਪੌੜੀਆਂ। ਤੇ ਮੈਂ ਜਾ ਕੇ ਇਹਨਾਂ ਨੇ ਟਾਰਚ ਮਾਰੀ ਬੇਟੇ ਦੇ ਉੱਤੇ ਤੇ ਉਹ ਖੇਡ ਰਿਹਾ ਸੀ ਹਨੇਰੇ 'ਚ ਹੀ, ਬਾਹਾਂ ਮਾਰਨ ਲੱਗ ਗਿਆ ਤੇ ਰੋਇਆ ਨਹੀਂ। ਇੰਨਾ ਅਥਰੂ ਗੈਸ ਦੇ ਜ਼ਹਿਰੀਲੇ ਗੋਲੇ, ਇੰਨਾ ਅੰਦਰ ਗਰਮੀ, ਭੁੱਖ ਤੇ ਇੰਨੀ ਭੜਾਸ ਅੰਦਰ, ਤੇ ਵੱਡੇ ਤੜਪ ਰਹੇ ਸੀਗੇ, ਪਰ ਉਹਨੇ ਚੂਹ ਨਹੀਂ ਕੀਤੀ ਪਿਓ ਦੇ ਪੁੱਤ ਨੇ। ਜਿਵੇਂ ਉਹ ਮਹਾਰਾਜ ਕੋਲ ਇੰਨੇ ਦਿਨ ਦਾ ਹੀ ਟਾਈਮ ਲੈ ਕੇ ਆਇਆ ਸੀ ਤੇ ਸ਼ਹਾਦਤ ਲੈਣੀ ਆਇਆ ਸੀ। ਤੇ ਉਹਨੇ ਸਾਡੀ ਕੁੱਖ ਉਹਨੇ ਕਰਮਾਂ ਵਾਲੀ ਬਣਾਉਣੀ ਸੀ। ਤੇ ਉਹਨੂੰ ਜਦੋਂ ਚੁੱਕ ਕੇ ਲੈ ਕੇ ਤੇ ਮੈਂ ਫਿਰ ਉਸੇ ਜਾਲੀ ਦੇ ਅੱਗੇ ਆ ਕੇ ਬੈਠ ਗਈ ਜਿੱਥੇ ਡਟੇ ਹੋਏ ਸੀਗੇ। ਤੇ ਉਹਨੂੰ ਮੈਂ ਦੁੱਧ ਦਿੱਤਾ ਤੇ ਮੈਨੂੰ ਕਹਿੰਦੇ ਵੀ ਹੁਣ ਤਾਂ ਚੰਦ ਘੜੀਆਂ ਆਪਣੀ ਜ਼ਿੰਦਗੀ ਹੈ। ਤੇ ਮੈਂ ਕਿਹਾ ਕੀਰਤਨ ਸੋਲੇ ਦਾ ਜਾਪ ਕਰ ਲਓ। ਤੇ ਕੀਰਤਨ ਸੋਲੇ ਦਾ ਪਾਠ ਕਰ ਲਿਆ। ਮੈਂ ਉਹਨੂੰ ਦੁੱਧ ਦੇ ਕੇ ਤੇ ਮੈਂ ਇੱਦਾਂ ਲਾ ਕੇ ਛਾਤੀ ਨਾਲ ਤੇ ਥਾਪੜ ਰਹੀ ਸੀਗੀ। ਤੇ ਜਦੋਂ ਇਹਨਾਂ ਨੇ
ਕੀਰਤਨ ਸੋਹਿਲੇ ਦਾ ਪਾਠ ਕੀਤਾ, ਅਰਦਾਸ ਕੀਤੀ ਜੀ ਤੇ ਵੀ ਗੁਰੂ ਸਾਹਿਬ ਸਾਡੇ ਤੋਂ ਜੋ ਹੋਇਆ ਤੇਰੇ ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ, ਤੇਰੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੋ ਕੁਝ ਅਸੀਂ ਕਰ ਸਕੇ, ਸਾਡੀ ਸੇਵਾ ਥਾਏ ਪਾਣੀ ਜੀ ਤੇ ਸਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਹੁਣ। ਜੀ ਤੇ ਅਰਦਾਸ ਕੀਤੀ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਫਿਰ ਇਹਨਾਂ ਨੇ ਮੈਨੂੰ ਫਤਿਹ ਬੁਲਾਈ, ਬੇਟੇ ਦਾ ਮੱਥਾ ਚੁੰਮਿਆ ਜੀ ਤੇ ਮੈਨੂੰ ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਈ ਜੀ ਤੇ ਮੈਨੂੰ ਕਹਿੰਦੇ ਵੀ ਮੈਨੂੰ ਬੋਲਿਆ ਚੱਲਿਆ ਮਾਫ਼ ਕਰੀ। ਮੈਂ ਕਿ ਮੈਂ ਇਹਨਾਂ ਦੇ ਪੈਰ ਫੜੇ, ਮੈਂ ਕਿਹਾ ਵੀ ਤੁਸੀਂ ਮੈਨੂੰ ਮਾਫ਼ ਕਰਿਓ, ਜੀ ਮੇਰਾ ਸੁਭਾਅ ਤੱਤਾ ਵੀ ਹੈ ਤੇ ਮੈਂ ਤਾਂ ਬੋਲੀ ਹੋਵਾਂਗੀ, ਤੁਸੀਂ ਤਾਂ ਕੀ ਬੋਲਣਾ ਸੀ। ਜੀ ਤੇ ਤੁਹਾਡੇ ਵਰਗਾ ਤੇ ਕੋਈ ਸਿਆਣਾ ਸਮਝਦਾਰ ਤੇ ਇੰਨਾ ਮਤਲਬ ਗੰਭੀਰ ਬੰਦਾ, ਇੰਨੀ ਜ਼ਿਆਦਾ ਵਧੀਆ ਸੋਚ ਉਹਨਾਂ ਦੀ ਤੇ ਇੰਨੀ ਦੇ ਵਿੱਚ ਸਹਿਜ ਸੀਗਾ ਜੀ ਤੇ ਬੰਦਗੀ ਵੀ ਸੀ ਉਹਨਾਂ ਦੀ। ਜੀ ਤੇ ਕਹਿੰਦੇ ਨਹੀਂ, ਮੈਂ ਤੁਹਾਨੂੰ ਬਾਰ-ਬਾਰ ਝਿੜਕਦਾ ਰਿਹਾ ਜੀ ਤੇ ਮੈਂ ਤੁਹਾਨੂੰ ਸਮਝ ਨਹੀਂ ਸਕਿਆ। ਜੀ ਮੈਂ ਕਿਹਾ ਵੀ ਅਸੀਂ ਵੀ, ਮੈਂ ਕਿਹਾ ਤੁਹਾਡਾ ਪੱਲਾ ਫੜਿਆ ਸੀਗਾ ਤੇ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਵੀ ਅਸੀਂ ਇਸ ਸੰਘਰਸ਼ ਦੀ ਭੇਟ ਚੜ੍ਹ ਜਾਈਏ ਜੀ ਤੇ ਚਲੋ ਸਾਡਾ ਕੋਈ ਮਤਲਬ ਜੀ ਥਾਂ ਬਣ ਜੂ, ਸਾਡਾ ਵੀ ਅਸੀਂ ਜੀ। ਵੀ ਕਹਿਣ ਵਾਲੇ ਬਣਾਂਗੇ ਵੀ ਕੋਈ ਔਰਤ ਵੀ ਸੀ ਅੰਦਰ ਕੋਈ। ਜੀ ਤੇ ਫਿਰ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਇੱਕ ਗੋਲੀ ਆਂਦੀ ਹੈ ਜਿਵੇਂ ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ 'ਚ ਲੰਘ ਗਈ ਜੀ ਤੇ ਪਿੱਛੇ ਪਤਲੀ ਮਾਸ ਦੀ ਤਹਿ 'ਚ ਅੜ ਗਈ। ਤੇ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਮੇਰੇ ਤੋਂ ਪਹਿਲੇ ਤਿਆਰੀ ਕਰ ਲਈ ਆ। ਜੀ ਅੱਜ ਮੇਰੇ ਵੱਲ ਇਹਨਾਂ ਨੇ ਜਦੋਂ ਦੇਖਿਆ ਤੇ ਮੇਰੇ ਸਿਰ ਥੱਲੇ ਹੱਥ ਰੱਖਿਆ ਵੀ ਪਿੱਛੇ ਜੇ ਡਿੱਗੇ ਤੇ ਅਸਲਾ ਸਿਰ ਤੇ ਵੱਜੂਗਾ ਤੇ ਸਿਰ ਪਾੜ ਜਾਊਗਾ, ਉੱਦਾਂ ਜੇ ਕੀ ਪਤਾ ਮਤਲਬ ਵੀ ਬਚ ਜਾਵੇ, ਹੈ ਨਾ। ਜੀ ਤੇ ਉਹ ਜਦੋਂ ਮੇਰੇ ਸਿਰ ਥੱਲੇ ਹੱਥ ਰੱਖ ਕੇ ਤੇ ਇੱਦਾਂ ਕੀਤਾ ਤੇ ਦੂਜੀ ਗੋਲੀ ਜਿਹੜੀ ਆ ਇਹਨਾਂ ਦੀ ਪੁੜਪੁੜੀ 'ਚੋਂ ਆਰ ਪਾਰ ਹੋ ਗਈ। ਜੀ ਥੱਲੇ ਮੈਂ ਸੀਗੀ, ਛਾਤੀ ਤੇ ਮੇਰਾ ਬੇਟਾ 18 ਦਿਨਾਂ ਦਾ ਉਦਣ ਹੋਇਆ ਸੀ। ਜੀ ਰਾਤ ਦੇ 12:15 ਵਜੇ ਦਾ ਟਾਈਮ ਸੀ, ਰਾਤ ਦੇ 12:15 ਵਜੇ 5 ਜੂਨ ਦੀ ਰਾਤ। ਜੀ 12 ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਗਿਆ 6 ਜੂਨ ਦਾ। 6 12:15 ਵਜੇ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਦੋਵਾਂ ਦੀ, ਪਿਓ ਪੁੱਤ ਦੀ। ਜੀ ਔਰ ਪਹਿਲਾਂ ਗੋਲੀ ਮੈਨੂੰ ਵੱਜੀ ਸੀ ਜੀ ਤੇ ਬੇਟਾ ਤੇ ਉਸੇ ਵੇਲੇ ਹੀ ਸ਼ਹੀਦ ਹੋ ਗਿਆ। ਤੇ ਮੇਰੇ ਗੋਲੀ ਪਿੱਛੇ ਆੜ ਗਈ ਜੀ ਤੇ ਇਹਨਾਂ ਦੀ ਪੁੜਪੁੜੀ 'ਚੋਂ ਗੋਲੀ ਆਰ ਪਾਰ ਹੋਈ ਤੇ ਇਹਨਾਂ ਦਾ ਵੀ ਸਾਰਾ ਖੂਨ ਮੇਰੇ ਸਿਰ ਤੇ ਨੁਚੜਿਆ। ਮੈਂ ਸਿਰ ਤੇ ਚੁੰਨੀ ਬੱਧੀ ਹੋਈ ਸੀ ਹਰੇ ਜਿਹੇ ਰੰਗ ਦੀ, ਮੂੰਗਿਆ ਰੰਗ ਦੀ, ਜੀ ਤੇ ਉਹ ਸਾਰੀ ਜੁੜੀ ਪਈ ਸੀ। ਜਦੋਂ ਮੈਂ ਦੇਖਿਆ ਬਾਅਦ ਦੇ ਵਿੱਚ, ਅੱਛਾ ਸਾਰੀ ਰਾਤ ਇਹਨਾਂ ਦਾ ਸਿਰ ਮੇਰੇ ਸਿਰ ਤੇ ਪਿਆ ਰਿਹਾ, ਬੇਟਾ ਛਾਤੀ ਤੇ ਪਿਆ ਰਿਹਾ ਸਾਰੀ ਰਾਤ। ਜੀ ਦਿਨ ਚੜ੍ਹ ਗਿਆ। ਜਦੋਂ ਦਿਨ ਚੜ੍ਹਿਆ ਤੇ ਮੈਂ ਹੇਠਾਂ ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ, ਨਾਲੇ ਤੜਪ ਰਹੀ ਸੀ ਵੀ ਮੈਨੂੰ ਕਾਹਤੋਂ ਛੱਡ ਗਏ ਹੋ, ਜੀ ਵੀ ਮੈਨੂੰ ਵੀ ਨਾਲ ਲੈ ਜਾਓ। ਜੀ ਤੇ ਇਹਨਾਂ ਨੇ ਇੱਕ ਸੇਵਾਦਾਰ ਸੀ ਕੁਲਵੰਤ ਸਿੰਘ, ਤੇ ਉਹਨੇ ਮੇਰੇ ਛਾਤੀ ਤੋਂ ਬੇਟੇ ਨੂੰ ਚੁੱਕ ਕੇ ਲਾਗੇ ਛੋਲਿਆਂ ਵਾਲਾ ਬੋਰੂ ਪਿਆ ਸੀ ਉਹਦੇ ਉੱਤੇ ਉਹਦੀ ਲਾਸ਼ ਰੱਖਤੀ। ਜੀ ਤੇ ਸਿੰਘ ਸਾਹਿਬ ਦਾ ਸਿਰ ਚੁੱਕ ਕੇ ਤੇ ਹਸਲੇ ਤੇ ਰੱਖ ਦਿੱਤਾ ਮੈਨੂੰ ਥੱਲਿਓਂ, ਜੀ ਮਤਲਬ ਮੇਰੇ ਸਿਰ ਤੋਂ ਚੁੱਕ ਲਿਆ। ਰਾਤ ਸਾਰੀ ਮੇਰੇ ਸਿਰ ਤੇ ਰਿਹਾ ਜੀ ਦਿਨ ਚੜ੍ਹਦੇ ਤੱਕ। ਤੇ ਫਿਰ ਇਹਨਾਂ ਨੇ ਜਦੋਂ ਉਹੀ ਕੁਲਵੰਤ ਸਿੰਘ, ਜੀ ਉਹ ਮੈਨੂੰ ਕਹਿੰਦਾ ਵੀ ਭੈਣ ਨੇ ਪਤਾ ਨਹੀਂ ਇਹਨੇ ਵੀ ਖਰੇ ਚੜ੍ਹਾਈ ਕਰ ਜਾਣਾ ਆ ਤੇ ਇਹਨੂੰ ਆਪਾਂ ਇਹਦੇ ਮੂੰਹ 'ਚ ਸਰੋਵਰ ਤੋਂ ਜਲ ਲਿਆ ਕੇ ਤੇ ਇਹਨੂੰ ਵੀ ਜਲ ਛਕਾ ਦਈਏ। ਜੀ ਤੇ ਕਹਿੰਦਾ ਮੈਨੂੰ ਲੱਗਦਾ ਵੀ ਫੌਜ ਹੁਣ ਹੈ ਨਹੀਂ ਗੀ ਪ੍ਰਕਰਮਾਂ ਦੇ ਵਿੱਚ। ਜੀ ਤੇ ਉਹਨੂੰ ਰੋਕਦੇ ਰਹੇ ਸਾਰੇ ਵੀ ਤੂੰ ਨਾ ਜਾ ਬਾਹਰ, ਵੀ ਫੌਜ ਪ੍ਰਕਰਮਾਂ 'ਚ ਹੀ ਹੈ ਤੇ ਤੂੰ ਨਾ ਜਾ। ਜੀ ਤੇ ਰੋਕਦੇ ਰਹੇ ਨਹੀਂ, ਕਹਿੰਦਾ ਮੈਂ ਦੌੜ ਕੇ ਜਾ ਕੇ ਜਲ ਦਾ ਗੜਬਾ ਭਰ ਕੇ ਤੇ ਮੈਂ ਲੈ ਕੇ ਆ ਜਾਣਾ ਤੇ ਤੁਹਾਨੂੰ ਸਾਰਿਆਂ ਨੂੰ ਜਲ ਛਕਾਉਣਾ ਜੀ ਤੇ ਨਾਲੇ ਭੈਣ ਜੀ ਨੂੰ ਛਕਾਉਣਾ। ਜੀ ਉਹ ਜਿਉਂ ਹੀ ਬਾਹਰ ਨਿਕਲਿਆ ਤੇ ਫੌਜੀ ਜਿਹੜੇ ਨੇ ਉਹ ਬੂਟਾਂ ਸਣੇ ਸ਼ਰਾਬੀ ਹੋਏ, ਸਿਗਟਾਂ ਪੀਣ ਡਏ, ਤੰਮਾਂ ਦੇ ਓਲੇ ਲੁਕੇ ਹੋਏ ਸੀ। ਜੀ ਉਹਨਾਂ ਨੇ ਆ ਕੇ ਜੱਫਾ ਪਾ ਲਿਆ। ਉਸ ਤੋਂ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਤੁਸੀਂ ਅੰਦਰ ਹੋ। ਹਾਂ, ਤੇ ਉਹਨਾਂ ਨੇ ਆ ਕੇ ਜੱਫਾ ਪਾ ਲਿਆ। ਉਹ ਬੱਚਾ ਅੰਦਰ ਰੋਂਦਾ ਤੇ ਭਾਵੇਂ ਰਾਤ ਕੋਈ ਗਨੇਡ ਸੁੱਟ ਕੇ ਤੇ ਮਾਰ ਦਿੰਦੇ ਜੀ ਸਾਰਿਆਂ ਨੂੰ। ਜੀ ਤੇ ਉਹ ਤਾਂ ਰੋਇਆ ਨਹੀਂ, ਜੀ ਉਹ ਤਾਂ ਆਪਣੀ ਜ਼ਿੰਦਗੀ ਲੇਖੇ ਲਾਉਣ ਆਇਆ ਸੀ, ਉਹ ਦੂਸਰਿਆਂ ਨੂੰ ਥੋੜੀ ਨਾ ਮਰਵਾਉਣ ਆਇਆ ਸੀ। ਜੀ ਤੇ ਉਹਨੂੰ ਜੱਫਾ ਪਾ ਲਿਆ, ਫੌਜ ਤੜਾ ਅੰਦਰ ਆ ਗਈ। ਜੀ ਮੈਂ ਰਛਪਾਲ ਸਿੰਘ ਉਹਨਾਂ ਦੇ ਗਾਲੇ ਇੱਕ ਰਿਵਾਲਵਰ ਸੀਗਾ ਤੇ ਮੈਂ ਉਹਦੀ ਮੁੱਠੀ ਨੂੰ ਹੱਥ ਪਾ ਲਿਆ। ਜੀ ਮੇਰੇ ਲਾਗੇ ਤੇ ਲਾਸ਼ ਪਈ ਸੀ, ਮੁੱਠੀ ਨੂੰ ਹੱਥ ਪਾ ਲਿਆ। ਮੈਂ ਕਿਹਾ ਵੀ ਮਰਤਾ ਜਾਣਾ ਹੀ, ਹੁਣ ਇਹਨਾਂ ਨੇ ਜਲੀਲ ਕਰਕੇ ਬੇਇੱਜ਼ਤ ਕਰਕੇ ਮਾਰਨਗੇ ਤੇ ਮਰਦੇ ਵੀ ਜੋ ਹੁੰਦਾ ਆਪਣੇ ਤੋਂ ਕਰੋ। ਉਹ ਸਾਡੇ ਦੁਸ਼ਮਣ ਹੀ ਹੋਣਾ ਤੇ ਦੁਸ਼ਮਣ ਹੀ ਤਾਂ ਕਿਸੇ ਨੂੰ ਮਾਰਨ ਗਏ ਨਹੀਂ ਸੀ, ਜੀ ਉਹ ਸਾਨੂੰ ਮਾਰਨ ਆਏ ਸੀ। ਜੀ ਤੇ ਉਹਨੇ ਫੌਜੀ ਨੇ ਜਦੋਂ ਅੰਦਰ ਆ ਗਈ ਧੜਾ ਫੌਜ ਤੇ ਮੇਰੇ ਦੁਆਲੇ ਹੋ ਗਏ ਤੇ ਉਹਨਾਂ ਨੇ ਜਦੋਂ ਦੇਖਿਆ ਮੈਂ ਰਿਵਾਲਵਰ ਨੂੰ ਮੁੱਠੀ ਨੂੰ ਹੱਥ ਪਾ ਲਿਆ ਤੇ ਉਹਨੇ ਬੂਟ ਸਣੇ ਮੇਰੇ ਐ ਜ਼ੋਰ ਨਾਲ ਹੱਥ ਦੱਬ ਦਿੱਤਾ। ਜੀ
ਫਿਰ ਇੱਕ ਸਿੰਘ ਸੀਗਾ ਜਿਹਨੇ ਮੈਨੂੰ ਬਾਹੋਂ ਫੜ ਕੇ ਤੇ ਮੈਨੂੰ ਖੜਾ ਕੀਤਾ ਜੀ ਵੀ ਜੇ ਤੇ ਆ ਖੜੀ ਹੋ ਜਾਏਗੀ ਤੇ ਇਹਨੂੰ ਬਾਹਰ ਕੱਢ ਲੈਂਦੇ ਆ, ਤੇ ਜੇ ਡਿੱਗ ਪਏਗੀ ਤੇ ਹੋਰ ਇਹਨੂੰ ਇੱਕ ਅੱਧੀ ਗੋਲੀ ਮਾਰਨਗੇ ਤੇ ਮਾਰ ਮੁਰ ਜਾਊਗੀ, ਹੈ ਨਾ, ਹੋਰ ਕੀ ਹੋਣਾ ਸੀ ਉੱਥੇ, ਹੋਰ ਤਾਂ ਕੁਝ ਹੋਣਾ ਨਹੀਂ ਸੀ। ਜੀ ਤੇ ਮੈਂ ਮਤਲਬ ਗੋਲੀ ਵੱਜੀ ਹੋਣ ਦੇ ਬਾਵਜੂਦ ਵੀ ਮਤਲਬ ਉੱਠ ਕੇ ਖਲੋ ਗਈ। ਜੀ ਖਲੋ ਗਈ ਤੇ ਮੈਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਕਰਕੇ ਦੋਵਾਂ ਲਾਸ਼ਾਂ ਨੂੰ ਨਮਸਕਾਰ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਤੇ ਮੈਂ ਕਮਰੇ 'ਚੋਂ ਬਾਹਰ ਨਿਕਲ ਗਈ। ਜੀ ਤੇ ਫਿਰ ਸਾਨੂੰ ਇਹਨਾਂ ਨੇ ਬਾਹਰ ਬਰਾਂਡੇ ਦੇ ਵਿੱਚ ਸਾਰਿਆਂ ਨੂੰ ਇਕੱਲੇ ਇਕੱਲੇ ਕਰਕੇ ਤੇ ਖੜੇ ਕਰ ਲਿਆ ਜੀ ਵੀ ਕੰਧ ਵੱਲ ਨੂੰ ਮੂੰਹ ਕਰਕੇ ਖੜੇ ਹੋ ਜਾਓ। ਪਿੱਛੇ ਚੈਂਬਰਾਂ 'ਚ ਗੋਲੀਆਂ ਚੜਾ ਲਈਆਂ, ਇੱਕ ਇੱਕ ਬੰਦੇ ਦੇ ਪਿੱਛੇ ਇੱਕ ਇੱਕ ਫੌਜੀ ਖੜਾ ਹੋ ਗਿਆ। ਜੀ ਸਾਨੂੰ ਮਾਰਨ ਹੀ ਵਾਲੇ ਸੀਗੇ। ਤੇ ਜਿਹੜੀ ਆਟਾ ਮੰਡੀ ਵਾਲੇ ਪਾਸੇ ਇੱਕ ਡਿਉੜੀ ਆ, ਹਾਂਜੀ ਉਸ ਪਾਸੇ ਇੱਕ ਸਿੱਖ ਅਫਸਰ ਸੀਗਾ, ਕੋਈ ਅਨਾਉਂਸਮੈਂਟ ਕਰ ਰਿਹਾ ਸੀਗਾ ਤੇ ਉਹਨੇ ਕਿਹਾ ਵੀ ਇਹਨਾਂ ਨੂੰ ਮਾਰੋ ਨਾ, ਇੱਧਰ ਲੈ ਆਓ। ਤੇ ਉਹ ਫਿਰ ਸਾਨੂੰ ਉੱਥੇ ਉਹਨਾਂ ਇੱਦਾਂ ਹੀ ਸਾਨੂੰ ਅੱਗੇ ਲਾ ਕੇ ਤੇ ਉਹ ਉੱਥੇ ਲੈ ਗਏ ਡਿਉੜੀ ਤੇ। ਉਸ ਡਿਉੜੀ ਤੇ ਲਿਜਾ ਕੇ ਉੱਥੇ ਬਿਠਾਤਾ ਤੇ ਬੀਬੀਆਂ ਤੇ ਬੱਚੇ ਤੜਪ ਰਹੇ ਸੀ ਕਾਫੀ, ਅੰਦਰੋਂ ਬੀਬੀਆਂ ਕਮਰਿਆਂ 'ਚੋਂ ਕੱਢ ਕੇ ਲਿਆਏ ਸੀ। ਜੀ ਤੇ ਜਿਹਦੇ ਵਿੱਚ ਸੁਰਿੰਦਰ ਸਿੰਘ ਜੋਧਪੁਰੀ ਦੀ ਮਾਤਾ ਵੀ ਸੀਗੀ, ਜੋਗਿੰਦਰ ਸਿੰਘ ਵਧੰਤੀ ਉਹਦੀ ਘਰ ਵਾਲੀ, ਉਹਦੀ ਸੱਸ ਵੀ ਸੀ। ਜੀ ਤੇ ਨਰਿੰਦਰ ਸਿੰਘ ਜਿਹੜਾ ਇੱਕ ਸੂਚਨਾ ਦਫ਼ਤਰ ਦਾ ਇੰਚਾਰਜ ਸੀਗਾ, ਨਰਿੰਦਰ ਸਿੰਘ ਨੰਦਾ ਕਰਕੇ ਉਹਦਾ ਪਰਿਵਾਰ ਵੀ ਸੀਗਾ। ਜੀ ਕੁਛ ਲੋਕਾਂ ਨੂੰ ਮੈਂ ਪਛਾਣਦੀ ਸੀਗੀ, ਬਾਕੀਆਂ ਦਾ ਯਾਤਰੂ ਵੀ ਸੀਗੇ। ਜੀ ਤੇ ਇਦਾਂ ਕਰਕੇ ਉਹਨਾਂ ਨੂੰ ਸਾਰਿਆਂ ਨੂੰ, ਉਹ ਬੱਚੇ ਤੇ ਔਰਤਾਂ ਤੜਪ ਰਹੇ ਸੀ, ਪਾਣੀ ਪਾਣੀ ਕਰ ਰਹੇ ਸੀ। ਜੀ ਤੇ ਉਹਨੇ ਫੌਜੀ ਨੇ ਕਿਹਾ, ਕਹਿੰਦਾ ਜਾਓ, ਕਹਿੰਦਾ ਸਰੋਵਰ 'ਚੋਂ ਪੀ ਲਓ ਜਾ ਕੇ। ਜੀ ਤੇ ਉਹ ਜਦੋਂ ਸਰੋਵਰ ਨੂੰ ਸਾਰੇ ਉੱਠ ਕੇ ਤੁਰੇ ਤੇ ਮੈਂ ਵੀ ਮਗਰ ਚਲ ਗਈ। ਮੈਂ ਸਾਹਮਣੇ ਅਕਾਲ ਤਖਤ ਸਾਹਿਬ ਵੀ ਦੇਖਣਾ ਸੀ। ਜੀ ਧਿਆਨ ਸਾਡਾ ਜਰਨੈਲ ਸੋਹਣਾ ਦੇ ਵਿੱਚ ਸੀਗਾ। ਜੀ ਤੇ ਜਦੋਂ ਪਰਿਕਰਮਾ ਦੇ ਵਿੱਚੋਂ ਲੰਘ ਕੇ ਗਏ ਤੇ ਖੂਨ ਨਾਲ ਲੱਥ-ਪੱਥ ਸੀ ਸਾਰੀ ਪਰਿਕਰਮਾ। ਜੀ ਛੋਟੇ ਛੋਟੇ ਬੱਚਿਆਂ ਦੀਆਂ ਵੀ ਲਾਸ਼ਾਂ, ਸਿੰਘਾਂ ਦੀਆਂ, ਕਈਆਂ ਦੇ ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਇੱਦਾਂ ਕਿਸੇ ਦਾ ਅੱਧਾ ਹਿੱਸਾ ਫਟਿਆ, ਕਿਸੇ ਦਾ ਅੱਧਾ ਸਿਰ ਲੱਥਿਆ, ਜੀ ਮਤਲਬ ਇੱਦਾਂ ਦੁਰਦਸ਼ਾ ਵਾਲੀਆਂ ਲਾਸ਼ਾਂ ਜੀ ਤੇ ਪਈਆਂ ਸੀ। ਪਰਿਕਰਮਾ ਦੇ ਵਿੱਚ ਖੂਨ ਬਹੁਤ ਜ਼ਿਆਦਾ ਸੀ। ਜੀ ਤੇ ਪੈਰ ਬਚਾ ਕੇ ਧਰਦੀ ਮੈਂ ਸ਼ਹੀਦਾਂ ਦੇ ਪਵਿੱਤਰ ਖੂਨ ਦੇ ਉੱਤੋਂ ਮੈਂ ਵੀ ਹੌਲੀ ਹੌਲੀ ਚਲੀ ਗਈ ਤੇ ਸਰੋਵਰ ਦੇ ਕੰਢੇ ਜਾ ਕੇ ਬਹਿ ਗਈ। ਇੱਕ ਬੁੱਕ ਭਰ ਕੇ ਮੈਂ ਵੀ ਜਲ ਛਕ ਲਿਆ। ਜੀ ਤੇ ਜਲ ਦਾ ਸਵਾਦ ਬਹੁਤ ਹਬਕ ਮਾਰ ਰਿਹਾ ਸੀ ਖੂਨ ਨਾਲ, ਮਤਲਬ ਲਾਲ ਸੀ ਜਲ। ਜੀ ਲਾਸ਼ਾਂ ਤੈਰੀਆਂ ਸੀ ਸਰੋਵਰ ਦੇ ਵਿੱਚ। ਤੇ ਉੱਥੋਂ ਫਿਰ ਅਕਾਲ ਤਖਤ ਸਾਹਿਬ ਦੇਖਿਆ ਤੇ ਆਖਰੀ ਛੱਜਾ ਜਿਹੜਾ ਉਹ ਡਿੱਗ ਰਿਹਾ ਸੀ, ਅੱਗ ਲੱਗੀ ਹੋਈ ਸੀ ਅਕਾਲ ਤਖਤ ਸਾਹਿਬ ਦੀ ਕਮਰਿਆਂ 'ਚ ਅੱਗਾਂ ਲੱਗੀਆਂ ਹੋਈਆਂ ਸੀ। ਇਹ ਬਾਅਦ ਦੁਪਹਿਰ ਦੀ ਗੱਲ ਹੈ, ਜੀ 6 ਜੂਨ 6 ਜੂਨ ਦੁਪਹਿਰ। ਫਿਰ ਇਹਨਾਂ ਨੇ ਸਾਨੂੰ ਉੱਥੋਂ ਅੱਗੇ ਲਾ ਲਿਆ ਜੀ ਬਾਹਰ ਘੰਟਾ ਘਰ ਵਾਲੇ ਪਾਸੇ ਲੈ ਕੇ ਜੀ ਜਾਣ ਵਾਸਤੇ। ਹੌਲੀ ਹੌਲੀ ਅਸੀਂ ਤੁਰ ਰਹੇ ਸੀ। ਮੈਨੂੰ ਇੱਕ ਫੌਜੀ ਨੇ ਪੁੱਛਿਆ ਵੀ ਉਹ ਅੰਦਰ ਬੱਚਾ ਕਿਸਕਾ ਮਰਾ ਪੜਾ ਹੈ, ਉਹ ਆਦਮੀ ਕੌਣ ਮਰਾ ਪੜਾ? ਮੈਂ ਕਿ ਮੁਝੇ ਨਹੀਂ ਪਤਾ। ਜੀ ਚੁੱਪ ਰਹੀ, ਜੀ ਕੁਛ ਨਹੀਂ ਦੱਸਿਆ। ਮੈਂ ਸਿਰ ਮਾਰਿਆ ਤੇ ਉਹਨਾਂ ਨੂੰ ਅੰਦਾਜ਼ਾ ਸੀ ਵੀ ਸ਼ਾਇਦ ਵੀ ਇਹੀ ਔਰਤ ਉੱਥੋਂ ਨਿਕਲੀ ਹੈ ਤੇ ਇਹਦਾ ਹੀ ਬੱਚਾ ਹੋ ਸਕਦਾ ਹੈ। ਤੇ ਫਿਰ ਸਾਨੂੰ ਹੌਲੀ ਹੌਲੀ ਅਸੀਂ ਚਲੇ ਗਏ, ਲਾਸ਼ਾਂ ਤੋਂ ਪੈਰ ਬਚਾ ਕੇ ਅਸੀਂ ਘੰਟਾ ਘਰ ਵਾਲੇ ਪਾਸੇ ਲਿਆ ਕੇ ਉਹਨਾਂ ਨੇ ਉੱਥੇ ਬਿਠਾ ਲਿਆ। ਤੇ ਮੇਰੀ ਹਾਲਤ ਕੁਛ ਜ਼ਿਆਦਾ ਵਿਗੜੀ ਹੋਈ ਸੀ, ਛਾਤੀ 'ਚ ਗੋਲੀ ਵੱਜੀ ਸੀ, ਛਾਤੀ ਵੀ ਦੇ ਇੱਥੋਂ ਤੱਕ ਮੇਰੀ ਕਮੀਜ਼ ਖੂਨ ਨਾਲ ਭਿੱਜੀ ਪਈ ਸੀ। ਮਨਪ੍ਰੀਤ ਸਿੰਘ ਦਾ ਵੀ ਖੂਨ, ਮੇਰਾ ਵੀ। ਤੇ ਸਿਰ 'ਚ ਕਿਤੇ ਰਛਪਾਲ ਸਿੰਘ ਉਹਨਾਂ ਦਾ ਖੂਨ ਡੁੱਲ ਕੇ ਸਾਰਾ, ਤੇ ਉਹ ਮੇਰਾ ਸਿਰ ਜੁੜਿਆ ਹੋਇਆ ਸੀ, ਚੁੰਨੀ ਸਾਰੀ ਲਾਲ ਹੋਈ ਹੋਈ ਸੀ ਜਿਹੜੀ ਸਿਰ ਤੇ ਬੱਧੀ ਹੋਈ ਸੀ। ਤੇ ਉਹ ਜਦੋਂ ਮੇਰਾ ਇਦਾਂ ਦਾ ਉਹਨਾਂ ਨੇ ਹੁਲੀਆ ਦੇਖਿਆ ਤੇ ਉਹਨਾਂ ਨੇ ਮੈਨੂੰ ਉਹ ਸਾਰੀਆਂ ਬੀਬੀਆਂ ਦੇ ਵਿੱਚੋਂ ਅਲੱਗ ਕਰਕੇ ਪਾਸੇ ਕਰਕੇ ਬਿਠਾ ਲਿਆ। ਜਿਹੜੀਆਂ ਦੁਕਾਨਾਂ ਸੀ ਘੰਟਾ ਘਰ ਵਾਲੇ ਪਾਸੇ ਦਰਬਾਰ ਸਾਹਿਬ ਦੇ ਦੀਆਂ ਦੁਕਾਨਾਂ, ਦਰਬਾਰ ਸਾਹਿਬ ਦੀਆਂ ਦੁਕਾਨਾਂ, ਪ੍ਰਾਪਰਟੀ ਜਿਹੜੀ ਉਹ ਉੱਥੇ ਕਰਕੇ ਮੈਨੂੰ ਕੱਲੀ ਨੂੰ ਬਿਠਾ ਲਿਆ। ਸਾਹਮਣੇ ਬੀਬੀਆਂ ਬਿਠਾ ਲਈਆਂ। ਇੱਧਰ ਦਰਬਾਰ ਸਾਹਿਬ ਦੇ ਸਾਹਮਣੇ ਸਿੰਘ ਜਿਹੜੇ ਅੰਦਰੋਂ ਅਰੈਸਟ ਕੀਤੇ ਸੀ ਉਹ ਸਾਰੇ ਦੇ ਸਾਰੇ ਇੱਦਾਂ ਹੱਥ ਬੱਧੇ ਹੋਏ ਸੀ, ਸਿਰ ਨੰਗੇ। ਤੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਕਰਕੇ ਮੂੰਹ ਵੀ ਹੈ, ਜੇ ਤੁਸੀਂ ਆਪਣੇ ਹੱਕ ਮੰਗੋਗੇ, ਜੇ ਤੁਸੀਂ ਸਰਕਾਰ ਦੇ ਖਿਲਾਫ ਲੜਨ ਦੀ ਗੱਲ ਕਰੋਗੇ ਤੇ ਤੁਹਾਡਾ ਇਹ ਹਾਲ ਹੋਵੇਗਾ, ਦੇਖ ਲਓ ਤੁਹਾਡਾ। ਇਹ ਵਰਡਿੰਗ ਸੀ ਉਹਨਾਂ ਦੀ ਫੌਜੀਆਂ? ਇਹ ਨਹੀਂ, ਇਸ ਤੋਂ ਪਰੇ ਵੀ ਬਹੁਤ ਕੁਛ। ਕਿੱਥੇ ਗਿਆ ਤੁਹਾਡਾ ਭਿੰਡਰੀ ਵਾਲਾ, ਕਹਾਂ ਗਿਆ ਤੁਹਾਡਾ 11ਵਾਂ ਗੁਰੂ, ਕਹਾਂ ਗਿਆ। ਇਹ ਬਹੁਤ ਕੁਝ ਬੋਲ ਰਹੇ ਸੀ ਉਸ ਵੇਲੇ। ਫਿਰ ਉਹਨਾਂ ਨੇ 3 ਬੰਦੇ ਲਿਆਂਦੇ ਪਰਿਕਰਮਾ, ਇੱਧਰੋਂ ਸੇਵਾਦਾਰਾਂ ਨੂੰ ਫੜ ਕੇ ਵਾਰੀ ਵੀ ਆ ਦੱਸੋ ਇਹ ਬੀਬੀ ਕੌਣ ਹੈ। ਤੇ ਕਿਸੇ ਨੇ ਮੈਨੂੰ ਦੱਸਿਆ, ਉਹ 3 ਸੇਵਾਦਾਰ ਸ਼ੂਟ ਕਰਤੇ। ਰਾਤ ਪੈ ਗਈ, ਫਿਰ ਗੋਲੀ ਤੇਜ਼ ਹੋਈ।
ਫਿਰ ਅੰਦਰੋਂ ਫਿਰ ਇਹਨਾਂ ਨੇ ਇੱਦਾਂ ਚੱਲਦਾ ਰਿਹਾ। ਬੀਬੀਆਂ ਨੂੰ ਕਿਹਾ ਵੀ ਤੁਸੀਂ ਲੇਟ ਜਾਓ। ਗਿੱਠ ਗਿੱਠ ਸਿੱਕਾ ਬਰੂਦ ਤੇ ਗੋਲੀ ਗਾਲੀ ਮਤਲਬ ਸ਼ਰੇ ਸ਼ੁਰੇ ਪਏ ਸੀ ਜੀ। ਤੇ ਸਾਰੀਆਂ ਬੀਬੀਆਂ ਨੇ ਤੇ ਹੱਥ ਮਾਰ ਕੇ ਲੇਟ ਗਈਆਂ ਤੇ ਮੇਰੇ ਛਾਤੀ 'ਚ ਗੋਲੀ ਵੱਜੀ ਹੋਈ ਸੀਗੀ ਤੇ ਮੇਰਾ ਸਾਹ ਵੀ ਔਖਾ ਹੋ ਰਿਹਾ ਸੀਗਾ ਜੀ। ਤੇ ਮੈਂ ਜਦੋਂ ਹੱਥ ਮਾਰ ਲੱਗੀ ਤੇ ਫੌਜੀ ਨੇ ਆ ਕੇ ਤੇ ਮੇਰੇ ਬੱਟ ਮਾਰਿਆ, ਕਹਿੰਦਾ ਇਸਕੇ ਉੱਪਰ ਲੇਟੋ। ਅੱਛਾ ਜੀ। ਹਾਂ, ਉਸ ਦੇ ਤਪ ਉੱਪਰ ਕੇ ਤਾਮਾ ਹੋਈ ਸੀ ਧਰਤੀ, 6 ਜੂਨ ਦਾ ਦਿਨ ਸੀ ਜੀ। ਤੇ ਨੰਗੇ ਪੈਰ ਖਾਲੀ ਹੱਥ ਅੰਦਰੋਂ ਨਿਕਲੀ ਸੀ, ਪਰ ਅਜੇ ਵੀ ਮੈਂ ਸੰਜਨੈਲ ਸੋਹਣਾ ਨੂੰ ਲੱਭ ਰਹੀ ਸੀ ਜੀ ਵੀ ਕਿਤੇ ਬਾਪੂ ਮੈਨੂੰ ਜਾਂਦੀ ਵਾਰ ਦਾ ਕਿਤੇ ਮੈਨੂੰ ਦਰਸ਼ਨ ਦੇ ਜਾਵੇ ਜੀ। ਤੇ ਪਾਠ ਕਰੋ, पाठ गुटके पढ़ो। अब बताओ तुम्हारा 11वां गुरु कहाँ है, अब बताओ भिंडरी वाला कहाँ है। मतलब ਤੋਪਾਂ ਦੇ ਮੂੰਹ ਦਰਬਾਰ ਸਾਹਿਬ ਨੂੰ ਕਰਕੇ ਉਹਨਾਂ ਨੇ LMGਆਂ ਫਿੱਟ ਕੀਤੀਆਂ ਸੀ। ਤੋਪਾਂ ਦਾ ਮਤਲਬ ਮੂੰਹ ਸਾਡੇ ਸਾਰਿਆਂ ਵੱਲ ਨੂੰ ਸੀਗਾ, ਪੂਰਾ ਉਹ ਸਾਹਮਣਾ ਪਾਸਾ ਕਵਰ ਕੀਤਾ ਹੋਇਆ ਸੀ ਜੀ। ਤੇ ਫਿਰ ਅਕਾਲ ਤਖਤ ਸਾਹਿਬ ਦੀ ਨਾਲ ਦੀ ਬਾਈ ਵਾਲੇ ਪਾਸੇ ਉਧਰ ਚਬਾਰਿਆਂ ਦੇ ਵਿੱਚ ਉਹ ਹਿੰਦੂ ਨਿਕਲੇ ਜੀ। ਰਾਤ ਦਾ 8 ਵਜੇ ਦਾ ਟਾਈਮ ਸੀ। ਉਹ ਨਿਕਲੇ, ਉਹਨਾਂ ਨੇ ਛੋਲੇ ਪੂੜੀਆਂ ਤੇ ਲੱਡੂ ਵੰਡੇ, ਭੰਗੜੇ ਪਾਏ ਜੀ। ਸਿੱਖ ਵਿਰੋਧੀ ਨਾਅਰੇ ਲਾਏ। ਫੌਜ ਨੂੰ ਵੰਡੇ ਉਹਨਾਂ ਨੇ? ਹਾਂ, ਫੌਜ ਨੂੰ ਵੰਡੇ, ਆਪਸ ਵਿੱਚ ਵੰਡੇ ਜੀ। ਤੇ ਜਿਹੜੇ ਬਚੇ ਉਹ ਬੀਬੀਆਂ ਬੱਚਿਆਂ ਵਾਲੇ ਪਾਸੇ ਭੇਜੇ ਜੀ। ਉਹਨਾਂ ਨੇ ਜਦੋਂ ਕਿਸੇ ਨੇ ਲੈ ਲਿਆ, ਕਿਸੇ ਨੇ ਨਾ ਲੈ ਲਿਆ ਤੇ ਜਦੋਂ ਮੇਰੇ ਲਾਗੇ ਆਏ ਤੇ ਮੈਂ ਕਿਹਾ ਵੀ ਨਹੀਂ, ਮੈਨੂੰ ਨਹੀਂ ਚਾਹੀਦਾ, ਮੈਨੂੰ ਭੁੱਖ ਨਹੀਂ ਜੀ। ਤੇ ਮੈਂ ਨਹੀਂ ਲਏ ਜੀ। ਤੇ ਮਤਲਬ ਇੰਨਾ ਉਹ ਖੁਸ਼ੀ ਮਨਾਈ ਉਹਨਾਂ ਨੇ, ਇੰਨਾ ਨੱਚੇ, ਇੰਨੇ ਨਾਅਰੇ ਮਾਰੇ ਉਹਨਾਂ ਨੇ ਜੀ। ਸਿੱਖ ਚਿੰਨ੍ਹਾਂ ਦੇ ਖਿਲਾਫ, ਕਕਾਰਾਂ ਦੇ ਖਿਲਾਫ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ, ਸੰਤ ਜਰਨੈਲ ਸੋਹਣਾ ਦੇ ਖਿਲਾਫ, ਬਾਜਾਂ ਵਾਲੇ ਪਿਤਾ ਜੀ। ਜੀ। ਮਤਲਬ ਸੁਣਿਆ ਨਹੀਂ ਸੀ ਜਾਂਦਾ ਜੋ ਕੁਝ ਉਹ ਕਰ ਰਹੇ ਸੀ, ਦੇਖਿਆ ਨਹੀਂ ਸੀ ਜਾ ਰਿਹਾ ਜੀ। ਤੇ ਫਿਰ ਉੱਥੇ ਰਾਤ ਉੱਦਾਂ ਹੀ ਸਾਰੀ ਰਾਤ ਜਿਸ ਤਰ੍ਹਾਂ ਮਾਛੀਵਾੜੇ ਦੇ ਵਿੱਚ ਬਾਜਾਂ ਵਾਲੇ ਪਿਤਾ ਜੀ ਕੰਡਿਆਂ ਦੀ ਸੇਜ ਤੇ ਪਏ ਸੀ, ਸੁਣੀਦਾ, ਦੇਖਿਆ ਤਾਂ ਨਹੀਂ ਜੀ, ਪਰ ਅੱਜ ਉਹ ਵੀ ਇੱਕ ਮਾਛੀਵਾੜਾ ਬਣ ਗਿਆ ਸੀਗਾ ਜੀ। ਵੀ ਗਿੱਠ ਗਿੱਠ ਸਿੱਕਾ ਬਰੂਦ ਤੇ ਰੋੜੀ ਬਜਰੀ ਥੱਲੇ ਖਿਲ ਰਹੀ ਹੈ ਤੇ ਉੱਤੇ ਆਪਾਂ ਪਏ ਸੀ ਜੀ। 3 ਵਜੇ ਤੇ ਮੈਂ ਕਿੱਥੇ ਨੀਂਦ ਆਈ, ਸਾਰੀ ਰਾਤ ਦਰਦ ਦੇ ਵਿੱਚ ਪਈ ਰਹੀ ਜੀ। ਤੇ ਉਹ ਤਿੱਖੇ ਜਿਹੜੇ ਮਤਲਬ ਕੰਕਰੀਟ ਸੀ ਤੇ ਜਿਹੜਾ ਸਿੱਕਾ ਬਰੂਦ ਦੇ ਤਿੱਖੀਆਂ ਉਹ ਸੀਗੀਆਂ ਜੀ। ਪੱਚਰਾਂ ਜੀਆਂ ਉਹ ਮੇਰੇ ਪਿੱਛੇ ਪਿੱਠ ਦੇ ਵਿੱਚ ਤੇ ਲੱਤਾਂ ਬਾਹਾਂ 'ਚ ਖੁੱਭ ਗਈਆਂ ਜੀ। ਤੇ ਸਾਰਾ ਸਰੀਰ ਜ਼ਖਮੀ ਹੋ ਗਿਆ ਮੇਰਾ। ਤੇ 3 ਵਜੇ ਉੱਠ ਕੇ ਮੈਂ ਫਿਰ ਔਖੀ ਹੋ ਕੇ ਉੱਠ ਕੇ ਬੈਠ ਕੇ ਮੈਂ ਬਾਣੀ ਪੜ੍ਹਨ ਲੱਗੀ ਜੀ। ਤੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਧਿਆਨ ਜਾ ਰਿਹਾ ਸੀ। ਅੱਜ ਸਨਾਟਾ ਛਾਇਆ ਹੋਇਆ ਸੀ, ਉੱਥੇ ਕੋਈ ਕੀਰਤਨ ਨਹੀਂ ਸੀ ਹੋ ਰਿਹਾ, ਜੀ। ਕੋਈ ਚਹਿਲ ਪਹਿਲ ਨਹੀਂ ਸੀ, ਬਰਬਾਦੀ ਤੇ ਟੁੱਟ ਭੱਜ ਤੇ ਸਾੜ ਫੂਕ ਤੇ ਮਤਲਬ ਦਰਦ ਹੀ ਦਰਦ, 4 ਚੁਫੇਰੇ ਜਿਹੜਾ ਨਾ ਉਹ ਮਤਲਬ ਨਜ਼ਰ ਪੈ ਰਿਹਾ ਸੀਗਾ, ਲਾਸ਼ਾਂ ਹੀ ਲਾਸ਼ਾਂ ਦਿਸ ਰਹੀਆਂ ਸੀਗੀਆਂ ਜੀ। ਤੇ ਫਿਰ ਉਹਨਾਂ ਨੇ ਦਿਨ ਚੜ੍ਹਿਆ ਤੇ ਫਿਰ ਮੈਂ ਅਰਦਾਸ ਕੀਤੀ, ਫਿਰ ਉਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਸਰਬੱਤ ਦਾ ਭਲਾ ਮੰਗ ਕੇ ਸਾਡਾ ਫਿਰ ਦੇਣਾ ਜਿਹੜਾ ਉਹ ਸ਼ੁਰੂਆਤ ਹੋਈ ਜੀ। ਫਿਰ ਉਹਨਾਂ ਨੇ 3 ਟਰੱਕ ਲਾਸ਼ਾਂ ਦੇ ਭਰੇ। 3 ਟਰੱਕ 3 ਟਰੱਕ ਓਪਨ ਫੌਜ ਨੇ ਲਾਸ਼ਾਂ ਦੇ ਭਰੇ ਜੀ। ਮੇਰੇ ਅੱਖਾਂ ਦੇ ਸਾਹਮਣੇ ਲਾਸ਼ਾਂ ਦੇ ਟਰੱਕ ਇਦਾਂ ਭਰੇ ਜਿੱਦਾਂ ਮਤਲਬ ਨਾ ਕੂੜਾ ਕਬਾੜ ਚੁੱਕ ਚੁੱਕ ਕੇ ਟਰੱਕਾਂ ਦੇ ਵਿੱਚ ਸੁੱਟਦੇ ਨੇ ਜੀ। ਇੱਦਾਂ ਲਾਸ਼ਾਂ ਦੇ ਮਤਲਬ ਇੱਕ ਦੂਸਰੇ ਦੇ ਉੱਤੇ ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੇ 3-4 ਲਾਸ਼ਾਂ ਅੰਦਰੋਂ ਕੱਢੀਆਂ ਜਿਹੜੀਆਂ ਕੱਪੜਿਆਂ 'ਚ ਲਪੇਟੀਆਂ ਹੋਈਆਂ ਸੀਗੀਆਂ ਤੇ ਅੰਬੈਸਡਰ ਗੱਡੀਆਂ ਦੇ ਵਿੱਚ ਗਈਆਂ 3 ਲਾਸ਼ਾਂ ਜੀ। ਤੇ ਜਨਰਲ ਸ਼ਵੇਕ ਸੋਹਣਾ ਦੀ ਲਾਸ਼ ਫੁੱਲ ਗਈ ਹੋਈ ਸੀਗੀ ਗਰਮੀ ਦੇ ਨਾਲ ਤੇ ਉਹ ਇਹਨਾਂ ਨੇ ਟਰੱਕ ਦੀ ਓਪਨ ਬਾਡੀ ਦੇ ਉੱਤੇ ਉਹਨੂੰ ਲੈ ਕੇ ਗਏ ਨੇ ਲਾਸ਼ ਨੂੰ ਜੀ। ਸੰਤ ਜਰਨੈਲ ਸੋਹਣਾ ਦੀ ਲਾਸ਼ ਦੀ ਸ਼ਨਾਖਤ ਵੀ ਬਾਈ ਹਰਚਰਨ ਸਿੰਘ ਰੋਡੇ ਹੁਣੀ ਆਏ, ਉਹਨਾਂ ਨੇ ਕੀਤੀ ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਇੱਕ ਟਰੱਕ ਦੇ ਵਿੱਚ ਚੜ੍ਹਾ ਲਿਆ। ਉਹ ਟਰੱਕ ਕਾਫੀ ਉੱਚਾ ਸੀਗਾ ਤੇ ਉਹਦੇ ਥੱਲੇ 2-3 ਸਟੈਪਾਂ ਵਾਲੀ ਪੌੜੀ ਜੀ ਲਾਈ ਤੇ ਬੀਬੀਆਂ ਬੱਚੇ ਸਾਰੇ ਉਹਦੇ ਵਿੱਚ ਭਰ ਲਏ ਜੀ। ਤੇ ਉਹ ਫਿਰ ਇੱਕ ਸਰਕਾਰੀ ਸਕੂਲ ਸੀਗਾ ਕੋਈ ਆਰਮੀ ਦਾ ਤੇ ਉਹਦੇ ਵਿੱਚ ਲਿਜਾ ਕੇ ਸਾਨੂੰ ਕੈਂਪ ਦੇ ਵਿੱਚ ਉੱਥੇ ਜੀ ਬੰਦ ਕੀਤਾ। ਅੰਮ੍ਰਿਤਸਰ ਦੇ ਵਿੱਚ ਜੀ? ਅੰਮ੍ਰਿਤਸਰ ਦੇ ਵਿੱਚ ਜੀ। ਕੈਂਪ ਦੇ ਵਿੱਚ ਲਿਜਾ ਕੇ ਵੀ ਉਹਨਾਂ ਨੇ ਮੈਨੂੰ ਅਲੱਗ ਕਰ ਲਿਆ ਸੀਗਾ ਵੀ ਇਹ ਔਰਤ ਆਮ ਸਧਾਰਨ ਔਰਤ ਨਹੀਂ ਲੱਗ ਰਹੀ ਜੀ। तो ये बताओ कि ये औरत कौन है जी। फिर मैंने बार बार कहते सी भी तू जनरल शवेत सिंह दी कुड़ी है तो तू साड़ी फौज मारी है जी।
ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕੋਈ ਮਰਮ ਪੱਟੀ ਕੋਈ ਦਵਾਈ ਦਾਰੂ ਕੁਝ ਨਹੀਂ ਦਿੱਤਾ ਉਹਨਾਂ ਨੇ ਜੀ। ਬਹੁਤ ਜ਼ਿਆਦਾ ਮਤਲਬ ਤਕਲੀਫ ਵਿੱਚ ਸੀਗਾ ਸਰੀਰ। ਅਜੇ 18 ਦਿਨ ਪਹਿਲੇ ਮੇਰੀ ਡਿਲੀਵਰੀ ਹੋਈ ਸੀ। ਜੀ। ਕਈ ਲੋਕ ਇਹ ਸੋਚਦੇ ਆ ਵੀ ਮੈਂ ਇੰਨਾ ਛੋਟਾ ਬੱਚਾ ਲੈ ਕੇ ਉੱਥੇ ਕਿਉਂ ਬੈਠੀ ਸੀਗੀ ਜੀ। ਤੇ ਜਿਹੜੇ ਮਤਲਬ ਜਿਹੜੇ ਇਹਨਾਂ ਨੇ ਯਾਤਰੂਆਂ ਦੇ ਬੱਚੇ ਮਾਰ ਦਿੱਤੇ ਜੀ। ਤੇ ਉਹ ਕਿਹੜਾ ਕੋਈ ਉਹ ਜਾਣਬੁੱਝ ਕੇ ਲੈ ਕੇ ਆਈਆਂ ਸੀਗੀਆਂ। ਜੀ। ਅਸੀਂ ਤਾਂ ਕਮਿਟਡ ਸੀਗੇ ਸੰਘਰਸ਼ ਨੂੰ। ਜੀ। ਅਸੀਂ ਤਾਂ ਸਮਰਪਿਤ ਸੀਗੇ। ਅਸੀਂ ਸੰਤ ਜਰਨੈਲ ਸੋਹਣਾ ਦੇ ਉਸ ਮਿਸ਼ਨ ਨੂੰ। ਜੀ। ਤੁਸੀਂ ਤਾਂ ਪਹਿਲਾਂ ਤੋਂ ਹੀ ਸੰਤਾਂ ਨਾਲ ਰਹਿ ਰਹੇ ਸੀ। ਅਸੀਂ ਉੱਥੇ ਹੀ ਸੀਗੇ। ਇਹ ਸਵਾਲ ਹੀ ਬੇਹੁਦਾ ਹੁੰਦਾ ਜਿਹੜਾ ਲੋਕ ਜੇ ਕੋਈ ਕਰਦਾ ਵੀ ਹੈ ਤੇ ਮਤਲਬ ਉਸ ਸਮੇਂ ਦੇ ਨਾਲ ਮੇਲ ਨਹੀਂ ਖਾਂਦਾ। ਜੀ। ਅਸੀਂ ਸੰਘਰਸ਼ ਲੜਨ ਵਾਲੇ ਲੋਕ ਸੀਗੇ। ਅਸੀਂ ਅੱਡੀਆਂ ਨੂੰ ਥੁੱਕ ਲਾ ਕੇ ਭੱਜਣ ਵਾਲੇ ਥੋੜ੍ਹੇ ਸੀਗੇ ਉੱਥੋਂ, ਜਾਂ ਅਸੀਂ ਗਦਾਰ ਥੋੜ੍ਹੀ ਸੀਗੇ। ਜੀ। ਤੇ ਕਿਸੇ ਨਾ ਜਿੰਨੀਆਂ ਵੀ ਜੰਗਾਂ ਹੋਈਆਂ, ਜਿੰਨੇ ਵੀ ਸੰਘਰਸ਼ ਹੋਏ ਨੇ, ਕਿਤੇ ਬਾਜਾਂ ਵਾਲੇ ਪਿਤਾ ਜੀ ਦੇ ਨਾਲ ਵੀ ਤੇ ਕਿਤੇ ਨਾ ਕਿਤੇ ਇੱਕ ਦੋ ਬੀਬੀਆਂ ਤੇ ਰਹੀਆਂ ਹੀ ਨੇ ਨਾਲ। ਹਰ ਸੰਘਰਸ਼ ਦੇ ਵਿੱਚ ਬੀਬੀਆਂ ਦਾ ਯੋਗਦਾਨ ਰਿਹਾ ਹੀ ਆ। ਜੀ। ਤੇ 84 ਦੇ ਵਿੱਚ ਸਾਨੂੰ ਮੌਕਾ ਮਿਲ ਗਿਆ। ਜੀ। ਫਿਰ ਕੈਂਪ 'ਚ ਲਿਜਾ ਕੇ ਇਹਨਾਂ ਨੇ ਸਵਾ ਕੁ ਮਹੀਨੇ ਮੈਨੂੰ ਬਹੁਤ ਜ਼ਿਆਦਾ ਉੱਥੇ ਮੈਨੂੰ ਤੰਗ ਕੀਤਾ, ਪੁੱਛਗਿੱਛ ਕੀਤੀ। ਜੀ। ਤੇ ਜਿਹੜੇ ਬਕਦੇ ਵੀ ਸੀਗੇ, ਜਿਨ੍ਹਾਂ ਨੇ ਮੇਰੀ ਪਛਾਣ ਕਰਾਈ, ਉਹ ਵੀ ਇਹੀ ਸੀਗੇ। ਜੀ। ਅਕਾਲੀ ਲੀਡਰਸ਼ਿਪ ਹੀ ਸੀਗੀ। ਤੇ ਉਹਦੇ ਵਿੱਚ ਜਿਹੜੀਆਂ ਬੀਬੀਆਂ ਵੀ ਫੜੀਆਂ ਹੋਈਆਂ ਸੀਗੀਆਂ, ਉਹ ਵੀ ਦੱਸ ਰਹੀਆਂ ਸੀਗੀਆਂ ਵੀ ਆ ਭਿੰਡਰਾਂ ਵਾਲੀ ਆ, ਜਿਹੜੀਆਂ ਮੇਰੇ ਦਰਵਾਜ਼ੇ ਤੇ ਰੋਜ਼ ਖੜੀਆਂ ਰਹਿੰਦੀਆਂ ਸੀ ਵੀ ਸਾਡਾ ਆਹ ਕੰਮ, ਸਾਡਾ ਆਹ ਕੰਮ, ਸਾਨੂੰ ਆਹ ਦਿਓ, ਸਾਨੂੰ ਉਹ ਦਿਓ। ਉਹ ਬੀਬੀਆਂ ਦੱਸ ਰਹੀਆਂ ਸੀਗੀਆਂ ਵੀ ਇਹ ਬੀਬੀ ਸੰਤ ਜਰਨੈਲ ਸਿੰਘ ਦੇ ਪੀਏ ਦੀ ਘਰ ਵਾਲੀ ਆ। ਜੀ। ਉੱਥੇ ਜਾ ਕੇ ਆਪੋਜ਼ਿਟ ਹੋ ਗਏ। ਹਾਂ, ਫਿਰ ਜਦੋਂ ਰਾਜ ਭਾਗ ਖੁੱਸਦਾ ਤੇ ਫਿਰ ਪਤਾ ਹੀ ਹੈ ਨਾ ਕੀ ਹਾਲ ਹੁੰਦਾ। ਤੇ ਮੈਂ ਤਾਂ ਮਹਾਰਾਣੀ ਜਿੰਦਾਂ ਦਾ ਇਤਿਹਾਸ ਪੜ੍ਹਿਆ ਹੀ ਹੋਇਆ ਸੀ। ਜੀ। ਜਦੋਂ ਰਾਜ ਭਾਗ ਖੁੱਸਦਾ ਤੇ ਮਹਾਰਾਣੀ ਜਿੰਦਾਂ ਦਾ ਕੀ ਹਾਲ ਹੁੰਦਾ, ਉਹਦੇ ਨਾਲੋਂ ਕਿਤੇ ਬਿਹਤਰ ਮੇਰਾ ਹੋਇਆ। ਜੀ। ਚਲੋ ਖੈਰ, ਅਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀਗੇ। ਸਾਡੇ ਤੇ ਕਿਰਪਾ ਗੁਰੂ ਦੀ ਵੀ ਸੀਗੀ ਤੇ ਮਹਾਂਪੁਰਸ਼ਾਂ ਦਾ ਵੀ ਸਿਰ ਤੇ ਹੱਥ ਸੀਗਾ। ਤੇ ਅਸੀਂ ਗੁਰੂ ਨਾਲ ਜਿਹੜਾ ਵਾਅਦਾ ਕੀਤਾ ਸੀ ਅੰਮ੍ਰਿਤ ਛਕਣ ਤੋਂ ਪਹਿਲੇ ਵੀ ਜਦੋਂ ਵੀ ਕੌਮ ਤੇ ਭੀੜ ਬਣੇ, ਪੰਥ ਤੇ ਭੀੜ ਬਣੇ, ਤੇ ਅਸੀਂ ਆਪਣਾ ਸੀਸ ਦੇਵਾਂਗੇ। ਅਸੀਂ ਆਪਣਾ ਸੀਸ ਲੈ ਕੇ ਭੱਜੇ ਨਹੀਂ। ਜੀ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਸਾਨੂੰ ਗੁਰੂ ਨੇ ਖੜਾ ਕੀਤਾ। ਮਾਈ ਭਾਗੋ ਵਾਲਾ ਜੋ ਰੋਲ ਆ ਉਹ ਅਦਾ ਕੀਤਾ। ਉਹ ਮੈਂ ਤਾਂ ਨਹੀਂ ਕਹਿ ਸਕਦੀ। ਮੈਂ ਤਾਂ ਮਾਈ ਭਾਗੋ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੀ। ਜੀ। ਤੇ ਅਜੇ ਸਮਾਂ ਹੈਗਾ ਹੈ, ਆਖਰੀ ਦਮ ਤੱਕ ਨਿਭ ਜਾਵਾਂਗੇ। ਫਿਰ ਤੁਸੀਂ ਜੋ ਮਰਜ਼ੀ ਕਹਿਓ। ਜੀ। ਹੈ ਨਾ। ਤੇ ਫਿਰ ਬੇਟੇ ਇਹਨਾਂ ਨੇ ਸਵਾ ਮਹੀਨਾ ਮੈਨੂੰ ਕੈਂਪ ਦੇ ਵਿੱਚ ਪੁੱਛਗਿੱਛ ਕੀਤੀ। ਫਿਰ ਇਹਨਾਂ ਨੇ ਮੈਨੂੰ ਨਾਭਾ ਲੁਧਿਆਣੇ ਜੇਲ੍ਹ ਦੇ ਵਿੱਚ ਸ਼ਿਫਟ ਕਰਤਾ। ਉੱਥੇ ਜਾ ਕੇ ਫਿਰ ਇਹਨਾਂ ਨੇ ਜੇਲ੍ਹ ਵਾਲਿਆਂ ਨੇ ਮੇਰੀ ਗੋਲੀ ਕਢਾਈ। ਜੀ। ਉਹਨੇ ਦਿਨ ਮੇਰੇ ਪਿੱਛੇ ਪਿੱਠ ਦੇ ਵਿੱਚ ਪਤਲੀ ਮਾਸ ਦੀ ਤਹਿ ਦੇ ਵਿੱਚ ਰਹੀ। ਪੌਣੇ 2 ਮਹੀਨਿਆਂ ਬਾਅਦ ਗੋਲੀ ਨਿਕਲੀ ਮੇਰੀ। ਪੌਣੇ 2 ਮਹੀਨੇ ਬਾਅਦ ਗੋਲੀ? ਜੇਲ੍ਹ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਪਹਿਲਾਂ ਗਾਰਦ ਮੰਗਾਈ। ਇੱਕ ਵਾਰੀ ਮੇਰਾ ਐਕਸਰੇ ਹੋਇਆ। ਫਿਰ ਉਹਨਾਂ ਨੇ ਆਪਰੇਸ਼ਨ ਦਾ ਟਾਈਮ ਦਿੱਤਾ। ਫਿਰ ਡਾਕਟਰ ਵਾਹਿਗੁਰੂਪਾਲ ਸਿੰਘ ਸੀਗੇ ਆਪਣੇ ਲੁਧਿਆਣੇ ਤੋਂ, ਉਹ ਵੀ ਰਿਸ਼ਪਾਲ ਸਿੰਘ ਨਾਲ ਬੜਾ ਪ੍ਰੇਮ ਸੀਗਾ, ਜਿਨ੍ਹਾਂ ਨੇ ਮੇਰੀ ਗੋਲੀ ਕੱਢੀ। ਮੈਨੂੰ ਬਾਅਦ 'ਚ ਪਤਾ ਲੱਗਿਆ। ਜੀ। ਇੱਥੇ ਆ ਕੇ ਪਤਾ ਲੱਗਿਆ, ਜੇਲ੍ਹ 'ਚੋਂ ਰਿਹਾ ਹੋ ਕੇ ਆ ਕੇ ਪਤਾ ਲੱਗਿਆ ਵੀ ਡਾਕਟਰ ਵਾਹਿਗੁਰੂਪਾਲ ਸਿੰਘ ਨੇ ਮੇਰੀ ਗੋਲੀ ਕੱਢੀ ਸੀਗੀ ਤੇ ਉਹ ਰਿਸ਼ਪਾਲ ਦਾ ਦੋਸਤ ਸੀ। ਜੀ। ਤੇ ਹੁਣ ਤਾਂ ਉਹ ਸਰੀਰ ਛੱਡ ਕੇ, ਮੈਂ ਮਿਲ ਕੇ ਆਈ ਸੀ ਉਹਨਾਂ ਨੂੰ ਜਦੋਂ ਜੇਲ੍ਹ 'ਚੋਂ ਆਈ ਹਾਂ। ਜੀ। ਤੇ ਉਹਨਾਂ ਨੇ ਮੇਰੀ ਗੋਲੀ ਕੱਢੀ ਪੌਣੇ 2 ਮਹੀਨਿਆਂ ਬਾਅਦ। ਫਿਰ ਪੁੱਛਗਿੱਛ ਉੱਥੇ ਜਾਰੀ ਰਹੀ। ਜੀ। ਸਾਰੀਆਂ ਬੀਬੀਆਂ ਦੇ ਵਿੱਚੋਂ ਮੈਨੂੰ ਫਿਰ ਕੱਲੀ ਨੂੰ ਹੀ ਉਹਨਾਂ ਨੇ ਨਾਭਾ ਜੇਲ੍ਹ ਦੇ ਵਿੱਚ NSA ਲਾ ਕੇ ਤੇ ਮੈਨੂੰ ਉੱਥੇ ਨਾਭਾ ਜੇਲ੍ਹ 'ਚ ਤੋਰ ਦਿੱਤਾ। ਨਾਭਾ ਜੇਲ੍ਹ ਦੇ ਵਿੱਚ 6 ਮਹੀਨੇ ਚੱਕੀਆਂ 'ਚ ਬੰਦ ਰਹੀ। ਲੁਧਿਆਣੇ ਤੋਂ ਨਾਭੇ। ਤੇ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਸਭ ਤੋਂ ਪਹਿਲੀ ਫਲਾਈਟ ਦੇ ਵਿੱਚ ਮੈਨੂੰ ਜੋਧਪੁਰ ਜੇਲ੍ਹ ਨੂੰ ਚਾੜਿਆ। ਮੈਂ ਹਰ ਜੇਲ੍ਹ ਦਾ ਦਰਵਾਜ਼ਾ ਜਕਾਰਿਆਂ ਦੇ ਨਾਲ ਖਲਾਇਆ। ਜੀ। ਔਰ ਐਂਟਰ ਕੀਤਾ। ਚੜ੍ਹਦੀ ਕਲਾ 'ਚ ਰਹੇ। ਸੰਤ ਜਰਨੈਲ ਸੋਹਣਾ ਨੇ ਮੈਨੂੰ ਕਿਹਾ ਸੀ ਵੀ ਤੂੰ ਸੁਣ ਕੇ ਜਕਾਰੇ 5 ਛੱਡਣੇ ਆ। ਜੀ। ਮੈਂ ਜਕਾਰੇ ਛੱਡਦੀ ਹਰ ਜੇਲ੍ਹ ਦੇ ਵਿੱਚ ਗਈ ਤੇ ਹਰ ਜੇਲ੍ਹ 'ਚੋਂ ਜਕਾਰੇ ਛੱਡਦੀ ਵਾਪਸ। ਜੀ। ਸੰਤਾਂ ਦਾ ਬਚਨ ਸੀ ਤੁਹਾਨੂੰ ਕਮਾਇਆ। ਜੀ। ਇਹ ਹੁਣ ਉਹ ਜਾਣਨ, ਉਹਨਾਂ ਦਾ ਕੰਮ ਜਾਣੇ। ਜੀ। ਜਿਸ ਕੰਮ ਨੂੰ ਉਹ ਸਾਨੂੰ ਛੱਡ ਗਏ ਸੀਗੇ। ਜੀ। ਫਿਰ 3 ਸਾਲ ਜੋਧਪੁਰ ਜੇਲ੍ਹ 'ਚ ਰਹੀ। ਜੀ। ਉੱਥੇ ਵੀ ਮੈਂ ਤਾਂ ਫਾਂਸੀ ਦਾ ਤਖਤਾ ਡੀਕਦੀ ਸੀ। ਜੀ। ਕਿ ਜੇ ਕਿਤੇ ਸਾਨੂੰ ਇਹਨਾਂ ਨੇ ਫਾਂਸੀ ਦਿੱਤੀ। ਜੀ। ਤੇ ਫਿਰ ਕਿਉਂਕਿ ਸਾਡੇ ਤੇ ਕੇਸ ਹੀ ਉਹ ਸੀਗਾ ਵੀ ਅਸੀਂ ਆਪਣੇ ਦੇਸ਼ ਦੇ ਖਿਲਾਫ ਜੰਗ ਛੇੜਨ ਦਾ ਦੋਸ਼ ਸੀਗਾ ਸਾਡੇ ਤੇ। ਦੇਸ਼ ਧਰੋਹ ਦਾ ਕੇਸ ਦਿੱਤਾ। ਦੇਸ਼ ਧਰੋਹ ਦਾ। ਜੀ। ਤੇ ਮੈਂ ਤਾਂ ਵੇਟ ਕਰਦੀ ਸੀ ਵੀ ਜੇ ਕਿਤੇ ਫਾਂਸੀ ਦਾ ਤਖਤਾ ਤਿਆਰ ਹੋਵੇ ਤਾਂ ਸਭ ਤੋਂ ਪਹਿਲੇ ਮੈਂ ਲਟਕਣਾ। ਜੀ। ਇੰਨਾ ਮਤਲਬ ਚਾਅ ਸੀ ਤੇ ਇੰਨਾ ਜਜ਼ਬਾ ਸੀ ਅੰਦਰ। ਜੀ। ਵੀ ਉਹਨਾਂ ਸ਼ਹੀਦਾਂ ਦੇ ਵਿੱਚ ਆਪਣਾ ਨਾਂ ਲਿਖਾਉਣਾ ਹੈ। ਜੀ। ਜਿਹਨਾਂ ਸ਼ਹੀਦਾਂ ਨੂੰ ਗੁਰੂ ਸਾਹਿਬ ਆਪਣੀ ਝੋਲੀ ਦੇ ਵਿੱਚ ਏਦਾਂ ਗੋਦੀ ਦੇ ਵਿੱਚ ਬਿਠਾ ਕੇ ਤੇ ਗਲਣਾ ਲਾ ਕੇ ਤੇ ਉਹਨਾਂ ਦੇ ਬਦਾਵੇ ਪਾੜਦੇ ਆ। ਜੀ। ਫਿਰ 4 ਸਾਲਾਂ ਬਾਅਦ ਜਦੋਂ ਮੈਂ ਜੇਲ੍ਹ 'ਚੋਂ ਰਿਹਾ ਹੋ ਕੇ ਆਈ ਤੇ ਮੇਰੇ 3 ਨੌਜਵਾਨ ਭਰਾ ਸੀਗੇ। ਮੈਂ ਰੋਜ਼ ਤੀਜੇ ਦਿਨ ਪੁਲਿਸ ਚੁੱਕ ਲੈਂਦੀ ਰਹੀ ਉਹਨਾਂ ਨੂੰ। ਜੀ।
ਤੀਜੇ ਦਿਨ ਜਲੀਲ ਕਰਦੀ ਰਹੀ। ਕਦੇ ਮੇਰੇ ਪਿਤਾ ਜੀ ਦੇ ਫੜ ਕੇ ਬਾਲ ਪੁੱਟ, ਧੌਲੇ ਪੁੱਟ, ਕਦੀ ਪੁੱਠਾ ਟੰਗ ਨਾਲ ਲਟਕ, ਉਹਨਾਂ ਦੇ ਕੇਸਾਂ ਦੇ ਨਾਲ ਲਟਕ ਤੇ ਉਹਨਾਂ ਨੂੰ ਜਲੀਲ ਕਰਦੇ ਰਹੇ ਜੀ। ਮੇਰੇ ਸਾਹਮਣੇ ਇੱਕ ਵਾਰੀ 2 ਕੌਡੀ ਦਾ ਪੁਲਿਸ ਵਾਲਾ ਸੀਗਾ, ਜਿਹੜਾ ਪੁਲਿਸ ਵਾਲੇ ਆਏ ਤੇ ਰੇਡ ਕੀਤਾ ਤੇ ਮੇਰੇ ਪਿਤਾ ਜੀ ਦੇ ਮੂੰਹ ਤੇ ਥੱਪੜ ਮਾਰਿਆ, ਤੁਸੀਂ ਭਿੰਡਰਾਂ ਵਾਲੇ ਹੋ ਜੀ। ਤੁਹਾਡੇ ਸਾਹਮਣੇ ਸਾਹਮਣੇ ਇੰਨਾ ਜ਼ਿਆਦਾ ਜਲੀਲ ਕਰ ਰਹੇ ਸੀ, ਇੰਨਾ ਤੰਗ ਕਰ ਰਹੇ ਸੀ ਪੁਲਿਸ ਵਾਲੇ। ਚੌਥੇ ਦਿਨ ਹਫ਼ਤੇ ਬਾਅਦ ਕਦੀ ਵੱਡੇ ਨੂੰ ਚੁੱਕ ਲਿਆ, ਕਦੀ ਛੋਟੇ ਨੂੰ ਚੁੱਕ ਲਿਆ, ਕਦੀ 2 ਨੂੰ ਚੁੱਕ ਲਿਆ, ਕਦੀ 3 ਨੂੰ ਚੁੱਕ ਲਿਆ। ਮਤਲਬ ਇੱਦਾਂ ਮਤਲਬ ਕਰ ਕਰਕੇ ਨਾ ਅਖੀਰ ਉਹਨਾਂ ਨੇ 7-8 ਦਸੰਬਰ ਦੀ ਰਾਤ ਨੂੰ ਤਿੰਨੇ ਮੇਰੇ ਭਰਾ ਚੁੱਕ ਕੇ ਲੈ ਗਏ ਤੇ ਅੱਜ ਤੱਕ ਨਹੀਂ ਲੱਭੇ। ਤਿੰਨੇ ਮਾਰਤੇ ਤੇ ਉਹਨਾਂ ਦੀ ਵੀ ਪੈਰਵਾਈ 19 ਸਾਲ ਕਰਦੀ ਰਹੀ। ਮੈਨੂੰ ਦਿੱਲੀ ਜਾਣ ਦਾ ਨਹੀਂ ਸੀ ਪਤਾ ਜੀ। ਸਵਾਏ ਗੁਰਦਾਸਪੁਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਗੁਰਦਾਸਪੁਰ, ਇੰਨਾ ਹੀ ਪਤਾ ਸੀਗਾ ਕਿਉਂਕਿ ਉੱਥੇ ਮੇਰਾ ਆਨੰਦ ਕਾਰਜ ਹੋਇਆ ਸੀ। ਜੀ। ਜਦੋਂ ਸੰਤਾਂ ਦੇ ਆਪਣਾ ਸੰਪਰਕ 'ਚ ਆਏ ਆ ਜੀ। ਫਿਰ ਸਾਨੂੰ ਆਉਣ ਜਾਣ ਦਾ ਪਤਾ ਲੱਗਿਆ ਸੀ, ਨਹੀਂ ਤਾਂ ਕਦੀ ਪਹਿਲੇ ਕਿਤੇ ਜੀ ਇਕੱਲੇ ਕਦੀ ਨਿਕਲੇ ਨਹੀਂ ਸੀ ਬਾਹਰ। 19 ਸਾਲ ਕੇਸ ਵੀ ਲੜਿਆ, ਉਹਨਾਂ ਦਾ ਕੁਝ ਨਹੀਂ ਬਣ ਦਿੱਤਾ। ਜੀ। ਇੱਕ ਪਾਸੇ ਪੂਰੀ ਪੰਜਾਬ ਗਵਰਨਮੈਂਟ ਤੇ ਇੱਕ ਪਾਸੇ ਮੈਂ ਇਕੱਲੀ ਜੀ। DGP ਪੰਜਾਬ ਪੁਲਿਸ। ਤੁਹਾਡੇ ਜੇਲ੍ਹ ਦੇ ਵਿੱਚ ਰਹਿੰਦੇ ਹੀ ਤਿੰਨੋਂ ਭਰਾਵਾਂ ਨੂੰ ਸ਼ਹੀਦ? ਨਹੀਂ ਬਾਅਦ 'ਚ ਜਦੋਂ ਮੈਂ ਜੇਲ੍ਹ 'ਚੋਂ ਰਿਹਾ ਹੋ ਕੇ ਆਈ ਹਾਂ, ਮੈਂ ਤਾਂ ਆ ਗਈ 88 'ਚ ਰਿਹਾ ਹੋ ਕੇ ਆਈ ਹਾਂ ਤੇ 92 'ਚ ਮਾਰੇ ਨੇ ਮੇਰੇ ਭਰਾ ਜੀ। ਫਿਰ 94 'ਚ ਮੇਰੀ ਮਾਤਾ ਦੀ ਡੈਥ ਹੋ ਗਈ ਜੀ। ਉਹ ਤੇ ਉਦੋਂ ਹੀ ਡੈਥ ਬੈੱਡ ਤੇ ਸੀਗੇ, ਪੈ ਗਏ ਸੀ ਜਦੋਂ ਮੇਰੇ ਭਰਾ ਚੁੱਕ ਲਏ ਜੀ। ਤੇ ਫਿਰ ਬਾਅਦ ਦੇ ਵਿੱਚ 2006 'ਚ ਮੇਰੇ ਪਿਤਾ ਜੀ ਨੂੰ ਇੱਕੋ ਦਿਨ ਦੇ ਵਿੱਚ 3 ਅਟੈਕ ਆਏ ਜੀ। ਤੇ ਇੱਕੋ ਦਿਨ ਦੇ ਵਿੱਚ ਹੀ ਉਹ ਵੀ ਸਾਨੂੰ ਛੱਡ ਕੇ ਚਲੇ ਗਏ ਜੀ। ਹੁਣ ਉਹ ਘਰ ਉਜਾੜ ਪਈ ਆ ਉੱਥੇ, ਜਾਂ ਉੱਲੂ ਬੋਲਦੇ ਨੇ ਜੀ। ਉਹ ਕੌਮੀ ਸੰਘਰਸ਼ ਦੇ ਲੇਖੇ ਲੱਗਿਆ, ਉਹ ਵੀ ਪਰਿਵਾਰ ਵੀ ਤੇ ਉਹ ਘਰ ਵੀ। ਜੀ। ਜਿੰਨਾ ਦਰਦ ਸਾਨੂੰ ਮਤਲਬ ਜ਼ਾਲਮ ਹਕੂਮਤ ਦੇ ਸਕਦੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਜੀ। ਪਰ ਆ ਔਰਤ ਚਟਾਨ ਵਾਂਗ ਅੱਜ ਵੀ ਖੜੀ ਹੈ। ਜੀ। ਅੱਜ ਵੀ ਚਟਾਨ ਵਾਂਗ ਖੜੀ ਹੈ। ਮਰ ਜਾਣਾ ਜੀ। ਸਰੀਰ ਦਾ ਮਰ ਜਾਣਾ ਜੀ। ਮੌਤ ਨਹੀਂ, ਜੀ। ਜ਼ਮੀਰ ਦਾ ਮਰ ਜਾਣਾ ਨਿਸ਼ਚੇ ਮੌਤ ਹੈ। ਜੀ। ਆਉਂਦਾ ਜਿਹੜਾ ਉਹਨੇ ਜਾਣਾ ਹੈ, ਜਿਹੜਾ ਆਇਆ ਧਰਤੀ ਦੇ ਉੱਤੇ ਜਾਣਾ ਹੈ। ਜੀ। ਤੇ ਸਾਨੂੰ ਗੁਰੂ ਨੇ ਸਾਡੇ ਨੇ ਨਿਰਭਉ ਤੇ ਨਿਰਵੈਰ ਰਹਿਣਾ ਸਿਖਾਇਆ। ਜੀ। ਸਾਡਾ ਵੈਰ ਨਹੀਂ ਕਿਸੇ ਨਾਲ, ਜੀ। ਪਰ ਜੇ ਚੜ ਕੇ ਆਵੇ ਕੋਈ ਤੇ ਲਿਹਾਜ਼ ਕੋਈ ਨਹੀਂ ਕਰਦਾ ਗੁਰੂ ਦਾ ਸਿੱਖ। ਜੀ। ਤੇ ਸੰਤ ਜਰਨੈਲ ਸੋਹਣਾ ਨੇ ਜਿਹੜਾ ਬਚਨ ਕੀਤਾ ਸੀ ਜੀ। ਸੰਗਤ ਦੇ ਨਾਲ, ਕੌਮ ਦੇ ਨਾਲ ਜੋ ਵਾਅਦਾ ਕੀਤਾ ਸੀ, ਜੀ। ਉਹਨਾਂ ਨੇ ਸਿਰੇ ਲਾਇਆ, ਉਹਨਾਂ ਨੇ ਨਿਭਾਇਆ। ਜੀ। ਉਹ ਕਥਨੀ ਤੇ ਕਰਨੀ ਦੇ ਸੂਰਬੀਰ ਯੋਧੇ, ਉੱਚੇ ਸੁੱਚੇ ਜੀਵਨ ਦੇ ਮਾਲਕ, ਬ੍ਰਹਮ ਗਿਆਨੀ ਮਹਾਂਪੁਰਸ਼। ਜੀ। ਉਹਨੂੰ ਕਿਸੇ ਦੀ ਜਾਣਕਾਰੀ ਦਾ ਉਹ ਮਥਾਜ ਨਹੀਂ ਸੀ। ਜਦੋਂ ਦਾ ਮੋਰਚਾ ਲੱਗਿਆ ਸੀ ਉਦੋਂ ਦਾ ਉਹ ਸਾਲ ਭਰ ਕੇ ਹੀ ਗਏ ਵੀ ਇੰਦਰਾ ਨੇ ਬਾਜ਼ ਨਹੀਂ ਆਉਣਾ, ਉਹਨੇ ਦਰਬਾਰ ਸਾਹਿਬ ਤੇ ਟੈਂਕ ਤੋਪਾਂ ਚਾੜਨੀਆਂ ਨੇ। ਜੀ। ਤੇ ਸਿੰਘੋ ਤਿਆਰੀ ਰੱਖੋ, ਬਾਣੀ ਪੜਿਆ ਕਰੋ, ਜਾਪ ਕਰਿਆ ਕਰੋ ਤੇ ਆਪਣੀ ਤਿਆਰੀ ਰੱਖੋ ਪੂਰੀ। ਜੀ। ਆਤੀ ਕਹਿੰਦੇ ਜੇ ਕਿਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਾਲੇ ਪਾਸੇ ਫੌਜਾਂ ਚਾੜੀਆਂ ਤੇ ਲੋਹੇ ਦੇ ਚਣੇ ਚਬਾਵਾਂਗਾ ਜੀ। ਤੇ ਟਰੱਕ ਭਰ ਕੇ ਤੋਰਾਂਗਾ। ਜੀ। ਐ ਨਹੀਂ ਹੈ ਵੀ ਮੈਨੂੰ ਜਿਉਂਦੇ ਨੂੰ ਫੜ ਕੇ ਲੈ ਜਾਓਗੇ, ਲਾਸ਼ ਜਿਹੜਾ ਮਰਜ਼ੀ ਲੈ ਜੇ ਚੁੱਕ ਕੇ, ਉਹਦੇ ਨਾਲ ਆਪਣਾ ਸੰਬੰਧ ਕੋਈ ਨਹੀਂ ਹੋਣਾ। ਉਹਨਾਂ ਨੇ ਜੋ ਕਿਹਾ ਸੀ ਉਹਨਾਂ ਨੇ ਪੂਰਾ ਕੀਤਾ। ਜੀ। ਉਹਨਾਂ ਨੇ ਆਪਣਾ ਪੂਰਾ ਨਿਭਾਇਆ ਕੌਮ ਦੇ ਨਾਲ ਵਾਅਦਾ। ਔਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਬੇਸ਼ੱਕ ਜੀ ਉਸ ਅਸਾਮੀ ਜੰਗ ਦੇ ਵਿੱਚ ਲੋਕ ਸੋਚਦੇ, ਦੁਨੀਆ ਸੋਚਦੀ ਵੀ ਸਾਡੀ ਹਾਰ ਹੋਈ, ਹਾਰ ਨਹੀਂ ਹੋਈ। ਜੀ। ਹਾਰ ਮੰਨ ਲਈਏ ਤੇ ਹਾਰ ਹੁੰਦੀ ਹੈ। ਜੀ। ਸਾਡੀ ਜਿੱਤ ਹੋਈ ਕਿਉਂਕਿ ਅਸੀਂ ਆਖਰੀ ਦਮ ਤੱਕ ਦ੍ਰਿੜਤਾ ਦੇ ਨਾਲ ਅਸੀਂ ਡਟੇ ਰਹੇ। ਅਸੀਂ ਗੁਰੂ ਦੇ ਆਸਰੇ, ਗੁਰੂ ਦੇ ਸਹਾਰੇ, ਗੁਰੂ ਦੇ ਮਿਸ਼ਨ ਨੂੰ ਅਸੀਂ ਲੈ ਕੇ ਅਸੀਂ ਉਹ ਮਰਜੀ ਵੜੇ, ਉਹ ਸਾਰੇ ਕੁਰਬਾਨ ਤਾਂ ਹੋ ਗਏ, ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ, ਸਿਰ ਨਹੀਂ ਝੁਕਾਇਆ ਜ਼ਾਲਮ ਦੇ ਅੱਗੇ। ਜ਼ਾਲਮ ਹਕੂਮਤਾਂ ਦੇ ਨਾਲ ਸ਼ੁਰੂ ਤੋਂ ਖਾਲਸੇ ਦੀ ਟੱਕਰ ਰਹੀ ਹੈ। ਚਾਹੇ ਉਹ ਕਿਸੇ ਨਾਲ ਵੀ ਜ਼ੁਲਮ ਹੋਇਆ। ਜਦੋਂ ਹਿੰਦੂਆਂ ਦੇ ਨਾਲ ਵੀ ਜ਼ੁਲਮ ਹੋਇਆ, ਹਿੰਦੂਆਂ ਦੇ ਵੀ ਸਵਾ ਮਣ ਜਨੇਊ ਔਰੰਗਜ਼ੇਬ ਵਰਗਾ ਲਾ ਕੇ ਤੇ ਫਿਰ ਪਾਣੀ ਪੀਂਦਾ ਸੀ, ਉਦੋਂ ਵੀ ਜ਼ੁਲਮ ਦੇ ਖਿਲਾਫ ਟੱਕਰ ਇਸੇ ਹੀ ਧਰਮ ਨੇ ਲਈ। ਜੀ। ਸੋ ਮਾਤਾ ਜੀ, ਕਦੇ ਜ਼ਿਹਨ ਦੇ ਵਿੱਚ ਇਹ ਨਹੀਂ ਆਇਆ ਗੁਰੂ ਸਾਹਿਬ ਨੇ ਜਿਹੜੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਸਿੰਘਾਂ ਨੇ ਜਿਹੜੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਉਸ ਦੇਸ਼ ਨੇ ਤੁਹਾਡੇ ਨਾਲ ਐਡਾ ਤਸ਼ੱਦਦ ਕੀਤਾ, ਸਿੱਖ ਕੌਮ ਨਾਲ ਐਡਾ ਜੋ ਤਸ਼ੱਦਦ ਕੀਤਾ? ਦੁੱਖ ਹੀ ਇਸੇ ਗੱਲ ਦਾ ਬੇਟੇ, ਜਿਸ ਦੇਸ਼ ਨੂੰ ਅਸੀਂ 93% ਕੁਰਬਾਨੀਆਂ ਦੇ ਕੇ 93% ਸ਼ਹਾਦਤਾਂ ਅਸੀਂ ਦੇ ਕੇ ਤੇ ਅਸੀਂ ਦੇਸ਼ ਆਜ਼ਾਦ ਕਰਾਇਆ। ਜੀ। ਤੇ ਇਹਨਾਂ ਨੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਤੇ 47 ਦੇ ਵਿੱਚ ਸਾਰੇ ਤੇ ਮੁੱਕਰ ਕੇ ਬਾਅਦ ਦੇ ਵਿੱਚ ਜੀ
ਤੇ ਇਸੇ ਕੌਮ ਨੂੰ, ਜਿਸ ਬਹਾਦਰ ਕੌਮ ਨੇ ਇਹਨਾਂ ਨੂੰ ਆਜ਼ਾਦ ਕਰਾਇਆ ਸੀ, ਉਸੇ ਬਹਾਦਰ ਕੌਮ ਨੂੰ ਇਹਨਾਂ ਨੇ 2 ਨੰਬਰ ਦੇ ਸ਼ਹਿਰੀ ਦਾ ਦਰਜਾ ਦੇ ਕੇ ਤੇ ਇਹਨਾਂ ਨੂੰ ਜਰਾਇਮ ਪੇਸ਼ਾ ਕੌਮ ਤੇ ਕਦੀ ਕੁਛ ਤੇ ਕਦੀ ਕੁਛ ਮਤਲਬ ਕਹਿ ਕੇ ਇਹੋ ਜਿਹੇ ਲੋਗੋ ਲਾ ਲਾ ਕੇ ਤੇ ਸਾਨੂੰ ਜਲੀਲ ਕੀਤਾ ਤੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਆਪਣੇ ਇਸੇ ਦੇਸ਼ ਦੇ ਵਿੱਚ। ਤੇ ਸੰਤ ਜਰਨੈਲ ਸਿੰਘ ਇੱਕ ਕੌਮੀ ਜਰਨੈਲ ਕੌਮ ਨੂੰ ਮਿਲਿਆ ਸੀ ਇੱਕ ਸਦੀ ਬਾਅਦ, ਤੇ ਉਹ ਉਹਨਾਂ ਦੀਆਂ ਨਜ਼ਰਾਂ 'ਚ ਰੜਕਦਾ ਸੀਗਾ। ਉਹਨਾਂ ਨੂੰ ਇਹ ਸੀਗਾ ਵੀ ਜੇ ਆ 4 ਸਾਲ ਹੋਰ ਜੀ ਗਿਆ ਤੇ ਇਹਨੇ ਆਪਣੀ ਕੌਮ ਆਜ਼ਾਦ ਕਰਵਾ ਲੈਣੀ ਹੈ, ਆਪਣਾ ਰਾਜ ਭਾਗ ਜਿਹੜਾ ਇਹਨੇ ਕਾਇਮ ਕਰ ਲੈਣਾ। ਤੇ ਉਹ ਉਹਨਾਂ ਨੇ ਕੌਮ ਨੂੰ ਆਗੂਲੈਸ ਕਰਨਾ ਸੀ, ਉਹਨਾਂ ਦੀ ਚਾਲ ਸੀ, ਉਹਨਾਂ ਨੇ ਕਰਤੀ। ਉਹਨਾਂ ਨੇ ਇੱਕ ਗੁਰਦੁਆਰੇ ਤੇ ਅਟੈਕ ਨਹੀਂ ਕੀਤਾ, ਇੱਕ ਅਕਾਲ ਤਖਤ ਸਾਹਿਬ ਤੇ ਨਹੀਂ ਅਟੈਕ ਕੀਤਾ। ਉਹਨਾਂ ਨੇ 37 ਗੁਰਦੁਆਰਿਆਂ ਤੇ ਅਟੈਕ ਵੀ ਇਸੇ ਕਰਕੇ ਕੀਤਾ ਸੀਗਾ ਵੀ ਉਹਨਾਂ ਨੇ ਵੱਧ ਤੋਂ ਵੱਧ ਕੌਮ ਨੂੰ, ਲੀਡਰਸ਼ਿਪ ਨੂੰ ਮਾਰ ਕੇ ਤੇ ਕੌਮ ਨੂੰ ਇੰਨਾ ਦਰਦ ਦੇ ਕੇ ਡਿਮੋਰਲਾਈਜ਼ ਕਰਨਾ ਸੀਗਾ ਤੇ ਬਾਕੀ ਆਪਣੇ ਆਪ ਹੀ ਡਰ ਕੇ ਧਰਮ ਛੱਡ ਜਾਣਗੇ। ਉਹਨਾਂ ਨੇ ਪਲੈਨਿੰਗ ਤਾਂ ਬੜੀ ਡੂੰਘੀ ਕੀਤੀ ਸੀ, ਗੁਰਦੁਆਰਿਆਂ ਨੂੰ ਮੰਦਿਰਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਬਦਲਣਾ ਸੀ, ਸਭ ਕੁਝ ਕਰਨਾ ਸੀ। ਪਰ ਸੰਤ ਜਰਨੈਲ ਸਿੰਘ ਦੀ ਦ੍ਰਿੜਤਾ ਨੇ ਤੇ ਉਹਨਾਂ ਦੇ ਮੂੰਹ ਤੋੜ ਜਵਾਬ ਨੇ 72 ਘੰਟੇ ਦਾ ਇਤਿਹਾਸ ਜਿਹੜਾ ਸਿਰਜਿਆ ਸੰਤ ਜਰਨੈਲ ਸਿੰਘ ਨੇ, ਉਹਨਾਂ ਨੇ ਦੁਨੀਆ ਦੀਆਂ ਨਜ਼ਰਾਂ ਸਾਰੀਆਂ ਆਪਣੇ ਵੱਲ ਖਿੱਚ ਲਈਆਂ। ਜਨਰਲ KS ਬਰਾੜ ਨੇ ਜਿਹੜੀ ਕਿਤਾਬ ਲਿਖੀ ਹੈ ਉਸ ਦੇ ਵਿੱਚ ਉਹ ਸੰਤਾਂ ਨੂੰ ਕੱਟੜ ਦੱਸ ਰਿਹਾ ਵੀ ਸੰਤ ਕੱਟੜ ਸੁਭਾਅ ਦੇ ਸੀ, ਪਰ ਸੰਤਾਂ ਨੇ ਦ੍ਰਿੜਤਾ ਨਾਲ ਆਪਣਾ ਧਰਮ ਨਿਭਾਇਆ। ਸੱਚਾ ਬੰਦਾ ਕੱਟੜ ਹੀ ਲੱਗਦਾ ਹੈ ਨਾ ਜੀ, ਸੱਚਾ ਬੰਦਾ ਹਮੇਸ਼ਾ ਕੱਟੜ ਹੀ ਲੱਗਦਾ ਦੇਖਣ ਨੂੰ ਜੀ, ਕੌੜਾ ਲੱਗਦਾ ਜੀ, ਲੇਕਿਨ ਉਹ ਨਿਰਭਉ ਤੇ ਨਿਰਵੈਰ ਹੁੰਦਾ ਜੀ। ਕੱਟੜ ਨਹੀਂ ਉਹਨੂੰ ਕਹਿ ਸਕਦੇ, ਨਿਰਭਉ ਤੇ ਨਿਰਵੈਰ ਕਹਿ ਸਕਦੇ ਹੋ, ਇੱਕ ਦਾ ਪੁਜਾਰੀ ਕਹਿ ਸਕਦੇ ਹੋ ਜੀ, ਇੱਕ ਨੂੰ ਸਮਰਪਿਤ ਕਹਿ ਸਕਦੇ ਹੋ ਜੀ। ਦ੍ਰਿੜਤਾ ਸੀ ਉਹਨਾਂ ਦੀ ਜੀ। ਤੇ ਇੱਕ ਸੰਤ ਜਰਨੈਲ ਸਿੰਘ ਜੀ ਜੋ ਖਾਲਿਸਤਾਨ ਦੀ ਮੰਗ ਹੈ, ਉਹ ਇਹਨਾਂ ਨੇ ਪ੍ਰੋਪੇਗੇਟ ਕੀਤਾ ਵੀ ਸੰਤ ਜਰਨੈਲ ਸਿੰਘ ਦੇਸ਼ ਦੇ ਵਿੱਚ ਟੋਟੇ ਕਰਨਾ ਚਾਹੁੰਦੇ ਨੇ, ਉਹ ਕਲੀਅਰ ਕਰ ਦਿਓ ਥੋੜ੍ਹੀ। ਨਹੀਂ ਦੇਖੋ, ਸਿੱਖਾਂ ਦਾ ਤੇ ਪਹਿਲੇ ਹੀ ਰਾਜ ਭਾਗ ਸੀਗਾ ਜੀ, 40 ਸਾਲ ਸਿੱਖਾਂ ਨੇ ਰਾਜ ਕੀਤਾ ਜੀ। ਪੰਜਾਬ ਪਹਿਲੇ ਹੀ ਕੀ ਦੇਸ਼ ਪੰਜਾਬ ਸੀਗਾ ਜੀ, ਤੇ ਪੰਜਾਬ ਨੂੰ ਨਿੱਕੇ ਥੋੜ੍ਹੇ ਕਰਕੇ ਵੱਢ ਕੇ ਟੁਕੜੇ ਕਰਕੇ ਤੇ ਨਿੱਕੇ ਜੀ ਸੂਬੀ ਬਣਾਤਾ ਜੀ। ਤੇ ਉਹ ਇੰਨੀ ਡੂੰਘੀ ਇਹੋ ਜਿਹੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਉਜਾੜਿਆ ਜਾ ਰਿਹਾ ਸੀਗਾ ਜੀ। ਤੇ ਜੇ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਕੌਮ ਦੀ ਆਜ਼ਾਦੀ ਵਾਸਤੇ, ਕੌਮ ਦੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਇੱਕ ਸੰਘਰਸ਼ ਆਰੰਭਿਆ ਗਿਆ ਜੀ, ਤੇ ਉਹਦੇ ਵਿੱਚ ਇਹਨਾਂ ਨੇ ਇਹ ਕਹਿਤਾ ਵੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਜੀ। ਉਹ ਤੇ ਆਪਣਾ ਹੱਕ ਮੰਗ ਰਹੇ ਸੀ ਜੀ ਕਿ ਅਸੀਂ ਬਰਾਬਰ ਦੇ ਸ਼ਹਿਰੀ ਹੋਣ ਦਾ ਅਧਿਕਾਰ ਮੰਗਦੇ ਹਾਂ ਤੁਹਾਡੇ ਕੋਲੋਂ ਜੀ, ਅਸੀਂ ਵੀ ਸਿਰ ਉੱਚਾ ਚੁੱਕ ਕੇ ਜਿਉਣਾ ਚਾਹੁੰਦੇ ਹਾਂ ਜੀ। ਉਹਨਾਂ ਦੀਆਂ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਜਿਹਨੂੰ ਉਹਨਾਂ ਪੂਰਨ ਤੌਰ ਦੇ ਉੱਤੇ ਲਾਗੂ ਕਰਾਉਣਾ ਚਾਹੁੰਦਾ ਸੀ। ਅਨੰਦਪੁਰ ਸਾਹਿਬ ਦੇ ਮਤੇ ਨੂੰ ਉਹ ਖਾਲਿਸਤਾਨ ਕਹਿ ਦੇਣ, ਉਹ ਪਾਕਿਸਤਾਨ ਕਹਿ ਦੇਣ, ਉਹ ਜੋ ਮਰਜ਼ੀ ਕਹਿ ਦੇਣ, ਠੀਕ ਹੈ ਕਿ ਨਹੀਂ। ਜਦੋਂ ਸਾਨੂੰ ਦੇਊ ਹੀ ਕੁਝ ਨਹੀਂ, ਸਰਕਾਰ ਦੇਣਾ ਹੀ ਕੁਝ ਨਹੀਂ ਚਾਹੁੰਦੀ, ਤੇ ਉਹ ਕੁਝ ਵੀ ਕਹਿ ਸਕਦੇ ਨੇ। ਖਾਲਿਸਤਾਨ ਸੰਤਾਂ ਨੇ ਕਦੀ ਨਹੀਂ ਸੀ ਮੰਗਿਆ। ਸੰਤਾਂ ਨੇ ਕਿਹਾ ਵੀ ਅਸੀਂ ਖਾਲਿਸਤਾਨ ਨਹੀਂ ਮੰਗਦੇ, ਅਸੀਂ ਇਸ ਦੇਸ਼ ਨਾਲ ਰਹਿਣਾ ਚਾਹੁੰਦੇ ਹਾਂ। ਸਰਕਾਰ ਦੱਸੇ ਰੱਖਣਾ ਕਿ ਨਹੀਂ ਰੱਖਣਾ। ਸਰਕਾਰ ਸਾਨੂੰ ਬਰਾਬਰ ਦੇ ਸ਼ਹਿਰੀ ਬਣਾ ਕੇ ਰੱਖਣਾ ਚਾਹੁੰਦੀ ਕਿ ਨਹੀਂ ਚਾਹੁੰਦੀ ਜੀ। ਤੇ ਜੇ ਸਰਕਾਰ ਨੇ ਸਾਨੂੰ ਖਾਲਿਸਤਾਨ ਦਿੱਤਾ ਤੇ ਲੈ ਲਾਂਗੇ, 47 ਵਾਲੀ ਗਲਤੀ ਨਹੀਂ ਕਰਦੇ। ਇਹੀ ਉਹਨਾਂ ਦੇ ਵਰਡਿੰਗ ਸੀ ਜੀ, ਜੋ ਮਰਜ਼ੀ ਕਹੀ ਜਾਣ ਜੀ। ਅੱਜ ਦੇ ਸਮੇਂ ਦੇ ਵਿੱਚ ਵੀ ਆਪਣਾ ਜੋ ਕੇਸਰੀ ਨਿਸ਼ਾਨ ਸਾਹਿਬ ਹੈ ਉਸ ਨੂੰ ਖਾਲਿਸਤਾਨ ਨਾਲ ਜੋੜਿਆ ਜਾਂਦਾ। ਕੇਸਰੀ ਨਿਸ਼ਾਨ ਸਾਹਿਬ ਨੇ ਤੇ ਆਜ਼ਾਦ ਕਰਵਾਇਆ ਦੇਸ਼ ਜੀ। ਕੇਸਰੀ ਨਿਸ਼ਾਨ ਸਾਹਿਬ ਸਾਰੇ ਗੁਰਦੁਆਰਿਆਂ ਦੇ ਵਿੱਚ ਝੂਲ ਰਿਹਾ ਜੀ। ਇਸੇ ਕੇਸਰੀ ਨਿਸ਼ਾਨ ਸਾਹਿਬ ਨੇ ਜੀ ਤੁਹਾਨੂੰ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਹੈ ਤੇ ਚੁੱਭਦਾ ਕਾਹਤੋਂ ਹੈ ਜੀ। ਸਾਡਾ ਹੱਕ ਹੈ ਜੀ, ਸਾਡੀ ਜਿੰਦ ਜਾਨ ਹੈ, ਸਾਡੀ ਵੱਖਰੀ ਪਛਾਣ ਹੈ ਜੀ, ਤੇ ਉਹ ਨਿਸ਼ਾਨ ਸਾਹਿਬ ਦੇ ਨਾਲ ਹੈ ਜੀ। ਤਾਂ ਮਾਤਾ ਜੀ ਕੇਸਰੀ ਨਿਸ਼ਾਨ ਸਾਹਿਬ ਨੇ ਕਰੋਨਾ ਦੇ ਵਿੱਚ ਫ੍ਰੀ ਲੰਗਰ ਵੀ ਵੰਡੇ, ਕੇਸਰੀ ਨਿਸ਼ਾਨ ਸਾਹਿਬ ਨੇ ਅੱਜ ਦੇ ਸਮੇਂ ਦੇ ਵਿੱਚ ਆਕਸੀਜਨ ਵੀ ਵੰਡੀ, ਪਰ ਕਿਤੇ ਨਾ ਕਿਤੇ ਜਦੋਂ ਲੋੜ ਹੁੰਦੀ ਹੈ ਸਿੱਖ ਕੌਮ ਦੀ ਤਾਂ ਸਿੱਖ ਕੌਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਪਰ ਜਦੋਂ ਮਨੋਰਥ ਪੂਰਾ ਹੋ ਜਾਂਦਾ ਤਾਂ ਸਰਕਾਰਾਂ ਵੱਲੋਂ ਜਾਂ ਨੈਸ਼ਨਲ ਮੀਡੀਆ ਵੱਲੋਂ ਕੌਮ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਹੈ। ਦੇਖੋ ਰਾਜੀ, ਇਹ ਸਰਕਾਰ ਦੀ ਕੂਟਨੀਤੀ ਨੂੰ ਸਮਝਣਾ ਪਏਗਾ ਜੀ। ਸਰਕਾਰ ਤਾਂ ਮਾਰ ਰਹੀ ਆ ਜੀ, ਸਰਕਾਰ ਤੇ ਉਹ ਮੌਕੇ ਪ੍ਰਦਾਨ ਕਰ ਰਹੀ ਆ ਜੀ। ਸਰਕਾਰ ਮੌਕੇ ਪ੍ਰਦਾਨ ਕਰ ਰਹੀ ਆ ਜੀ ਵੀ ਤੁਸੀਂ ਲੰਗਰ ਲਾਓ, ਤੁਸੀਂ ਆਕਸੀਜਨ ਦਿਓ, ਅਸੀਂ ਤਾਂ ਮਾਰਨਾ ਜਨਤਾ ਨੂੰ ਜੀ। ਤੇ ਉਹ ਤੁਹਾਡਾ ਆਪਣਾ ਹੈ ਜੀ, ਤੁਹਾਡਾ ਆਪਣਾ ਸਿੱਖੀ ਦਾ ਕਰੈਕਟਰ ਹੈ ਵੀ ਤੁਸੀਂ ਧਰਮ ਦੀ ਕਿਰਤ ਕਰਦੇ ਹੋ, ਨਾਮ ਜਪਦੇ ਹੋ ਤੇ ਵੰਡ ਕੇ ਛਕਦੇ ਹੋ ਜੀ। ਤੇ ਤੁਸੀਂ ਮਾੜੇ ਨਾਲ ਖੜਦੇ ਹੋ ਜੀ, ਜਿਹਦੇ ਨਾਲ ਧੱਕਾ ਹੁੰਦਾ ਤੁਸੀਂ ਉਹਦੇ ਨਾਲ ਖੜਦੇ ਹੋ ਜੀ। ਇਹ ਤਾਂ ਤੁਹਾਡਾ ਕਰੈਕਟਰ ਹੈ ਸਿੱਖ ਕੌਮ ਦਾ ਜੀ। ਤੇ ਤੁਸੀਂ ਵਧੀਆ ਪ੍ਰਦਰਸ਼ਨ ਕਰ ਰਹੇ ਹੋ, ਸਰਕਾਰ ਤਾਂ ਮਾਰਨਾ ਚਾਹੁੰਦੀ ਹੈ ਜੀ, ਤੁਸੀਂ ਬਚਾ ਰਹੇ ਹੋ, ਸਰਕਾਰ ਤੁਹਾਡੀ ਸਿਫਤ ਕਿਉਂ ਕਰੇ ਜੀ। ਸੋ ਮਾਤਾ ਜੀ
ਤੁਹਾਡੇ ਮਾਤਾ ਜੀ ਤੁਸੀਂ ਦੱਸਿਆ ਉਹਨਾਂ ਨੇ 47 ਹੰਢਾਈ, ਤੁਸੀਂ 84 ਹੰਢਾਈ, ਤਾਂ ਅੱਜ ਦੇ ਸਮੇਂ ਦੇ ਵਿੱਚ ਜੋ ਆਪਾਂ ਕਹੀਏ ਤਾਂ ਕਿਸਾਨ ਐਜੀਟੇਸ਼ਨ ਚੱਲ ਰਿਹਾ ਉਹ ਵੀ ਪੰਜਾਬ ਦੇ ਉੱਪਰ ਹੀ ਆ, ਤਾਂ ਕੀ ਸੰਦੇਸ਼ ਕੀ ਆ ਲੋਕਾਂ ਨੂੰ ਜਾਂ ਕੌਮ ਨੂੰ, ਜਾਂ ਕੀ ਲੱਗਦਾ ਜੋ ਪੋਲੀਟੀਕਲ ਲੋਕ ਨੇ ਉਹ ਪੰਜਾਬ ਨਾਲ ਖੜ ਰਹੇ ਨੇ ਅੱਜ ਦੇ ਸਮੇਂ 'ਚ? ਦੇਖੋ ਪੰਜਾਬ ਦੀ ਤੇ ਇਹਨਾਂ ਨੇ ਫੇਰ ਇੱਕ ਵਾਰੀ ਮਤਲਬ ਉਹਨੂੰ ਮੌਤ ਦੇ ਮੂੰਹ ਦੇ ਵਿੱਚ ਪੰਜਾਬ ਨੂੰ ਧੱਕਣ ਵਾਸਤੇ ਜੀ ਪੰਜਾਬ ਵਰਸਸ ਸੈਂਟਰ ਗਵਰਨਮੈਂਟ ਕਰਨ ਦੀ ਚਾਲ ਚੱਲੀ ਉਹਨਾਂ ਨੇ ਜੀ 26 ਜਨਵਰੀ ਨੂੰ। ਜੀ ਉਹ ਵੀ ਬਹੁਤ ਪਹਿਲਾਂ ਪਲੈਨਿੰਗ ਹੋ ਚੁੱਕੀ ਸੀ। ਜੀ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੀ ਜਵਾਨੀ ਜਿਹੜੀ ਹੈ ਇਹਨਾਂ ਨੂੰ ਧੱਕ ਕੇ ਲੈ ਕੇ ਆਈ ਹੈ ਦਿੱਲੀ ਦੇ ਬਾਰਡਰ ਤੇ, ਜੀ ਨਹੀਂ ਤਾਂ ਸਟੇਟਾਂ ਦੇ ਅੰਦਰ ਹੀ ਰੌਲਾ ਪੈ ਰਿਹਾ ਸੀਗਾ ਤੇ ਸਾਨੂੰ ਕੀ ਸਿਰਦਰਦੀ ਸੀ। ਜੀ ਜਦੋਂ ਜਵਾਨੀ ਬਾਰਡਰਾਂ ਦੇ ਉੱਤੇ ਲੈ ਕੇ ਗਈ ਜੀ ਤੇ ਇਹ ਤਾਂ ਜਿੱਥੇ ਕਿਤੇ ਪੁਲਿਸ ਰੋਕਦੀ ਉੱਥੇ ਹੀ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੇ ਬੈਠ ਜਾਣਾ ਸੀ। ਜੀ ਇਹ ਲੈ ਗਏ ਦਿੱਲੀ 300 ਕਿਲੋਮੀਟਰ ਦੂਰ ਪੰਜਾਬ ਤੋਂ। ਜੀ ਹੁਣ ਸਰਕਾਰ ਨੇ ਆਪਣਾ ਪ੍ਰਬੰਧ ਨਹੀਂ ਕਰਨਾ, ਜੀ ਸਰਕਾਰ ਨੇ ਆਪਣੀਆਂ ਚਾਲਾਂ ਚੱਲਣੀਆਂ ਨੇ। ਜੀ ਉਹਨਾਂ ਨੇ ਦੇਖਿਆ ਵੀ 300 ਕਿਲੋਮੀਟਰ ਸਫ਼ਰ ਕਰ ਲਿਆ ਤੇ ਹੁਣ ਇਹਨਾਂ ਨੂੰ ਵਾਪਸ ਕਿਸ ਤਰ੍ਹਾਂ ਭੇਜੀਏ ਫਾਡੇ ਕਰਕੇ, ਜੀ ਵੀ ਇਹ ਹੁਣ ਸੰਘਰਸ਼ ਫੇਲ ਕਿਵੇਂ ਕਰਨਾ। ਜੀ ਯੂਥ ਨੇ ਤੇ ਸੰਘਰਸ਼ ਨੂੰ ਅਸਮਾਨ ਤੇ ਪਹੁੰਚਾਤਾ, ਪੰਜਾਬ ਦੇ ਤੇ ਹਰਿਆਣੇ ਦੇ ਯੂਥ ਨੇ ਜੀ ਰਲ ਕੇ। ਜੀ ਹੁਣ ਇਹ ਚੰਗੀ ਗੱਲ ਇਹ ਹੋਈ ਵੀ ਅੱਜ ਦੂਜੀਆਂ ਸਟੇਟਾਂ ਦੇ ਲੋਕ ਵੀ ਨਾਲ ਖੜੇ ਨੇ। ਜੀ ਕਿਸਾਨੀ ਮੁੱਦਾ ਰੋਟੀ ਦਾ ਬੁਰਕੀ ਦਾ ਸੰਘਰਸ਼ ਆ ਜੀ ਔਰ ਉਹ ਜਨ ਅੰਦੋਲਨ ਬਣ ਗਿਆ। ਜੀ ਜਦੋਂ ਸਰਕਾਰ ਨੇ ਦੇਖਿਆ ਜਨ ਅੰਦੋਲਨ ਬਣ ਗਿਆ ਤੇ 26 ਤਰੀਕ ਨੂੰ ਇਹਨਾਂ ਨੇ ਮਾਰਚ ਕਰਨਾ ਸੀ ਦਿੱਲੀ ਦੇ ਵਿੱਚ, ਜੀ ਪਰੇਡ ਦਾ ਪ੍ਰੋਗਰਾਮ ਰੱਖ ਲਿਆ। ਜੀ ਇਹਨਾਂ ਨੇ ਮਤਲਬ ਇਹਨਾਂ ਦੀ ਕਿਸਾਨ ਆਗੂਆਂ ਦੀ ਘੱਟ ਸਮਝੀ ਕਰਕੇ ਜੀ ਜਦੋਂ ਤੁਸੀਂ ਉੱਥੇ 7 ਲੱਖ ਦੇ ਕਰੀਬ ਟਰੈਕਟਰ ਇਕੱਠਾ ਕਰ ਲਿਆ, ਜੀ ਪਹਿਲੇ ਵੀ ਉੱਥੇ ਜਨਤਾ ਬੈਠੀ ਹੈ, ਟਰਾਲੀਆਂ ਉੱਥੇ ਬਾਰਡਰਾਂ ਦੇ ਉੱਤੇ ਵਾਧੂ ਹੈ, ਉੱਥੇ ਰਸ਼ ਹੈ, ਜੀ ਇੰਨਾ ਸਾਰੀਆਂ ਸਟੇਟਾਂ ਦੇ ਵਿੱਚੋਂ ਟਰੈਕਟਰ ਮੰਗਾ ਲਿਆ ਜੀ ਤੇ ਤੁਸੀਂ ਉਹ ਰੂਟ ਕਿਹੜੇ ਤੇ ਲੈ ਕੇ ਜਾਣਾ ਉਹਨਾਂ ਨੂੰ ਤੁਹਾਨੂੰ ਇੰਨੀ ਸਮਝ ਹੀ ਨਹੀਂ ਹੈਗੀ। ਜੀ ਪਹਿਲਾਂ ਤੁਸੀਂ ਕਿਹਾ ਵੀ ਅਸੀਂ ਰਿੰਗ ਰੋਡ ਤੇ ਜਾਣਾ, ਬਾਅਦ ਦੇ ਵਿੱਚ ਤੁਸੀਂ ਜੇ ਕਿਹਾ ਵੀ 43 ਕਿਲੋਮੀਟਰ ਦਾ ਜਿਹੜਾ ਇੱਕ ਰਾਉਂਡ ਸਰਕਾਰ ਕਹਿੰਦੀ ਹੈ ਵੀ ਉਹ ਉੱਥੋਂ ਦੀ ਚੱਕਰ ਕੱਟ ਲਓ ਤੇ 7 ਲੱਖ ਟਰੈਕਟਰ ਦਾ ਕਦੋਂ ਰਾਉਂਡ ਪੂਰਾ ਹੋਣਾ ਸੀਗਾ। ਜੀ ਇਹ ਕਿਸਾਨ ਆਗੂਆਂ ਦਾ ਫੇਲੀਅਰ ਸੀਗਾ। ਜੀ ਬਾਕੀ ਸਟੇਟਾਂ ਦਾ ਇੱਕ ਇੱਕ ਆਗੂ ਹੈ, ਜੀ ਸਾਡੇ ਪੰਜਾਬ ਦੀ ਪੂਰੀ ਬਰਾਤ ਆ ਜੀ 32 ਆਗੂ ਨੇ ਆਪਣੇ 32 ਆਗੂ। ਜੀ ਮੈਨੂੰ ਨਹੀਂ ਸਮਝ ਆਉਂਦੀ ਵੀ ਇਹਨਾਂ ਦੇ 32 ਆਗੂਆਂ ਦਾ ਉੱਥੇ ਮਤਲਬ ਕੀ ਆ। ਜੀ ਮੈਨੂੰ ਉਦੋਂ ਹੀ ਸਮਝ ਆਈ ਜਦੋਂ ਮੈਂ ਉੱਥੇ ਜਾ ਕੇ ਤੇ ਸਾਰੇ ਸੰਘਰਸ਼ ਨੂੰ ਨੇੜਿਓਂ ਤੱਕਿਆ। ਜੀ ਮੈਂ 4 ਵਾਰੀ ਹਾਜ਼ਰੀ ਭਰ ਕੇ ਆਈ ਹਾਂ। ਜੀ ਮੈਂ ਦੇਖਿਆ ਵੀ ਹਰ ਟਰਾਲੀ ਦੇ ਵਿੱਚ ਰਾਜਨੀਤੀ ਚੱਲ ਰਹੀ, ਜੀ ਹਰ ਰਾਜਨੀਤਿਕ ਬੰਦੇ ਦਾ ਇੱਕ ਇੱਕ ਵਿੰਗ ਆ ਕਿਸਾਨ ਆਗੂਆਂ ਦਾ, ਜੀ ਔਰ ਉਹ ਬੱਤੀਆਂ ਦੇ ਵਿੱਚ ਸ਼ਾਮਲ ਆ ਹਰੇਕ ਪੋਲੀਟੀਕਲ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਉਹਨੇ ਸਾਰਿਆਂ ਦਾ ਇੱਕ ਇੱਕ ਵਿੰਗ ਆ ਕਿਸਾਨ ਆਗੂਆਂ ਦਾ। ਜੀ ਤੇ ਉਹ ਉਹਨਾਂ ਦੇ ਵਿੱਚ ਕਰਕੇ ਉਹ ਸਾਰੇ ਇਕੱਠੇ ਕਰਕੇ ਉਹ ਸਾਰਿਆਂ ਦਾ ਇੱਕ ਇੱਕ ਜੀ ਆਗੂ ਆ ਤੇ ਉਹ ਉਹਨਾਂ ਦਾ ਸਾਰਿਆਂ ਦੇ ਲੰਗਰ ਲੱਗੇ ਹੋਏ ਆ ਉੱਥੇ। ਜੀ ਕਹਿੰਦੇ ਜੀ ਅਸੀਂ ਰਾਜਨੀਤੀ ਤੋਂ ਅਸੀਂ ਪਰੇ ਰੱਖਿਆ ਆਪਣੀਆਂ ਸਟੇਜਾਂ ਨੂੰ, ਰਾਜਨੀਤਿਕਾਂ ਦੇ ਉੱਥੇ ਲੰਗਰ ਚੱਲ ਰਹੇ ਨੇ, ਰਾਜਨੀਤਿਕਾਂ ਦੇ ਜਿਹੜੇ ਵਿੰਗ ਨੇ ਕਿਸਾਨ ਉਹ ਆਗੂ ਉੱਥੇ ਸਰਕਾਰਾਂ ਨਾਲ ਗੱਲਾਂ ਕਰ ਰਹੇ ਨੇ। ਜੀ ਤੇ ਇਹਨਾਂ ਨੇ ਹੁਣ ਕਾਲ ਦੇਤੀ ਬਿਨਾਂ ਸੋਚੇ ਸਮਝੇ। ਜੀ ਟਰੈਕਟਰ ਟਰਾਲੀ ਇੰਨਾ ਉੱਥੇ ਇਕੱਠਾ ਹੋ ਗਿਆ, ਅੰਬਾਲੇ ਤੱਕ ਜਾਮ ਲੱਗ ਗਿਆ। ਜੀ ਮੈਂ 24 ਨੂੰ ਪਹੁੰਚ ਗਈ ਸੀ ਉੱਥੇ। ਜੀ 25 ਤਰੀਕ ਨੂੰ ਜੋ ਉੱਥੇ ਹਾਲਾਤ ਬਣੇ, ਜੀ ਜੋ ਸਰਕਾਰ ਚਾਹੁੰਦੀ ਸੀ ਉਹਨੇ ਕਰ ਲਿਆ। ਜੀ ਰਾਤ ਨੂੰ ਮਾਹੌਲ ਤਿਆਰ ਹੋ ਗਿਆ 25 ਨੂੰ। ਉਹ ਮਾਹੌਲ ਮਤਲਬ ਬਣਾ ਦਿੱਤਾ ਉਹਨਾਂ ਨੇ, ਪਹਿਲਾਂ ਪਲੈਨਿੰਗ ਕੀਤੀ ਹੋਈ ਸੀ, ਇੰਪਲੀਮੈਂਟ ਹੀ ਹੋਣਾ ਸੀ। ਜੀ ਪਲੈਨਿੰਗ ਤਾਂ ਸਰਕਾਰ ਦੀ ਸੀ। ਜੀ ਆਗੂਆਂ ਨੇ ਕਹਿ ਦਿੱਤਾ ਵੀ ਅਸੀਂ ਤਾਂ ਉਸ 43 ਕਿਲੋਮੀਟਰ ਦੇ ਉੱਤੇ ਜਾਣਾ। ਜੀ ਤੇ ਮੁੰਡੇ ਭੜਕ ਪਏ। ਮੁੰਡਿਆਂ ਨੇ ਕਿਹਾ ਵੀ ਪਹਿਲਾਂ ਤੁਸੀਂ ਰਿੰਗ ਰੋਡ ਤੇ ਕਿਹਾ ਸੀ ਤੇ ਇੰਨਾ ਜਿਹੜਾ ਟਰੈਕਟਰ ਸੱਦ ਲਿਆ, ਅੰਬਾਲੇ ਤੱਕ ਜਿਹੜਾ ਜਾਮ ਲੱਗਿਆ ਹੋਇਆ ਸੀਗਾ ਹੈਗਾ ਤੇ ਉਹ ਆਪਾਂ 43 ਕਿਲੋਮੀਟਰ ਦੇ ਵਿੱਚ ਕਦੋਂ ਪਹੁੰਚਾਉਣਾ। ਜੀ ਇਹਦੇ ਨਾਲੋਂ ਬਿਹਤਰ ਇਹ ਸੀਗਾ ਵੀ ਉਹ 43 ਕਿਲੋਮੀਟਰ ਦਾ ਵੀ ਬਾਈਕਾਟ ਕਰ ਦਿੰਦੇ। ਜੀ ਤੇ ਕਾਲੀਆਂ ਝੰਡੀਆਂ ਲੈ ਕੇ ਜਿੱਥੇ ਜਿੱਥੇ ਹੈਗੇ ਸੀਗੇ ਉੱਥੇ ਪ੍ਰੋਟੈਸਟ ਕਰਦੇ। ਜੀ ਸੜਕਾਂ ਦੇ ਦੋਵੇਂ ਪਾਸੇ ਖੜ ਜਾਂਦੇ। ਜੀ ਤੇ ਉਹਨਾਂ ਦੀ ਆਵਾਜ਼ ਤੇ ਉਹਨਾਂ ਦੀ ਗੱਲ ਦੁਨੀਆ ਦੇ ਵਿੱਚ ਵਧੀਆ ਜਾਣੀ ਸੀ। ਜੀ ਇਹਨਾਂ ਨੇ 26 ਜਨਵਰੀ ਨੂੰ ਉੱਥੇ ਜਾ ਕੇ ਕੀ ਕਰਨਾ ਸੀ ਦਿੱਲੀ। ਜੀ ਕਿਸਾਨੀ ਸੰਘਰਸ਼ ਆ ਜੀ ਹੈਨਾ। ਫਿਰ ਇਹਨਾਂ ਨੇ ਉਹ ਬੈਰੀਕੇਟਿੰਗ ਕਰਵਾਤੀ ਉਧਰ। ਜੀ
ਮਤ ਸੋਚੋ ਵੀ ਕਿਸਾਨ ਜਥੇਬੰਦੀਆਂ ਸਾਰੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮਤਲਬ ਸੁਹਿਰਦ ਨੇ ਤੇ ਉਹ ਕਮਿਟਡ ਨੇ ਵੀ ਅਸੀਂ ਕੁਝ ਲੈ ਕੇ ਜਾਣਾ, ਅਸੀਂ ਮਸਲੇ ਹੱਲ ਕਰਕੇ ਜਾਣਾ, ਇੱਥੇ ਜੀ ਜਿੱਤ ਕੇ ਜਾਣਾ। ਬਹੁਤ ਤਰ੍ਹਾਂ ਦੇ ਲੋਕ ਨੇ ਵਿੱਚ ਜੀ। ਇਹਨਾਂ ਨੇ ਵਿੱਚ ਕੁਝ ਐਸੇ ਲੋਕ ਵੀ ਨੇ ਜਿਹੜੇ ਉਧਰੋਂ ਬੈਰੀਕੇਡਿੰਗ ਕਰਵਾਤੀ, ਰਾਤ ਰੌਲਾ ਗੋਲਾ ਪਿਆ ਸਟੇਜ ਦੇ ਉੱਤੇ। ਚਲੋ ਮੈਂ ਜਿੰਨੇ ਜੋਗੀ ਹੈਗੀ ਸੀ ਮੈਂ ਮੁੰਡਿਆਂ ਨੂੰ ਕਿਹਾ ਵੀ ਜਾਣ ਦਿਓ, ਰੱਬ ਦਾ ਵਾਸਤਾ ਤੁਸੀਂ ਆਪਣਾ 300 ਕਿਲੋਮੀਟਰ ਪੰਜਾਬ ਤੋਂ ਦੂਰ ਹੈਗੇ ਜੇ, ਤੁਹਾਡੀ ਜਵਾਨੀ ਇਹਨਾਂ ਨੇ ਫਿਰ ਨਜ਼ਰਾਂ ਦੇ ਵਿੱਚ ਧਰ ਲਈ ਆ, ਤੁਹਾਨੂੰ ਟਾਰਗੇਟ ਕਰ ਲਿਆ ਆ ਤੇ ਰਸਤੇ ਦੇ ਵਿੱਚ ਹਰਿਆਣਾ ਵੀ ਆ, ਤੁਹਾਡੇ ਆਪਸ ਵਿੱਚ ਸੰਬੰਧ ਖਰਾਬ ਕਰਕੇ ਤੇ ਤੁਹਾਨੂੰ ਮਰਵਾ ਸਕਦੇ ਨੇ ਜੀ। ਮੈਂ ਇੱਥੋਂ ਤੱਕ ਖੁੱਲ੍ਹ ਕੇ ਕਹਿਤਾ ਇਹਨਾਂ ਨੂੰ ਜੀ ਵੀ ਬਾਜ ਆ ਜਾਓ ਜੀ, ਕੋਈ ਗੱਲ ਨਹੀਂ, ਤੁਸੀਂ ਇੱਥੇ ਰੋਸ ਕਰ ਲਓ ਜੋ ਕਰਨਾ ਤੇ ਤੁਸੀਂ ਜਿੱਦ ਨਾ ਕਰੋ ਜੀ। ਚਲੋ ਖੈਰ ਵਿੱਚ ਕੁਝ ਲੀਡਰਸ਼ਿਪ ਭੀੜ ਜਿਹੜੀ ਹੈ ਨਾ ਬੇਕਾਬੂ ਭੀੜ ਸੀ ਉਸ ਵੇਲੇ। ਤੇ ਸਵੇਰੇ ਫਿਰ ਜਦੋਂ ਅਜੇ ਦਿਨ ਚੜ੍ਹਿਆ ਹੀ ਨਹੀਂ, ਇਹਨਾਂ ਨੇ ਜਿਹੜਾ ਰੂਟ ਇਹਨਾਂ ਨੂੰ ਮਿਲਿਆ ਸੀ ਉਧਰ ਬੈਰੀਕੇਟਿੰਗ ਹੋਈ ਸੀਗੀ ਤੇ ਜਿਹੜਾ ਰਿੰਗ ਰੋਡ ਵਾਲਾ ਰੂਟ ਸੀਗਾ ਕਿ ਲਾਲ ਕਿਲੇ ਨੂੰ ਸਿੱਧਾ ਜਾਂਦਾ ਉਹ ਖੋਲਤਾ ਜੀ, ਉਹ ਖੁੱਲ ਗਿਆ। ਤੇ ਮੇਰੇ ਵਰਗਿਆਂ ਨੂੰ ਬਹੁਤਿਆਂ ਨੂੰ ਤੇ ਲਾਲ ਕਿਲੇ ਦਾ ਰਾਹ ਹੀ ਨਹੀਂ ਪਤਾ, ਰਿੰਗ ਰੋਡ ਦਾ ਹੀ ਨਹੀਂ ਪਤਾ ਕਿਹਨੂੰ ਕਹਿੰਦੇ ਨੇ ਜੀ। ਮਤਲਬ ਅੰਨੇ ਵਾਹ ਮਤਲਬ ਜਨਤਾ ਨੂੰ ਉੱਥੋਂ ਲੰਘਾਇਆ ਜੀ, ਤੇ ਕੁਛ ਰਸਤੇ 'ਚ ਕੁੱਟੇ ਤੇ ਕੁਛ ਉੱਥੇ ਜਾ ਕੇ ਕੁੱਟੇ। ਉੱਥੇ ਜਾ ਕੇ ਜਿਹੜਾ ਕੋਈ ਨਿਸ਼ਾਨ ਸਾਹਿਬ ਜਿਹੜਾ ਉੱਤੇ ਚੜਾਇਆ, ਉਹਨਾਂ ਨੇ ਨੈਸ਼ਨਲ ਫਲੈਗ ਨੂੰ ਤਾਂ ਹੱਥ ਵੀ ਨਹੀਂ ਲਾਇਆ ਜੀ। ਭੰਡਿਆ ਇਹ ਵੀ ਇਹਨਾਂ ਨੇ ਨੈਸ਼ਨਲ ਫਲੈਗ ਲਾ ਕੇ ਤੇ ਇਹਨਾਂ ਨੇ ਖਾਲਿਸਤਾਨ ਦਾ ਝੰਡਾ ਚਲਾਤਾ, ਜਦ ਕਿ ਉੱਥੇ ਕੇਸਰੀ ਨਿਸ਼ਾਨ ਚਲਾਇਆ ਸੀ ਜਿਹੜਾ ਉੱਥੇ ਪਹਿਲੇ ਵੀ ਝੂਲਦਾ ਰਿਹਾ ਉਸ ਲਾਲ ਕਿਲੇ ਦੇ ਉੱਤੇ ਜੀ। ਜਿਸ ਲਾਲ ਕਿਲੇ ਨੂੰ ਉਸ ਕੇਸਰੀ ਨਿਸ਼ਾਨ ਨੇ ਹੀ ਆਜ਼ਾਦ ਕਰਵਾਇਆ ਸੀ, ਜਿਹੜਾ ਉੱਥੇ ਉਦੋਂ ਉਹਨਾਂ ਨੇ ਬੱਚਿਆਂ ਨੇ ਲਾਤਾ ਜੀ। ਜੇ ਬੱਚਿਆਂ ਨੇ ਨਿਸ਼ਾਨ ਸਾਹਿਬ ਲਾਤਾ ਜੀ ਤੇ ਇਹ ਨਿਸ਼ਾਨ ਸਾਹਿਬ ਲਾਉਣ ਦੇ ਨਾਲ ਕਿਤੇ ਕੋਈ ਦੇਸ਼ ਵੰਡਿਆ ਜਾਂਦਾ ਜੀ, ਦੇਸ਼ ਦੇ ਟੁਕੜੇ ਹੋ ਜਾਂਦੇ ਨੇ ਇੰਨੀ ਗੱਲ ਦੇ ਨਾਲ। ਸਰਕਾਰ ਦੀ ਚਾਲ ਇਹ ਸੀ ਵੀ ਤੁਹਾਨੂੰ ਭੰਡਣਾ ਆ ਜੀ, ਤੁਹਾਨੂੰ ਖਾਲਿਸਤਾਨੀ ਵਰਸਸ ਸੈਂਟਰ ਗਵਰਨਮੈਂਟ ਕਰਨਾ ਉਹਨਾਂ ਨੇ ਦਿੱਲੀ ਜੀ, ਤੇ ਹਰਿਆਣੇ ਨੂੰ ਤੁਹਾਡਾ ਦੁਸ਼ਮਣ ਬਣਾ ਕੇ ਤੁਹਾਨੂੰ ਰਾਹ 'ਚ ਖਤਮ ਕਰਾਉਣਾ ਸੀ ਉਹਨਾਂ ਨੇ। ਥੈਂਕ ਗੋਡ ਜੀ ਬਈ ਉਹ ਮਾਹੌਲ ਨਹੀਂ ਬਣਿਆ ਜੀ, ਠੀਕ ਹੈ ਜੀ। ਉੱਥੇ ਨਿਸ਼ਾਨ ਸਾਹਿਬ ਫਿਰ ਹੁਣ ਚੜਾਇਆ ਗਏ ਹੋਰ ਨੇ ਜੀ, ਤੇ ਹੀਰੋ ਉੱਥੇ ਦਾ ਬਣਾਤਾ ਦੀਪ ਸਿੱਧੂ ਨੂੰ। ਦੀਪ ਸਿੱਧੂ ਨੇ ਲਾਈਵ ਹੋ ਕੇ 2 ਨਾਰੇ ਮਾਰੇ ਨੇ ਜੀ, ਉਹਨੂੰ 3 ਮਹੀਨੇ ਜੇਲ੍ਹ ਦੇ ਵਿੱਚ ਰੱਖ ਕੇ ਤੇ ਉਹਨੂੰ ਹੁਣ ਆਜ਼ਾਦ ਕਰਤਾ ਜੀ, ਤੇ ਉਹਨੂੰ ਹੁਣ ਪੰਜਾਬ ਦੇ ਵਿੱਚ ਲੀਡਰ ਬਣਾਉਣਾ ਹੈ ਜੀ। ਤੇ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਹੈ ਤਾਂ 1984 ਦੇ ਵਿੱਚ ਫੌਜ ਨੇ ਹਰਮੰਦਰ ਸਾਹਿਬ ਤੇ ਆਪਣਾ ਝੰਡਾ ਚਲਾਇਆ, ਪਰ ਜਦੋਂ ਉੱਥੇ ਝੰਡਾ ਚਲਾਤਾ ਤਾਂ ਇੰਨੀ ਹਫੜਾ ਤਫੜੀ ਕਾਹਤੇ ਮੱਚੀ? ਮੈਂ ਤਾਂ ਪਹਿਲੇ ਹੀ ਬੇਟੀ ਇਹ ਗੱਲ ਕਹੀ ਹੈ ਵੀ ਫੌਜ ਨੇ ਝੰਡਾ ਚੜਾਤਾ ਸੀਗਾ ਤੇ ਰਹਿ ਗਿਆ, ਉੱਥੇ ਰਹਿ ਗਿਆ, ਜਿਹਦਾ ਹੈਗਾ ਉਹਦਾ ਹੀ ਰਹਿਣਾ ਸੀ। ਉਹ ਤਖਤ ਉਹ ਅਕਾਲ ਦਾ ਹੈ ਜੀ, ਅਕਾਲ ਦਾ ਹੀ ਰਹਿਣਾ ਜੀ। ਬੜੀਆਂ ਹਕੂਮਤਾਂ ਨੇ ਆ ਕੇ ਮੱਥਾ ਲਾਇਆ, ਬੜੀਆਂ ਹਕੂਮਤਾਂ ਨੇ ਮੱਥੇ ਪੜਵਾਏ ਆਪਣੇ ਜੀ, ਤੇ ਕੀ ਹਸ਼ਰ ਹੋਇਆ ਉਹਨਾਂ ਦਾ ਜੀ। ਉਹ ਦੁਨੀਆ ਦਾ ਇਤਿਹਾਸ ਜਿਹੜਾ ਉਹ ਸਾਰੀ ਦੁਨੀਆ ਨੇ ਹੁਣ ਉਹ ਪੜ੍ਹਿਆ ਹੀ ਆ ਜੀ, ਜੋ ਕੁਝ ਹਕੂਮਤਾਂ ਨੇ ਕੀਤਾ ਸੀ ਤੇ ਜੋ ਹਾਲਾਤ ਬਣੇ ਉਹਨਾਂ ਦੇ, ਜੋ ਕੁਝ ਉਹਨਾਂ ਨਾਲ ਹੋਇਆ ਜੀ। ਦੇਖੋ ਜਿਹੜਾ ਨਿਸ਼ਾਨ ਸਾਹਿਬ ਹੈ ਨਾ, ਉਹਨੂੰ ਇਹਨਾਂ ਨੇ ਖਾਲਿਸਤਾਨ ਦਾ ਝੰਡਾ ਕਹਿ ਕੇ ਬਦਨਾਮ ਕੀਤਾ ਹੈ। ਉਹਨਾਂ ਨੂੰ ਵੀ ਪਤਾ ਵੀ ਹੈਗਾ ਨਿਸ਼ਾਨ ਸਾਹਿਬ ਹੀ ਆ ਤੇ ਫਰਕ ਕੋਈ ਨਹੀਂ ਪੈਂਦਾ ਇਸ ਗੱਲ ਦੇ ਨਾਲ ਜੀ। ਤੁਹਾਨੂੰ ਬਦਨਾਮ ਕਰਨਾ ਸੀ, ਖੂਨ ਖਰਾਬਾ ਕਰਾਉਣਾ ਸੀ ਤੁਹਾਡਾ ਜੀ, ਜਿਹੜਾ ਬਚਾਅ ਹੋ ਗਿਆ ਠੀਕ ਹੈ ਕਿ ਨਹੀਂ। ਫਿਰ ਉਹਨਾਂ ਨੇ ਉਸ ਨਿਸ਼ਾਨ ਸਾਹਿਬ ਨੂੰ ਉਤਾਰ ਕੇ ਹਿੰਦੂਆਂ ਨੇ ਪੈਰਾਂ ਥੱਲੇ ਮਧੋਲ ਕੇ ਜੀ, ਤੇ ਉਹਨੂੰ ਅਪਮਾਨਿਤ ਕਰਕੇ ਤੇ ਉਹਨੂੰ ਅੱਗ ਲਾਈ ਜੀ। ਨਿਸ਼ਾਨ ਸਾਹਿਬ ਤੇ ਚੜਾ ਲਿਆ ਉੱਥੇ ਜੀ, ਤੇ ਨਿਸ਼ਾਨ ਸਾਹਿਬ ਦੀ ਰਾਖੀ ਕਿਹਨੇ ਕਰਨੀ ਸੀ ਜੀ? ਜੇ ਚੜਾਇਆ ਸੀ ਤੇ ਰਾਖੀ ਕਰਦੇ, ਉੱਥੇ ਮਰਦੇ ਨਾ ਫਿਰ ਜੀ, ਬੈਠਦੇ ਉੱਥੇ ਜਾ ਕੇ ਜੀ। ਤੇ ਜੇ ਉੱਥੇ ਬੈਠਣਾ ਨਹੀਂ ਸੀ, ਰਾਖੀ ਨਹੀਂ ਸੀ ਕਰਨੀ, ਤੇ ਲੈਣ ਕੀ ਗਏ ਜੀ? ਮੈਂ ਇਸੇ ਕਰਕੇ ਇਹਨਾਂ ਨੂੰ ਬੁਰੀ ਲੱਗਦੀ ਹਾਂ ਜੀ। ਲੈਣ ਕੀ ਗਏ ਉੱਥੇ? ਜਾਣਾ ਨਹੀਂ ਸੀ ਚਾਹੀਦਾ ਜੀ। ਕਿੰਨਾ ਪ੍ਰਾਪਰਟੀ ਦਾ ਨੁਕਸਾਨ ਕਰਾਇਆ, ਕਿੰਨਾ ਬੱਚਿਆਂ ਦਾ ਕਰਾਇਆ, ਕਿੰਨੇ ਰੋਲੇ, ਕਿੰਨਾ ਉਹਨਾਂ ਨੇ 2,5-3 ਹਜ਼ਾਰ ਬੰਦਾ ਪਹਿਲਾਂ ਹੀ ਲਾਲ ਕਿਲੇ ਤੇ ਉੱਥੇ ਇਕੱਠਾ ਕੀਤਾ ਹੋਇਆ ਸੀ ਬਾਕੀਆਂ ਸਟੇਟਾਂ ਦਾ ਜੀ। ਉਹ ਕਿੱਧਰੋਂ ਦੀ ਆਇਆ ਜੀ? ਕਿਸ ਭੀੜ ਨੇ ਧੱਕ ਕੇ 200 ਬੰਦਾ ਪੰਜਾਬ ਦਾ ਜਿਹੜਾ ਸੀ ਤੇ ਨੌਜਵਾਨ ਸਾਡਾ ਜਿਹੜਾ ਉਹ ਲਾਲ ਕਿਲੇ ਦਾ ਦਰਵਾਜ਼ਾ ਖੋਲ ਕੇ ਤੇ ਅੰਦਰ ਵਾੜਿਆ? ਸਾਡੀ ਜਵਾਨੀ ਜਿਹੜੀ ਆ ਨਾ ਜਜ਼ਬਾਤੀ ਆ ਜੀ, ਓਨੀ ਸੂਝ-ਬੂਝ ਨਹੀਂ ਰੱਖਦੀ ਜੀ। ਹਾਲਾਤਾਂ ਤੋਂ ਸਬਕ ਸਿੱਖਣਾ ਚਾਹੀਦਾ, ਸਰਕਾਰੀ ਚਾਲਾਂ ਨੂੰ ਸਮਝਣਾ ਚਾਹੀਦਾ ਜੀ। ਜਦੋਂ ਤੁਹਾਨੂੰ ਪਤਾ ਵੀ ਉੱਥੇ ਕੋਈ ਪਲੈਨਿੰਗ ਨਹੀਂ ਹੈਗੀ ਪ੍ਰੋਗਰਾਮ ਦੀ ਜੀ, ਅਨਪਲੈਨਡ ਹੈ ਜੀ, ਵੈਲ ਪਲੈਨਡ ਹੋਣਾ ਚਾਹੀਦਾ ਸੀ ਪ੍ਰੋਗਰਾਮ, ਤਾਂ ਜਾਣਾ ਚਾਹੀਦਾ ਸੀ। ਤੇ ਅਨਪਲੈਨਡ ਪ੍ਰੋਗਰਾਮ ਦੇ ਵਿੱਚ ਅੰਨੇਵਾਹ ਤੁਸੀਂ ਕੰਧਾਂ 'ਚ ਟੱਕਰਾਂ ਮਾਰੋਗੇ ਤੇ ਸਿਰ ਤੁਸੀਂ ਆਪਣਾ ਹੀ ਪੜਵਾਉਣਾ ਜੀ।
ਉਹਨਾਂ ਦਾ ਤੇ ਕੁਝ ਨਹੀਂ ਵਿਗੜਿਆ। ਜੀ ਮੈਂ ਖੁਦ ਨਹੀਂ ਗਈ, ਜੀ ਮੈਂ 2 ਕਿਲੋਮੀਟਰ ਗਈ ਹਾਂ ਜੀ ਮਾਰਚ ਦੇ ਨਾਲ, ਜੀ ਉਤਰ ਕੇ ਵਾਪਸ ਆ ਗਈਆਂ, ਸਾਰਿਆਂ ਦੇ ਸਾਹਮਣੇ ਆਈਆਂ ਜੀ ਵੀ ਬੇਕਾਬੂ ਭੀੜ ਦਾ ਹਿੱਸਾ ਨਹੀਂ ਮੈਂ ਬਣ ਸਕਦੀ। ਜੀ ਮੈਂ ਆਪਣੇ ਕੌਮੀ ਜਰਨੈਲ ਨੂੰ ਵੇਖਿਆ ਕਿਵੇਂ ਉਹਨੇ ਅਗਵਾਈ ਕੀਤੀ, ਕਿਵੇਂ ਸੰਘਰਸ਼ ਚਲਾਇਆ, ਤੇ ਸੰਘਰਸ਼ ਇੱਦਾਂ ਨਹੀਂ ਲੜੇ ਜਾਂਦੇ। ਜੀ ਜਦੋਂ ਤੁਹਾਡਾ ਵਾਲੀਵਾਰ ਸੀ, ਕੋਈ ਨਹੀਂ, ਮਰਨਾ ਹੀ ਆ ਤੁਸੀਂ ਜੀ ਜਾ ਕੇ ਉੱਥੇ। ਜੀ ਕੌਮੀ ਜਰਨੈਲ ਸੰਤ ਜਰਨੈਲ ਸਿੰਘ ਜੀ ਨੂੰ ਕਈ ਲੀਡਰ ਅੱਜ ਵੀ ਹੈਗੇ ਨੇ, ਉੱਥੇ ਵੀ ਹੈਗੇ ਨੇ, ਜੋ ਚੰਗਾ ਨਹੀਂ ਸਮਝਦੇ ਜਾਂ ਉਹਨਾਂ ਦੇ ਦੁਰਪ੍ਰਚਾਰ ਕਰਦੇ ਨੇ ਉਹਨਾਂ ਦੇ ਖਿਲਾਫ। ਤੁਸੀਂ ਦੇਖੋ ਵੀ ਕਿਸਾਨ ਆਗੂਆਂ ਦਾ ਜੇ ਫੇਲੀਅਰ ਨਹੀਂ ਤੇ ਕੀ ਆ। ਜੀ ਅਗਲੇ ਦਿਨ ਹੀ ਇਹਨਾਂ ਨੇ ਸਟੇਜ ਤੇ ਚੜ੍ਹ ਕੇ ਜੋ ਸਟੇਟਮੈਂਟਾਂ ਦਿੱਤੀਆਂ ਜੀ ਵੀ ਜਿਹੜੇ ਲਾਲ ਕਿਲੇ ਤੇ ਗਏ ਸਾਡੇ ਕੁਝ ਨਹੀਂ ਲੱਗਦੇ, ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਹੈ, ਕਿਸੇ ਦੇ ਜ਼ਿੰਮੇਵਾਰ ਨਹੀਂ ਹੈਗੇ। ਜੀ ਤੇ ਤੁਸੀਂ ਦਿੱਲੀ ਬਾਰਡਰ ਉੱਤੇ ਲੱਡੂ ਲੈਣ ਬੈਠੇ ਹੋ। ਜੀ ਤੁਸੀਂ ਦੂਜੀਆਂ ਸਟੇਟਾਂ ਨੂੰ ਲੰਗਰ ਖਵਾਉਣ ਬੈਠੇ ਹੋ ਉੱਥੇ। ਜੀ ਜੇ ਤੁਹਾਡਾ ਸੰਘਰਸ਼ੀ ਕੋਈ ਨਹੀਂ, ਜੀ ਸੰਘਰਸ਼ਸ਼ੀਲ ਲੋਕਾਂ ਦੇ ਲਈ ਤੁਸੀਂ ਜ਼ਿੰਮੇਵਾਰ ਨਹੀਂ। ਜੀ ਸੰਜਰਨੈਲ ਸੋਹਣਾ ਦੇ ਕੋਲ ਤੇ ਕੋਈ ਕਿਸੇ ਦੂਜੇ ਧਰਮ ਦਾ ਬੰਦਾ ਜਿਹੜਾ ਕੋਈ ਦੁਸ਼ਮਣ ਦਾ ਵੀ ਕੋਈ ਹੁੰਦਾ ਸੀ ਨਾ, ਤੇ ਆ ਕੇ ਡਿੱਗ ਪੈਂਦਾ ਸੀ ਨਾ ਵੀ ਅੱਜ ਤੋਂ ਬਾਅਦ ਮੈਂ ਤੋਬਾ ਕੀਤੀ, ਉਹਨੂੰ ਵੀ ਗਲ ਨਾਲ ਲਾ ਲੈਂਦੇ ਸੀ। ਜੀ ਤੇ ਤੁਸੀਂ ਕੌਮ ਦੀ ਜਵਾਨੀ ਨੂੰ ਹੀ ਤੁਸੀਂ ਮਰਵਾਉਣ ਵਾਸਤੇ ਪਹਿਲਾਂ ਲੰਗੋਵਾਲ ਉਹਨਾਂ ਨੇ ਸਮਝੌਤਾ ਕਰ ਲਿਆ, ਹੁਣ ਤੁਸੀਂ ਕਰ ਲਿਆ। ਜੀ ਵੀ ਜਵਾਨੀ ਜਿਹੜੀ ਆ ਵਾਪਸ ਚਲੀ ਜਾਵੇ, ਨਿਹੰਗ ਵਾਪਸ ਚਲੇ ਜਾਣ, ਨਿਸ਼ਾਨ ਸਾਹਿਬ ਨਾ ਇੱਥੇ ਕੋਈ ਚਲਾਵੇ, ਇੱਥੇ ਕੋਈ ਨਾਰੇ ਚਕਾਰੇ ਨਾ ਮਾਰੇ। ਜੀ ਤੇ ਤੁਸੀਂ ਪਗੜੀ ਧਾਰੀ, ਤੁਸੀਂ ਕਾਮਰੇਡੀ ਲੋਕ ਹੋ। ਜੀ ਮੈਨੂੰ ਇੱਕ ਚੈਨਲ ਵਾਲੇ ਨੇ, ਤੁਹਾਡੇ ਵਰਗੇ ਬੱਚੇ ਨੇ ਪੁੱਛ ਲਿਆ, ਕਹਿੰਦਾ ਜੀ ਇਹ ਕੀ ਕਹੋਗੇ ਇਹਨਾਂ ਬਾਰੇ ਤੁਸੀਂ? ਜੀ ਵੀ ਇਹ ਰੌਲਾ ਪਿਆ ਹੋਇਆ ਵੀ ਇਹ ਕਾਮਰੇਡਾਂ ਦੀ ਸਟੇਜ ਹੈ ਤੇ ਕਾਮਰੇਡੀ। ਮੈਂ ਕਿਹਾ ਇਹ ਲਾਲ ਸਲਾਮ ਕਹਿਣਗੇ ਤੇ ਮੈਂ ਕੇਸਰੀ ਕਵਾਂਗੀ, ਜੀ ਕਿਉਂਕਿ ਮੈਂ ਤਾਂ ਆਪਣੇ ਗੁਰੂ ਦੀ ਸਿੱਖ ਹਾਂ। ਜੀ ਅਸੀਂ ਤਾਂ ਕੇਸਰੀ ਸਲਾਮ ਕਹਿਣੀ ਸਿੱਖੀ ਹੈ। ਜੇ ਇਹ ਲਾਲ ਕਹਿਣਗੇ ਤਾਂ ਅਸੀਂ ਕੇਸਰੀ ਕਵਾਂਗੇ, ਨਹੀਂ ਤਾਂ ਇਹ ਕਿਸਾਨੀ ਸੰਘਰਸ਼ ਹੈ, ਕਿਸਾਨੀ ਰਹਿਣ ਦਿਓ। ਜੀ ਜਨ ਅੰਦੋਲਨ ਬਣ ਗਿਆ ਸੀ, ਸਾਰੀ ਦੁਨੀਆ ਦਾ ਧਿਆਨ ਖਿੱਚ ਲਿਆ ਸੀ ਉਸ ਸੰਘਰਸ਼ ਨੇ ਆਪਣੇ ਵੱਲ ਨੂੰ। ਜੀ ਤੇ ਤੁਹਾਡਾ ਸਾਥ ਦਿੱਤਾ। 7 ਲੱਖ ਟਰੈਕਟਰ ਲੈ ਕੇ, ਇੱਕ ਟਰੈਕਟਰ ਦਾ 20-30 ਹਜ਼ਾਰ ਖਰਚਾ ਆਇਆ ਤੇਲ ਦਾ। ਜੀ ਕਿਵੇਂ ਲੋਕ ਕਰਜ਼ੇ ਚੁੱਕ ਕੇ ਤੇਲ ਪਾ ਕੇ ਟਰੈਕਟਰ ਲੈ ਕੇ ਗਏ, ਤੁਸੀਂ ਕੀ ਕਦਰ ਜਾਣੀ ਉਹਨਾਂ ਲੋਕਾਂ ਦੀ? ਜੀ ਇੰਨਾ ਬਲ ਤਾਂ ਕਦੀ ਕਿਸੇ ਸੰਘਰਸ਼ ਨੂੰ ਨਹੀਂ ਮਿਲਿਆ। ਜੀ ਇਹਨਾਂ ਦੀ ਮਿਲੀ ਭੁਗਤ ਨੇ ਕੀਤਾ ਜੋ ਸਰਕਾਰ ਚਾਹੁੰਦੀ ਸੀ। ਇਹਨਾਂ ਦੇ ਮੂੰਹ 'ਚ ਉਹੀ ਕੁਝ ਇਹਨਾਂ ਨੇ ਸਵੇਰੇ ਉਗਲਿਆ। ਜੀ ਉਹੀ ਕੁਝ ਉਗਲਿਆ ਇਹਨਾਂ ਨੇ ਸਵੇਰੇ, ਤੇ ਪਤਾ ਲੱਗ ਗਿਆ ਵੀ ਇਹਨਾਂ ਦਾ ਅੰਦਰੋਂ ਮਤਲਬ ਸਰਕਾਰ ਨਾਲ ਖੜੇ ਨੇ। ਜੀ ਕੌਮ ਦੀਆਂ ਸਾਰੇ ਜਥੇਬੰਦੀਆਂ ਨੇ ਉੱਥੇ ਜਾ ਕੇ ਆਪਣਾ ਯੋਗਦਾਨ ਪਾਇਆ। ਬਿਲਕੁਲ, ਸਾਡੀ ਇੱਕ ਵੱਖਰੀ ਪਛਾਣ ਆ। ਅਸੀਂ ਆਪਣੀ ਪਛਾਣ ਤੋਂ ਬਿਨਾਂ ਨਹੀਂ ਅਸੀਂ ਯੋਗਦਾਨ ਪਾਉਂਦੇ। ਜੀ ਜੇ ਅਸੀਂ ਲੰਗਰ ਲਾਉਣ ਲੱਗਿਆਂ ਸਾਡੀ ਵੱਖਰੀ ਪਛਾਣ ਹੈ। ਜੀ ਸਾਡੀ ਆਕਸੀਜਨ ਤੇ ਲੰਗਰ ਲਾਉਣ ਲੱਗਿਆਂ ਸਾਡੀ ਵੱਖਰੀ ਪਛਾਣ ਹੈ। ਸਾਡੀ ਵੰਡ ਕੇ ਛਕਣ ਲੱਗਿਆਂ ਜਾਂ ਧਰਮ ਦੀ ਕਿਰਤ ਕਰਨ ਲੱਗਿਆਂ ਸਾਡੀ ਇੱਕ ਵੱਖਰੀ ਪਛਾਣ ਹੈ। ਜੀ ਤੇ ਫਿਰ ਅਸੀਂ ਉੱਥੇ ਸੰਘਰਸ਼ ਦੇ ਵਿੱਚ ਅਸੀਂ ਬਾਰਡਰ ਤੇ ਜਾ ਕੇ ਕਿਸ ਤਰ੍ਹਾਂ ਆਪਣੀ ਪਛਾਣ ਲੁਕਾ ਕੇ ਬੈਠ ਸਕਦੇ? ਜੀ ਮਾਤਾ ਜੀ, ਜਦੋਂ ਕੋਈ ਕਿਸੇ ਕਾਮਰੇਡ ਦਾ ਕੁਝ ਹੁੰਦਾ ਹੈ ਜਾਂ ਉਹ ਸਾਰੇ ਉੱਥੇ ਮਨਾਏ ਜਾਂਦੇ ਨੇ ਤਿਉਹਾਰ, ਪਰ ਜਦੋਂ ਜੂਨ 1984 ਦਾ ਨੌਜਵਾਨੀ ਵਿਰੋਧ ਵੀ ਕਰ ਰਹੀ ਆ, ਉੱਥੇ ਉਹਨਾਂ ਨੇ 6 ਜੂਨ ਨੂੰ ਕੋਈ ਹੋਰ ਪ੍ਰੋਗਰਾਮ ਰੱਖ ਲਿਆ। ਇਸੇ ਕਰਕੇ ਰੱਖਿਆ ਬਈ ਉਹ ਜੋ ਕੁਝ ਬਾਦਲ ਕਰਦਾ ਰਿਹਾ ਨਾ ਪੰਜਾਬ 'ਚ ਹੁਣ ਤੱਕ, ਜੀ ਉਹ ਕਿਸਾਨ ਆਗੂ ਕਰੇ। ਜੀ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ। ਜੀ ਵਾਹਿਗੁਰੂ ਭਲੀ ਕਰੇ। ਜੀ ਜਨਤਾ ਦੀ ਰੋਜੀ ਰੋਟੀ ਦਾ ਮਸਲਾ ਹੈ। ਜੀ ਨਹੀਂ ਤੇ ਇਹਨਾਂ ਨੇ ਜੋ ਕੁਝ ਕੀਤਾ ਹੈ ਨਾ, ਜੀ ਇਹ ਲੀਡਰ ਅਖਾਉਣ ਦੇ ਯੋਗ ਨਹੀਂ ਹੈਗੇ। ਇਹ ਯੋਗਤਾ ਨਹੀਂ ਹੈਗੀ ਇਹਨਾਂ ਦੀ। ਜੀ ਹੋਰ ਕੁਝ ਨਾ ਕਰਦੇ ਹੁਣ ਤੱਕ ਆਪਣਾ ਆਗੂ ਹੀ ਇੱਕ ਮਿੱਥ ਲੈਂਦੇ। ਜੀ ਸਰਕਾਰ ਨੂੰ ਭੈ ਹੁੰਦਾ, ਬਾਕੀ ਤੁਹਾਡੀ ਪਿੱਠ ਤੇ ਖੜੋ। ਜੀ ਸੋ ਜਾਂਦੇ ਕੋਈ ਆਖਰੀ ਕੌਮ ਨੂੰ ਸੰਦੇਸ਼? ਦੇਖੋ, ਕੌਮ ਨੂੰ ਹਮੇਸ਼ਾ ਸਾਡੀ ਜਵਾਨੀ ਨੂੰ ਟਾਰਗੇਟ ਕਰਕੇ ਤੇ ਇਹਨਾਂ ਨੇ ਗੁੰਮਰਾਹ ਕੀਤਾ ਆ। ਜੀ ਆਗੂ ਗੁੰਮਰਾਹ ਕਰਦੇ ਨੇ। ਜੀ ਆਗੂਆਂ ਤੋਂ ਹੀ ਬਚ ਕੇ ਰਹਿਣਾ ਚਾਹੀਦਾ, ਆਪਣਿਆਂ ਤੋਂ ਬਚੋ। ਮੈਂ ਤਾਂ ਹੁਣ ਦੇਖੋ ਜੋ ਦਰਦ ਮੈਨੂੰ ਮੇਰੇ ਆਪਣਿਆਂ ਨੇ ਦਿੱਤਾ ਨਾ, ਜੀ ਜੋ ਮੈਨੂੰ ਦਰਦ ਮੇਰੇ ਆਪਣਿਆਂ ਨੇ ਦਿੱਤਾ, ਜੀ ਮੈਂ ਸਰਕਾਰ ਦੇ ਜ਼ੁਲਮ ਨੂੰ ਕੱਖ ਨਹੀਂ ਸਮਝਦੀ। ਜੀ ਉੱਥੇ ਸਰਕਾਰ ਸਾਨੂੰ ਮਾਰਨ ਆਈ ਸੀ। ਜੀ ਤੇ ਅਸੀਂ ਕੌਮ ਦੇ ਹੱਕਾਂ ਦੀ ਲੜਾਈ ਲੜ ਰਹੇ ਸੀ ਤੇ ਅਸੀਂ ਚਟਾਨ ਵਾਂਗ ਖੜੇ ਸੀ। ਜੀ ਕੋਈ ਦੁੱਖ ਨਹੀਂ। ਜੀ ਬਹੁਤ ਨੁਕਸਾਨ ਕੀਤਾ ਸਰਕਾਰ ਨੇ ਸਾਡਾ, ਬਹੁਤ ਜ਼ੁਲਮ ਕੀਤਾ। ਜੀ ਲੇਕਿਨ ਜੇ ਅਸੀਂ ਅੱਗੇ ਚਟਾਨ ਵਾਂਗ ਖੜੇ ਹਾਂ, ਜੀ ਅਸੀਂ ਰਿਐਕਟ ਕਰ ਰਹੇ ਹਾਂ, ਚਾਹੇ ਬਹੁਤਾ ਚਾਹੇ ਥੋੜਾ, ਜੀ ਉੱਥੇ
ਉੱਥੇ ਮੈਨੂੰ ਇੰਨਾ ਜ਼ਿਆਦਾ ਮਤਲਬ ਨਹੀਂ, ਮੈਨੂੰ ਫਖਰ ਹੈ ਇਸ ਗੱਲ ਦਾ ਵੀ ਮੈਂ ਉਸ ਸੰਘਰਸ਼ ਦਾ ਹਿੱਸਾ ਰਹੀ ਹਾਂ ਜੀ। ਤੇ ਮੈਂ ਯੋਗਦਾਨ ਜਿੰਨੇ ਜੋਗੀ ਹੈਗੀ ਸੀ, ਮੇਰਾ ਯੋਗਦਾਨ ਮੇਰੇ ਪਰਿਵਾਰ ਦਾ ਪਿਆ ਉੱਥੇ ਜੀ। ਹੈ ਨਾ। ਤੇ ਉਸ ਕੌਮੀ ਜਰਨੈਲ ਦੀ ਅਗਵਾਈ ਦੇ ਵਿੱਚ ਸਾਨੂੰ ਰਹਿਣ ਦਾ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੀ ਸਮਝਦੀ ਹਾਂ ਜੀ। ਪਰ ਜੋ ਕੁਝ ਮੈਂ ਬਾਹਰ ਆ ਕੇ ਕੌਮੀ ਆਗੂਆਂ ਦੇ ਹਾਲਾਤ ਦੇਖੇ, ਜੀ। ਜੋ ਕੁਝ ਕੌਮ ਦੀਆਂ ਬੇੜੀਆਂ 'ਚ ਵੱਟੇ ਇਹਨਾਂ ਨੇ ਆਗੂਆਂ ਨੇ ਪਾਏ, ਚਾਹੇ ਉਹ ਬਾਬੇ ਹੋਣ, ਜੀ। ਚਾਹੇ ਉਹ ਕਿਸਾਨ ਆਗੂ ਹੋਣ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਜੀ। ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਜੀ। ਜੇ ਅਸੀਂ ਦੁਸ਼ਮਣ ਦੀਆਂ ਚਾਲਾਂ ਦੇ ਵਿੱਚ ਫਸ ਜਾਈਏ, ਜੀ। ਉਲਝ ਜਾਈਏ, ਦੁਸ਼ਮਣ ਦੀਆਂ ਚਾਲਾਂ ਦੇ ਸ਼ਿਕਾਰ ਹੋ ਜਾਈਏ, ਸੰਘਰਸ਼ਾਂ ਦਾ, ਐਜੀਟੇਸ਼ਨਾਂ ਦੇ ਨਤੀਜੇ ਬਹੁਤੇ ਵਧੀਆ ਨਹੀਂ ਨਿਕਲਦੇ। ਵੱਧ ਕੋਸ਼ਿਸ਼ ਕਰਨ ਇਸ ਵੇਲੇ ਬਈ ਉਹੋ ਜੇ ਕੋਈ ਆਗੂ ਲੱਭ ਕੇ, ਜੀ। ਜਿਹੜੇ ਬਹੁਤੇ ਨਹੀਂ ਤੇ ਸੰਤ ਜਰਨੈਲ ਹੋਣਾ ਦੇ ਮਿਸ਼ਨ ਦੇ ਉਸ ਮਾਰਗ ਦੇ ਮਤਲਬ ਪਾਂਧੀ ਹੋਣ, ਜੀ। ਉਹ ਇੱਕ ਟੀਮ ਜਿਹੜੀ ਆ ਉਹਨੂੰ ਅਗਵਾਈ ਸੌਂਪ ਦੇਣ। ਜੀ। ਤੇ ਬਹੁਤਾ ਨਹੀਂ ਕਰ ਸਕਦੇ, ਆਪਣੀ ਹੋਣ ਵਾਲੀ ਜਵਾਨੀ ਜਿਹੜੀ ਹੈ ਨਾ, ਜੀ, ਉਹਨੂੰ ਬਚਾ ਲੈਣ। ਜੀ। ਉਹਨਾਂ ਦੀ ਯੋਗ ਅਗਵਾਈ ਕਰਨ। ਜੀ। ਉਹਨਾਂ ਨੂੰ ਇਤਿਹਾਸ ਪੜ੍ਹਾਉਣਾ ਆਪਣਾ। ਜੀ। ਸਮੇਂ ਜਦੋਂ ਵੀ ਕਿਸੇ ਨੇ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਈ, ਜੀ, ਉਸ ਇਤਿਹਾਸ ਤੋਂ ਜਾਣੂ ਕਰਾਉਣ ਜੀ। ਵੀ ਕੌਮ ਨੇ ਕੀ ਰਿਐਕਟ ਕੀਤਾ, ਗਦਾਰਾਂ ਦਾ ਕੀ ਰੋਲ ਰਿਹਾ, ਜੀ। ਤੇ ਕੌਮ ਦੇ ਸ਼ੇਰਾਂ ਦਾ ਕੀ ਰੋਲ ਰਿਹਾ। ਜੀ। ਸੋ ਮਾਤਾ ਜੀ, ਲੱਗਦਾ ਨਹੀਂ ਸੰਤ ਜਰਨੈਲ ਸਿੰਘ ਹੋਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਰਹਿ ਕੇ ਮੰਨ ਲਓ ਦਿੱਲੀ ਨੂੰ ਭਾਜੜ ਪਾਤੀ, ਤਾਂ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ 6 ਮਹੀਨੇ ਹੋ ਗਏ। ਅੱਜ ਸਾਨੂੰ ਸੰਤ ਜਰਨੈਲ ਹੋਣਾ ਦੀਆਂ ਗੱਲਾਂ ਕਰਨੀਆਂ ਜਾਂ ਉਹਨਾਂ ਦੀਆਂ ਫੋਟੋਆਂ ਟੀ-ਸ਼ਰਟਾਂ ਤੇ ਲਾ ਕੇ ਤੇ ਗਲ ਪਾਉਣ ਦੇ ਨਾਲ ਤਾਂ ਕਿਸੇ ਨੇ ਸੰਤ ਜਰਨੈਲ ਨਹੀਂ ਬਣ ਜਾਣਾ। ਜੀ। ਸੰਤ ਜਰਨੈਲ ਹੋਣ ਵਰਗਾ ਇਹ ਕਰੈਕਟਰ, ਉਹਨਾਂ ਵਰਗਾ ਕਥਨੀ ਤੇ ਕਰਨੀ ਦਾ ਮਸੂਰਬੀਰ ਯੋਧਾ ਬਣਨਾ ਬਹੁਤ ਔਖਾ ਹੈ। ਤਪੱਸਿਆ ਨਹੀਂ ਹੈਗੀ, ਜੀ, ਬੰਦਗੀ ਨਹੀਂ ਹੈਗੀ ਕਿਸੇ ਦੇ ਪੱਲੇ। ਜੀ। ਅਸੀਂ ਸਿਰਫ ਗੱਲਾਂ ਹੀ ਕਰਦੇ ਹਾਂ। ਜਿੰਨੇ ਵੀ ਹੁਣ ਅੱਜ ਆਗੂ ਹੈ ਸਾਡੇ ਕੋਲ, ਚਾਹੇ ਉਹ ਕਿਸੇ ਵੀ ਫੀਲਡ 'ਚ ਦੇਖ ਲਓ ਤੁਸੀਂ, ਉਹਨਾਂ ਦੀ ਬੰਦਗੀ ਨਹੀਂ ਹੈਗੀ, ਗੱਲਾਂ ਨੇ, ਮਤਲਬ ਉਹਨਾਂ ਦੀ ਪ੍ਰੈਕਟੀਕਲ ਲਾਈਫ ਮਤਲਬ ਨਹੀਂ ਹੈਗੀ। ਜੀ। ਤੇ ਜਿੰਨੀ ਦੇਰ ਤੱਕ ਅਸੀਂ ਜੋ ਕਹਿੰਦੇ ਆ ਉਹਦੇ ਤੇ ਅਸੀਂ ਮਤਲਬ ਖਰੇ ਉਤਰਨਾ ਨਹੀਂ ਨਾ ਸਿੱਖਦੇ, ਜੀ, ਵੀ ਆਪਣੇ ਬਚਨਾਂ ਤੇ ਖਰੇ ਉਤਰਨਾ ਨਹੀਂ ਸਿੱਖਦੇ, ਕਥਨੀ ਤੇ ਕਰਨੀ ਦੇ ਅਸੀਂ ਮਤਲਬ ਸੂਰਬੀਰ ਯੋਧੇ ਨਹੀਂ ਬਣਦੇ, ਉਨੀ ਦੇਰ ਤੱਕ ਪੱਲੇ ਕੁਝ ਨਹੀਂ ਪੈਣਾ। ਜੀ। ਸੋ ਮਾਤਾ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣ ਰਹੇ ਨੇ ਸਾਨੂੰ। ਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕੌਮਾਂ ਦੇ ਤੇ ਸੰਘਰਸ਼ਾਂ ਦੇ, ਇੱਦਾਂ ਦੇ ਹਾਲਾਤ ਬਣ ਜਾਂਦੇ ਨੇ, ਫਿਰ ਕੁਦਰਤ ਕੋਈ ਨਾ ਕੋਈ ਭਾਣਾ ਵਰਤਾ ਦਿੰਦੀ ਹੈ। ਜਿਵੇਂ ਹੁਣ ਕਰੋਨਾ ਆ ਗਿਆ, ਜੀ। ਤੇ ਕਰੋਨਾ ਕੋਈ ਐਡੀ ਵੱਡੀ ਮਹਾਂਮਾਰੀ ਨਹੀਂ ਹੈਗੀ, ਪਹਿਲਾਂ ਵੀ ਬੜੀਆਂ ਬਿਮਾਰੀਆਂ ਆਈਆਂ ਤੇ ਕਈ ਆਈਆਂ ਤੇ ਕਈ ਚਲੀਆਂ ਗਈਆਂ, ਬਹੁਤ ਨੁਕਸਾਨ ਹੋਏ, ਉਹਨਾਂ 'ਤੇ ਅਜੇ ਹੋਇਆ ਨਹੀਂ ਜਿੰਨਾ ਪਹਿਲਾਂ ਹੋਇਆ। ਤੇ ਕਰੋਨਾ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਆ, ਜੀ। ਵੈਕਸੀਨ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਆ, ਜੀ। ਤੇ ਇਹ ਆ ਵੀ ਅਸੀਂ ਆਪਣੇ ਆਪ ਨੂੰ ਫਿੱਟ ਰੱਖੋ। ਇਮਿਊਨ ਸਿਸਟਮ ਜਿਹਦਾ ਤਗੜਾ ਹੈ, ਜਿਹਨੂੰ ਮੌਤ ਤੋਂ ਡਰ ਨਹੀਂ ਨਾ ਲੱਗਦਾ, ਜੀ। ਮੈਨੂੰ ਨਹੀਂ ਲੱਗਦਾ ਕਰੋਨਾ ਨੂੰ ਮਾਰ ਸਕਦਾ, ਜੀ। ਤੇ ਇਹ ਆਪਣੇ ਆਪ ਦਾ ਖਿਆਲ ਰੱਖੋ, ਚੜ੍ਹਦੀ ਕਲਾ 'ਚ ਰਹੋ, ਗੁਰੂ ਨੂੰ ਸਮਰਪਿਤ ਰਹੋ, ਬਾਣੀ ਦਾ ਆਸਰਾ ਲਓ, ਸ਼ਬਦ ਗੁਰੂ ਦੇ ਲੜ ਲੱਗੋ। ਮੇਰਾ ਤੇ ਜੋ ਮਹਾਂਪੁਰਸ਼ਾਂ ਦਾ ਮਿਸ਼ਨ ਸੀਗਾ, ਅਸੀਂ ਤੇ ਅੱਜ ਵੀ ਉਹਨੂੰ ਹੀ ਸਮਰਪਿਤ ਹੈਗੇ ਹਾਂ। ਤੇ ਸਾਡੇ ਲਈ ਸਗੋਂ ਅਰਦਾਸ ਕਰਨ ਤੁਹਾਡੇ ਸਾਰੇ ਸਰੋਤੇ ਵੀ, ਤੁਸੀਂ ਵੀ ਆਖਰੀ ਦਮ ਤੱਕ ਸਾਡਾ ਸਿੱਖੀ ਪਿਆਰ ਜਿਹੜਾ, ਜੀ, ਤੇ ਸਾਡਾ ਗੁਰੂ ਦੇ ਨਾਲ ਜਿਹੜਾ ਵਾਅਦਾ ਹੈ ਉਹ ਸਾਡਾ ਨਿਭ ਜਾਵੇ, ਜੀ। ਤੇ ਅਸੀਂ ਤਾਂ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਜੇ ਅਸੀਂ ਅੰਦਰੋਂ ਕਮਿਟਡ ਹੈਗੇ, ਅੰਦਰੋਂ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ, ਦੂਜਿਆਂ ਦਾ ਵੀ ਭਲਾ ਸੋਚਾਂਗੇ। ਜੇ ਸਾਡੇ ਘਰ ਅੱਗ ਲੱਗੀ, ਸਾਡੇ ਅੰਦਰ ਸਾੜ ਪਿਆ ਹੈ, ਤੇ ਅਸੀਂ ਦੂਜਿਆਂ ਦੀ ਕੀ ਅੱਗ ਬੁਝਾਉਣੀ ਹੈ, ਜੀ। ਸੋ ਇਸ ਕਰਕੇ ਜਿਹੜਾ ਲੰਗਰਾਂ ਦੇ ਵਿੱਚ ਵੀ ਜਿਹੜੇ ਉਲਝੇ ਹੋਏ ਨੇ, ਉਹ ਵੀ ਕੌਮ ਦੀ ਜਵਾਨੀ ਨੂੰ ਜਿਹੜਾ ਹੈ ਨਾ, ਉਹ ਮਤਲਬ ਸਹੀ ਮਾਰਗਦਰਸ਼ਨ ਕਰਨ ਉਹਨਾਂ ਦਾ। ਇਕੱਲਾ ਮਿਸ਼ਨ ਸਾਡਾ ਲੰਗਰਾਂ ਦਾ ਹੀ ਨਹੀਂ ਹੈਗਾ, ਜੀ। ਜਿਵੇਂ ਅੱਜ ਬਣ ਕੇ ਰਹਿ ਗਿਆ, ਜੀ।
ਉਹ ਤੇ ਚਲੋ ਅਸੀਂ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਤੇ ਵੰਡ ਕੇ ਛਕਣਾ, ਤੇ ਪਰ ਇਹ ਨਹੀਂ ਵੀ ਤੁਸੀਂ ਆਪਣਿਆਂ ਦਾ ਹਾਲ ਨਾ ਪੁੱਛੋ। ਜੀ ਪੰਜਾਬ ਦੇ ਵਿੱਚ ਇਹੋ ਜਿਹੇ ਮਤਲਬ ਤੁਹਾਡੇ ਸਿੱਖ ਪਰਿਵਾਰ ਨੇ, ਗਰੀਬ ਜਿਹਨਾਂ ਦੇ ਘਰ ਚੁੱਲ੍ਹਾ ਨਹੀਂ ਤਪਦਾ, ਸਵੇਰ ਦੀ ਰੋਟੀ ਖਾਂਦੇ ਨੇ ਤੇ ਰਾਤ ਦੀ ਦਾ ਫਿਕਰ ਹੁੰਦਾ ਵੀ ਕਿੱਥੋਂ ਆਊਗੀ। ਜੀ ਤੇ ਕਰੋਨਾ ਕਰਕੇ 1.5 ਸਾਲ ਤੋਂ ਅੰਦਰ ਬੜੇ ਹੋਏ ਨੇ, ਉਹਨਾਂ ਦਾ ਵੀ ਮੇਰੀ ਬੇਨਤੀ ਹੈ ਇਹਨਾਂ ਨੂੰ, ਜੀ ਆਗੂਆਂ ਨੂੰ, ਜੀ ਲੰਗਰਾਂ ਵਾਲਿਆਂ ਨੂੰ, ਵੀ ਉਹਨਾਂ ਦੇ ਵੀ ਘਰਾਂ 'ਚ ਫੇਰਾ ਮਾਰ ਕੇ ਤੇ ਹਾਲ ਚਾਲ ਪੁੱਛ ਲਓ, ਉਹਨਾਂ ਦਾ ਜੀ ਖਿਆਲ ਰੱਖੋ ਉਹਨਾਂ ਦਾ ਵੀ। ਸੋ ਇਹ ਸਨ ਮਾਤਾ ਪ੍ਰੀਤਮ ਕੌਰ ਜੀ, ਜਿਨ੍ਹਾਂ ਨੇ ਆਪਣਾ ਪਰਿਵਾਰ 1984 ਦੇ ਵਿੱਚ ਕੌਮ ਦੇ ਲੇਖੇ ਲਾਇਆ ਤੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਸਫਰ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ, ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।